ਸੋ ਇਹ ਮੂਵ ਬਾਈਕ ਤੇ ਆ ਰਹੇ ਸੀਗੇ ਤਾਂ ਮਿਲੇ, ਵਿਸ਼ ਕੀਤੀ, ਟਾਈਮ ਵਿਸ਼ ਕੀਤੀ ਤੇ ਰਜਨੀਤ ਇਹਨਾਂ ਨੂੰ ਪੁੱਛਣ ਲੱਗੀ ਵੀ ਹੁਣ ਤਾਂ ਡਿਗਰੀਆਂ ਵੀ ਪੂਰੀਆਂ ਹੋ ਗਈਆਂ, ਜੌਬ ਵੀ ਕਰਨ ਲੱਗ ਗਏ ਤੇ ਹੁਣ ਪੀਆਈਓ ਅੱਜ ਕੱਲ੍ਹ ਕੀ ਕਰਦੇ ਭੱਲਾ ਸਾਹਿਬ ਨਾਲ ਹੋ? ਜਸਵਿੰਦਰ ਹੋਰੀ ਇਹਨਾਂ ਦੇ ਨਾਲ ਸੀ ਤੇ ਮੈਂ ਕੰਚਨ ਨੂੰ ਫੜਾਤਾ ਫੋਨ ਤੇ। ਉਸ ਤੋਂ ਬਾਅਦ ਹਫ਼ਤਾ ਕੁ ਬਾਅਦ ਭੱਲਾ ਸਾਹਿਬ ਮੈਨੂੰ ਸੈਕਟਰ 17 ਨੀਲਮ ਸਿੰਘ ਚੌਂਕ 'ਚ ਮਿਲ ਗਏ ਤੇ ਮੈਨੂੰ ਬਾਂਹ ਮਰੋੜ ਕੇ ਜੋ ਗਾਲਾਂ ਕੱਢੀਆਂ, ਤੂੰ ਸੁਣ ਮਾਰੇ ਮੇਰੇ। ਉਹਦੇ 'ਚ ਇਹ ਦੋਨੋਂ ਭੰਡਾਂ ਦੀਆਂ ਨਕਲਾਂ ਕਰਦੇ ਸੀ। ਤਾਂ ਜੇ ਝੂਠ ਨਾ ਬੋਲਾਂ ਤੇ ਸੱਚੀ ਦੱਸਾਂ, ਮੈਨੂੰ ਜਰਾ ਚੰਗੇ ਨਹੀਂ ਸੀ ਲੱਗਦੇ। ਮੈਨੂੰ ਲੱਗਦਾ ਸੀ ਠੀਕ ਹੈ ਮੁੰਡਾ ਡਿਸਟ੍ਰਿਕਟ ਮੈਨੇਜਰ ਲੱਗਿਆ ਹੋਇਆ, ਠੀਕ ਹੈ, ਪਰ ਆ ਕੀ ਕਰਦੇ ਆ? ਸ਼ੀ ਇਜ਼ ਰੀਲੀ ਮਾਈ ਸਟਰੈਂਥ। ਮੇਰੀ ਮਤਲਬ ਇਹ ਕਹਿ ਲਓ ਕਿ ਜਿੱਦਾਂ ਆਪਾਂ ਸੱਤੀ 'ਚ ਕਹਿੰਦੇ ਨਾ ਵੀ ਕੋਈ ਵੀ ਚੀਜ਼ ਜਿਹੜੀ ਮੈਂ ਓਵਰ ਆਪਟੀਮਿਸਟਿਕ ਲਾਈਫ 'ਚ, ਤੇ ਮੈਂ ਆਸ਼ਾਵਾਦੀ ਬਹੁਤ ਆ, ਪੋਜ਼ਿਟਿਵਿਟੀ ਨਾਲ ਭਰਿਆ ਪਿਆ, ਪਰ ਜ਼ਿੰਦਗੀ 'ਚ ਕਈ ਵਾਰੀ ਖਤਾ ਵੀ ਖਾ ਜਾਂਦਾ। ਤੇ ਡੀਐਮ ਰਿਸਪੌਂਸਿਬਲ ਅਫਸਰ ਦਾ ਮੈਂ ਮੰਡੀ ਚੈੱਕ ਕਰਨ ਗਿਆ, ਮੇਰਾ ਘਰਾਓ ਹੋ ਗਿਆ। ਰਾਤ ਤੱਕ ਉਹਨਾਂ ਨੇ, ਕਿਸਾਨਾਂ ਨੇ ਮੈਨੂੰ ਘੇਰੀ ਰੱਖਿਆ। ਮੈਂ ਸੜਕ ਦੇ ਉੱਪਰ ਹੀ ਐਸਡੀਐਮ ਆਏ, ਡੀਸੀ ਆਏ, ਮੈਨੂੰ ਕੱਢ ਕੇ ਲੈ ਗਏ। ਪਰ ਉੱਥੇ ਮੈਨੂੰ ਯਾਦ ਆ ਭੀੜ 'ਚੋਂ ਲੋਕਾਂ ਨੇ ਇਹ ਨੀਲੂ ਨਾਲ ਤੁਸੀਂ ਆਹ ਕਰਦੇ ਹੋ, ਇਹ ਕਰਦੇ। ਮੈਂ ਥੋੜ੍ਹਾ ਐਮਬੈਰਸ ਫੀਲ ਕੀਤਾ ਵੀ, ਪਰ ਮੈਨੂੰ ਪੁਖਰਾਜ ਨੂੰ ਕਿਸੇ ਨੇ ਸੇਮ ਚੀਜ਼ ਪੁੱਛੀ। ਅਸੀਂ ਸਾਰੇ ਇਕੱਠੇ ਬੈਠੇ ਸੀ ਕਿ ਭੱਲਾ ਅੰਕਲ ਤੇ ਪਾਪਾ ਕਿਵੇਂ ਘਰੇ ਵੀ ਹਸਾਉਂਦੇ ਰਹਿੰਦੇ। ਉਹ ਕਹਿੰਦਾ ਸੀ ਮੈਨੂੰ ਯਾਦ ਹੈ ਇੱਕ ਵਾਰੀ ਅਸੀਂ ਕਾਫੀ, ਜਦੋਂ ਪਾਪਾ ਤੇ ਭੱਲਾ ਅੰਕਲ ਦੇ ਸ਼ੋਜ਼ ਹੁੰਦੇ ਸੀ, ਅਸੀਂ ਇਕੱਠੇ ਫਲਾਈਟ ਲੈਂਦੇ ਸੀਗੇ, ਇਕੱਠੇ ਜਾਂਦੇ ਸੀਗੇ। ਸ਼ਿਕਾਗੋ 에ਅਰਪੋਰਟ ਦੀ ਗੱਲ ਹੈਗੀ ਆ ਔਰ ਰੀਅਲ ਹੈਪਨਿੰਗ ਆ ਕਿ ਜਿੱਦਾਂ ਫਲਾਈਟ ਸਾਡੀ 12 ਕੁ ਵਜੇ ਸੀ, ਉਹ ਲੇਟ ਈਵਨਿੰਗ ਕੈਂਸਲ ਹੋ ਗਈ, ਸ਼ਾਮ ਨੂੰ 8 ਵਜੇ ਜਾਣੀ ਸੀ। ਭੱਲਾ ਸਾਹਿਬ ਵੀ ਸੁਣ ਰਹੇ ਸੀਗੇ, ਕਹਿੰਦੇ ਜੇ ਨਾ ਕੋਈ BM ਦੀ ਪਹਿਲਾਂ ਵੀ ਗਰਲਫ੍ਰੈਂਡ ਕੋਈ ਰਹੀ ਹੋਵੇ ਨਾ ਲਾਈਫ 'ਚ, ਤਾਂ ਹੀ ਕੈਨ ਈਜ਼ੀਲੀ ਸ਼ੇਅਰ ਵਿਦ ਮੀ। ਤੇ ਜਸਵਿੰਦਰ ਮੈਨੂੰ ਕਹਿੰਦਾ ਬਾਲ, ਇਹ ਤਾਂ ਆਫ ਦੀ ਕੈਮਰਾ ਵੈਸੇ ਗੱਲ ਸੀਗੀ, ਪਰ ਮੈਂ ਸ਼ੇਅਰ ਕਰ ਰਿਹਾ ਕਿ ਅਸੀਂ ਜਾ ਰਹੇ ਸੀ ਪੈਟਿੰਗਟਨ ਕੇ ਪ੍ਰਿੰਸ ਜਾਰਜ ਬਾਈ ਰੋਡ। ਮੈਂ ਸੱਚੀ ਗੱਲ ਸੁਣਾਉਣ ਲੱਗਾ ਹੈ, ਕਾਮੇਡੀ ਵੀ ਉਹਦਾ ਪਾਰਟ ਬਣੂਗੀ ਕਿ ਉੱਥੇ ਇੱਕ 25 ਸਤੰਬਰ 99 ਦੀ ਗੱਲ ਆ, ਮੈਨੂੰ ਇਹ ਵੀ ਡੇਟ ਵੀ ਯਾਦ ਆ। ਇਹ ਜਿਹੜੇ ਦੇਵੀ ਲਾਲ ਜੀ ਉਪ ਪ੍ਰਧਾਨ ਮੰਤਰੀ ਸਾਡੇ ਕੰਟਰੀ ਦੇ, ਤੇ ਬਾਦਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ, ਚਟਾਲਾ ਸਾਹਿਬ ਹਰਿਆਣਾ ਮੁੱਖ ਮੰਤਰੀ, ਇਹ ਸਾਰੇ ਸਟੇਜ ਤੇ ਬੈਠੇ ਤੇ ਮੈਂ ਤੇ ਭੱਲਾ ਜੀ 50 ਮੀਟਰ ਦੂਰ ਸੀਗੇ। ਤੇ ਭੱਲਾ ਜੀ ਨੇ ਗੱਲ ਤਾਂ ਵਿਸਪਰ 'ਚ ਕੀਤੀ, ਕਹਿੰਦੇ ਵੱਡੀ ਮਾਧੁਰੀ ਦੀਕਸ਼ਤ ਬਣੀ ਫਿਰਦੀ ਹੈ। ਬਿਲਕੁਲ ਕੁਛ ਨਹੀਂ ਸੋਚਿਆ, ਸ਼ੂਟ ਵੱਟੀ ਔਰ ਫਟਾਫਟ ਬਾਥਰੂਮ 'ਚ ਗਿਆ। 2 ਮਿੰਟ ਬਾਅਦ ਵਾਪਿਸ ਆ ਗਿਆ, ਕੰਚਨ ਚਾਚੀ ਮੈਂ ਠੀਕ ਕਰ ਆਇਆ, ਤੁਸੀਂ ਜਾਓਗੇ ਤਾਂ ਨਹੀਂ? ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸੱਤੀ ਤੇ ਤੁਸੀਂ ਵੇਖ ਰਹੇ ਹੋ ਚੈਨਲ ਸਤਰੰਗ ਦਾ ਪ੍ਰੋਗਰਾਮ ਗੱਲਾਂ ਚੋਂ ਗੱਲ। ਤੇ ਗੱਲਾਂ ਚੋਂ ਗੱਲ ਦੇ ਵਿੱਚ ਅਸੀਂ ਆਏ ਵਾਰ ਕੋਈ ਨਾ ਕੋਈ ਨਵੇਂ ਵਿਸ਼ੇ ਤੇ ਗੱਲ ਕਰੀਦੀ ਹੈ ਜਾਂ ਕਿਸੇ ਸੈਲੀਬ੍ਰਿਟੀ ਨੂੰ ਤੁਹਾਡੇ ਰੂਬਰੂ ਕਰਵਾਈਦਾ। ਤੇ ਅੱਜ ਬੜਾ ਸਾਨੂੰ ਮਾਣ ਮਹਿਸੂਸ ਹੋ ਰਿਹਾ, ਬੜੀ ਖੁਸ਼ੀ ਮਹਿਸੂਸ ਹੋ ਰਹੀ ਕਿ ਅੱਜ ਅਸੀਂ ਇੱਕ ਬਹੁਤ ਮਾਣਮੱਤੀ ਸ਼ਖਸੀਅਤ ਦੇ ਘਰੇ ਪਹੁੰਚੇ ਹੋਏ ਹਾਂ। ਤੇ ਕਿਹੜੇ ਨੇ ਉਹ ਮਾਣਮੱਤੀ ਸ਼ਖਸੀਅਤ ਤੇ ਕਿਹਨਾਂ ਦੇ ਘਰੇ ਪਹੁੰਚੇ ਹੋਏ ਇਹ ਆਪਾਂ ਜਾਣਦੇ ਹਾਂ। ਪਹਿਲਾਂ ਨੈਂਸੀ ਤੋਂ, ਸੋ ਸਵਾਗਤ ਕਰਦਾ ਪਹਿਲਾਂ ਨੈਂਸੀ ਗਰੇਵਾਲ ਦਾ। ਸਤਿ ਸ਼੍ਰੀ ਅਕਾਲ ਨੈਂਸੀ। ਸਤਿ ਸ਼੍ਰੀ ਅਕਾਲ ਸੱਤੀ ਜੀ। ਕੀ ਹਾਲ ਚਾਲ? ਬਹੁਤ ਵਧੀਆ, ਤੁਸੀਂ ਦੱਸੋ? ਬਸ ਵਧੀਆ। ਕਿਵੇਂ ਨਿਕਲ ਰਹੀ ਹੈ ਲਾਈਫ ਮੇਰੀ ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ, ਬਹੁਤ ਮਜ਼ੇ 'ਚ। ਤੇ ਅੱਜ ਜਿੱਥੇ ਬੈਠੇ ਕਿਵੇਂ ਦਾ ਲੱਗ ਰਿਹਾ? ਸੱਤੀ ਜੀ ਸੱਚੀ ਦੱਸਾਂ ਤਾਂ ਜਿੱਥੇ ਬੈਠੇ ਹਾਂ ਤੇ ਮੈਨੂੰ ਇੰਨਾ ਵਧੀਆ ਲੱਗ ਰਿਹਾ ਨਾ, ਔਰ ਸਿਰਫ ਕਹਿਣ ਲਈ ਨਹੀਂ, ਜੈਨੂਇਨਲੀ ਬਹੁਤ ਵਧੀਆ ਲੱਗਦਾ। ਉਹਦਾ ਰੀਜ਼ਨ ਇਹ ਹੈ ਕਿ ਅਸੀਂ ਜਿੱਥੇ ਬੈਠੇ ਉਹਨਾਂ ਨੂੰ ਅਸੀਂ ਬਚਪਨ ਤੋਂ ਦੇਖਦੇ ਆਏ ਹਾਂ। ਉਹਨਾਂ ਦੀ ਕਾਮੇਡੀ, ਉਹਨਾਂ ਦੀ ਐਕਟਿੰਗ ਨੂੰ ਅਸੀਂ ਬਚਪਨ ਤੋਂ ਉਹਨਾਂ ਦੀ ਕੈਸੇਟਸ ਤੇ ਉਹਨਾਂ ਦੀ ਫਿਲਮਸ ਦੇ ਵਿੱਚ ਇੰਜੋਏ ਕਰਦੇ ਆਏ ਹਾਂ। ਉਹਨਾਂ ਦੇ ਛਣਕਾਟਿਆਂ ਨੇ, ਜੇ ਆਪਾਂ ਗੱਲ ਕਰੀਏ ਤਾਂ ਸਿਰਫ ਮੇਰੇ ਹੀ ਨਹੀਂ, ਦੁਨੀਆ ਭਰ 'ਚ ਵਸਦੇ ਹੋਏ ਪੰਜਾਬੀਆਂ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾਈ ਹੈ, ਇੱਕ ਵੱਖਰੀ ਹੀ ਆਪਣੀ ਇੱਕ ਛਾਪ ਛੱਡੀ ਹੈ। ਤੇ ਜੇ ਮੈਂ ਗਲਤ ਨਹੀਂ ਆ ਤਾਂ ਜਿੱਥੇ ਆਪਾਂ ਛਣਕਾਟਿਆਂ ਦੀ ਗੱਲ ਕਰਦੇ ਆ ਨਾ, ਤਾਂ ਉੱਥੇ ਆਪਣੀ ਅੱਖਾਂ ਅੱਗੇ ਸਿਰਫ 3 ਚਿਹਰੇ ਘੁੰਮਦੇ ਆ, ਜਸਵਿੰਦਰ ਭੱਲਾ ਜੀ, ਬਾਲਮੁਕੁੰਦ ਸ਼ਰਮਾ ਜੀ ਤੇ ਨੀਲੂ ਸ਼ਰਮਾ ਜੀ। ਜੀ ਬਿਲਕੁਲ ਸਹੀ ਗੱਲ ਕਹੀ ਤੁਸੀਂ ਨੈਂਸੀ, ਗੱਲ ਸੱਚ ਹੈ ਕਿਉਂਕਿ ਜਦੋਂ ਵੀ ਤਿੰਨਾਂ ਦਾ ਜ਼ਿਕਰ ਆਉਂਦਾ ਤਾਂ ਹਰ ਇੱਕ ਦੇ ਚਿਹਰੇ ਤੇ ਮੁਸਕਰਾਹਟ ਵੀ ਆ ਜਾਂਦੀ ਹੈ ਤੇ ਅੱਖਾਂ ਮੂਹਰੇ ਚਿਹਰਾ ਵੀ ਆ ਜਾਂਦਾ ਹੈ ਨਾ ਜੀ। ਤੇ ਮੈਂ ਹੁਣ ਜ਼ਿਆਦਾ ਆਪਾਂ ਟਾਈਮ ਨਹੀਂ ਲੈਂਦੇ ਤੇ ਮੈਂ ਸਿੱਧਾ ਤੁਹਾਨੂੰ ਦੱਸਦਾ ਕਿ ਅੱਜ ਅਸੀਂ ਬੈਠੇ ਹਾਂ ਮਸ਼ਹੂਰ ਫਿਲਮ ਅਦਾਕਾਰ ਤੇ ਕਾਮੇਡੀਅਨ ਬਾਲਮੁਕੁੰਦ ਸ਼ਰਮਾ ਜੀ ਦੇ ਘਰੇ। ਤੇ ਖਾਸ ਗੱਲ ਅੱਜ ਦੀ ਸ਼ੋਅ ਦੇ ਵਿੱਚ ਇਹ ਹੈ ਕਿ ਅੱਜ ਉਹਨਾਂ ਦੇ ਨਾਲ ਆਪਾਂ ਉਹਨਾਂ ਦੀ ਫੈਮਿਲੀ ਦੇ ਨਾਲ ਵੀ ਗੱਲਬਾਤ ਕਰਾਂਗੇ, ਹੈ ਨਾ ਜੀ। ਸੋ ਆਪਾਂ ਜ਼ਿਆਦਾ ਟਾਈਮ ਨਹੀਂ ਲੈਂਦੇ ਹੈਗੇ, ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸੋ ਸਵਾਗਤ ਕਰਦੇ ਹਾਂ ਬਾਲਮੁਕੁੰਦ ਸ਼ਰਮਾ ਜੀ ਦਾ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸੱਤੀ ਜੀ। ਸਤਿ ਸ਼੍ਰੀ ਅਕਾਲ ਨੈਂਸੀ ਸਤਿ ਜੀ। ਸ਼੍ਰੀ ਅਕਾਲ। ਉਹਨਾਂ ਦੇ ਵਾਈਫ ਕੰਚਨ ਸ਼ਰਮਾ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੱਚੇ। ਕੀ ਹਾਲ ਚਾਲ ਹੈ ਜੀ? ਆਲ ਵੈਲ, ਬਿਲਕੁਲ ਠੀਕ ਹੈ। ਕਿਵੇਂ ਨਿਕਲ ਰਹੀ ਹੈ ਲਾਈਫ? ਬਹੁਤ ਅੱਛੀ, ਬਹੁਤ ਅੱਛੀ। ਅੱਜ ਸ਼ਰਮਾ ਜੀ ਬਹੁਤ ਚੁੱਪ ਨੇ। ਮੈਂ ਕੋਲ ਬੈਠੀ ਹਾਂ ਨਾ, ਇਸ ਕਰਕੇ। ਬਿਲਕੁਲ ਜੀ, ਮੈਨੂੰ ਤਾਂ ਤੁਸੀਂ ਅਕਸਰ ਗੱਲਬਾਤ ਕਰਦੇ ਰਹਿੰਦੇ ਆ ਤੇ ਹਰ ਥਾਂ ਮੌਕਾ ਮਿਲਦਾ, ਪਰ ਅੱਜ ਤੁਸੀਂ ਸਾਡੇ ਘਰ ਆਏ ਆ ਤੇ ਘਰ ਦੇ ਵਿੱਚ ਰੋਲ ਘਰ ਵਾਲੇ ਜ਼ਿਆਦਾ ਹੋਣਾ ਚਾਹੀਦਾ। ਤੇ ਹਾਂਜੀ, ਇੱਥੇ ਸਤੀ ਜੀ ਸੌਰੀ ਮੈਂ ਤੁਹਾਨੂੰ ਕੱਟ ਰਹੀ ਹਾਂ। ਉਹਦਾ ਰੀਜ਼ਨ ਇਹ ਹੈ ਕਿ ਅੱਜ ਮੈਂ ਚਾਹੁੰਦੀ ਹਾਂ ਕਿ ਆਪਾਂ ਦੇਖੋ ਸ਼ਰਮਾ ਜੀ ਦੇ ਇੰਟਰਵਿਊਜ਼ ਤਾਂ ਬਹੁਤ ਦੇਖੇ ਆ, ਹੈ ਨਾ,
ਤੇ ਮੈਮ ਦਾ ਇੰਟਰਵਿਊ ਅੱਜ ਤੱਕ ਮੈਂ ਤਾਂ ਨਹੀਂ ਦੇਖਿਆ ਐਟਲੀਸਟ, ਹੈ ਨਾ। ਤਾਂ ਮੈਂ ਇਹ ਚਾਹੁੰਦੀ ਹਾਂ ਕਿ ਅੱਜ ਅਸੀਂ ਸਭ ਤੋਂ ਪਹਿਲਾ ਮੌਕਾ ਕੰਚਨ ਮੈਮ ਨੂੰ ਦਈਏ ਤੇ ਮੈਂ ਸ਼ੋਅ ਦੀ ਸ਼ੁਰੂਆਤ, ਜਿਹੜੀ ਐਪੀਸੋਡ ਦੀ ਜਿਹੜੀ ਸ਼ੁਰੂਆਤ ਹੈ, ਉਹ ਮੈਂ ਕੰਚਨ ਮੈਮ ਤੋਂ ਕਰਨਾ ਚਾਹੁੰਦੀ ਹਾਂ ਸਵਾਲ ਪੁੱਛ ਕੇ। ਬਿਲਕੁਲ, ਵੈਸੇ ਵੀ ਲੇਡੀਜ਼ ਫਸਟ ਹੁੰਦਾ ਹੈ ਤੇ ਜ਼ਰੂਰੀ ਬਣਦਾ ਵੀ ਹੈਗਾ ਜੀ। ਤਾਂ ਮੈਮ ਮੇਰਾ ਤੁਹਾਡੇ ਤੋਂ ਪਹਿਲਾ ਸਵਾਲ ਇਹ ਹੈ ਕਿ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ, ਕਿੰਨੀ ਹੈ? Nancy, ਮੈਂ MSc B.Ed ਹਾਂ। I did my MSc in Home Science from PAU Ludhiana, followed by B.Ed. ਮੈਮ ਤੇ ਤੁਸੀਂ ਫਿਰ ਚੰਡੀਗੜ੍ਹ ਆਣਾ ਤੁਹਾਡਾ ਕਿੱਦਾਂ ਹੋਇਆ? ਚੰਡੀਗੜ੍ਹ ਮੈਨੂੰ ਸ਼ਰਮਾ ਜੀ ਲੈ ਆਏ ਬਿਕੋਜ਼ ਇਹਨਾਂ ਦੀ ਪ੍ਰਮੋਸ਼ਨ ਮੈਨੂੰ ਪਨਿਸ਼ਮੈਂਟ ਦੇ ਤੌਰ ਤੇ ਮਿਲੀ। ਸਫਰ ਕਰਨਾ ਪਿਆ। ਮੈਂ ਬੇਸਿਕਲੀ DAV ਕਾਲਜ ਫਿਲੌਰ ਦੇ ਵਿੱਚ ਐਸੋਸੀਏਟ ਪ੍ਰੋਫੈਸਰ ਇਨ ਹੋਮ ਸਾਇੰਸ ਸੀਗੀ, ਪਰ ਜਦੋਂ ਸ਼ਰਮਾ ਜੀ ਪ੍ਰਮੋਟ ਹੋ ਕੇ ਹੈੱਡ ਆਫਿਸ ਚੰਡੀਗੜ੍ਹ ਆ ਗਏ, ਇਹਨਾਂ ਨੇ ਜੁਆਇਨ ਕੀਤਾ ਇੱਥੇ ਮਾਰਕਫੈਡ ਦੇ ਵਿੱਚ, ਤੇ ਆਈ ਵਾਸ ਲੈਫਟ ਵਿਦ ਨੋ ਆਪਸ਼ਨ। ਮੇਰੇ ਕੋਲ ਦੋ ਹੀ ਆਪਸ਼ਨ ਸੀਗੀਆਂ ਕਿ ਜਾਂ ਮੈਂ ਟਰੈਵਲ ਕਰਾਂ ਤੇ ਜਾਂ ਮੈਂ ਆਪਣੀ ਜੌਬ ਰਿਜ਼ਾਈਨ ਕਰਕੇ ਇੱਥੇ ਕੋਈ ਫਰੈਸ਼ ਜੌਬ ਫਾਈਂਡ ਕਰਾਂ। ਸੋ ਇਨ ਦਾ ਇੰਟਰਸਟ ਆਫ ਫੈਮਿਲੀ, ਕਿਉਂਕਿ ਘਰ ਨੂੰ ਅੱਛੀ ਤਰੀਕੇ ਨਾਲ ਚਲਾਉਣ ਵਾਸਤੇ, ਬੱਚਿਆਂ ਨੂੰ ਪ੍ਰੋਪਰਲੀ ਲੁੱਕ ਆਫਟਰ ਕਰਨ ਵਾਸਤੇ ਦੋਨਾਂ 'ਚੋਂ ਇੱਕ ਨੂੰ ਸੈਕਰੀਫਾਈਸ ਜ਼ਰੂਰ ਕਰਨਾ ਪੈਂਦਾ ਹੈ। ਔਰ ਜਿਸ ਤਰ੍ਹਾਂ ਦਾ ਸਾਡਾ ਸੋਸ਼ਲ ਸੈਟਅਪ ਹੈ, ਮੋਸਟਲੀ ਇਹ ਸੈਕਰੀਫਾਈਸ ਜਿਹੜੇ ਵੂਮਨ ਹੀ ਕਰਦੀ, ਔਰਤ ਹੀ ਕਰਦੀ ਹੈ। ਜੀ ਬਿਲਕੁਲ। ਸੋ ਆਈ ਰਿਜ਼ਾਈਨ ਫਰੋਮ ਮਾਈ ਕਾਲਜ ਜੌਬ। ਫਿਰ ਮੈਂ ਇੱਥੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਐਜ਼ ਅ ਸਬਜੈਕਟ ਐਕਸਪਰਟ ਜਿਹੜਾ ਉਹ ਜੁਆਇਨ ਕੀਤਾ ਤੇ ਆਮ ਸਟਿਲ ਵਰਕਿੰਗ ਹੇਅਰ। ਠੀਕ ਹੈ ਮੈਮ, ਜਿਵੇਂ ਤੁਸੀਂ ਹੁਣੀ ਦੱਸਿਆ ਕਿ ਤੁਸੀਂ ਸਰ ਦੇ ਨਾਲ ਤੁਸੀਂ ਇੱਥੇ ਚੰਡੀਗੜ੍ਹ ਮੂਵ ਹੋਏ, ਤੇ ਜਿਵੇਂ ਇਹੀ ਸਰ ਦੀ ਗੱਲ ਕਰਾਂ ਕਿ ਤੁਹਾਡੀ ਮੀਟਿੰਗ ਕਿਵੇਂ ਹੋਈ? ਤੁਹਾਡੀ ਲਵ ਮੈਰਿਜ ਸੀ ਜਾਂ ਅਰੇਂਜ ਮੈਰਿਜ ਸੀ? ਔਖਾ ਕੁਐਸਚਨ ਹੈ। ਅਕਸਰ ਪਤਾ ਕੀ ਹੁੰਦਾ ਜੀ, ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਨਾ, ਸ਼ਰਮਾ ਜੀ ਦੀਆਂ ਬਹੁਤ ਸਾਰੀਆਂ ਇੰਟਰਵਿਊਜ਼ ਨੇ, ਬਟ ਫੈਮਿਲੀ ਇੰਟਰਵਿਊ ਕੋਈ ਨਹੀਂ ਹੈਗੀ। ਸੋ ਅੱਜ ਸਪੈਸ਼ਲ ਗੱਲ ਇਹ ਹੀ ਹੈਗੀ ਇਸ ਇੰਟਰਵਿਊ ਦੇ ਵਿੱਚ ਕਿ ਆਪਾਂ ਉਹੀ ਗੱਲਾਂ ਜਾਣਨੀਆਂ ਜਿਹੜੀਆਂ ਬਿਹਾਈਂਡ ਦਾ ਸੀਨ ਹੁੰਦੀਆਂ ਨੇ। ਮੈਨੂੰ ਲੱਗਦਾ ਵੀ ਆਪਾਂ ਓਨੈਸਟਲੀ ਜਵਾਬ ਦੇ ਦਈਏ, ਇਟ ਸਟਾਰਟਡ ਐਜ਼ ਐਨ ਅਰੇਂਜਡ ਮੈਰਿਜ, ਪਰ ਸਾਡੇ ਪੇਰੈਂਟਸ ਨੇ, ਸਪੈਸ਼ਲੀ ਮੇਰੇ ਪੇਰੈਂਟਸ ਨੇ ਫੈਸਲਾ ਲੈਣ ਨੂੰ ਇੰਨਾ ਟਾਈਮ ਲਾ ਦਿੱਤਾ, ਇਟ ਟਰਨਡ ਆਊਟ ਟੂ ਬੀ ਅ ਚੋਇਸ ਮੈਰਿਜ। ਲਵ ਕਮ ਅਰੇਂਜ ਇਜ਼ ਅ ਪ੍ਰੋਪਰ ਵਰਡ। ਜੀ। ਤੇ ਤੁਸੀਂ ਮਿਲੇ ਕਿੱਦਾਂ ਸੀ? ਮਤਲਬ ਚਲੋ ਤੁਸੀਂ ਜਿਵੇਂ ਤੁਸੀਂ ਦੱਸਿਆ ਕਿ ਅਰੇਂਜ ਮੈਰਿਜ ਸੀ ਬੇਸਿਕਲੀ ਇਹ, ਬਟ ਡਿਸੀਜਨ ਲੈਣ ਨੂੰ, ਪਰ ਉਹ ਰਿਸ਼ਤਾ ਜੁੜਿਆ ਕਿਵੇਂ, ਕਿੱਥੋਂ, ਮਤਲਬ ਵਿਚੋਲਾ ਕੌਣ ਸੀ ਅਗਰ ਆਪਾਂ ਪੰਜਾਬੀ ਲੈਂਗੁਏਜ 'ਚ ਗੱਲ ਕਰੀਏ ਤਾਂ? ਤੁਸੀਂ ਦੱਸੋ। ਮੈਂ ਤਾਂ ਬਹੁਤ ਤੁਸੀਂ ਦੱਸੋ। ਮੈਨੂੰ ਲੱਗਦਾ ਜਦੋਂ ਸਾਡੀ ਮੈਟਰੀਮਨੀ ਦੀ ਗੱਲ ਚੱਲੀ ਆ ਤੇ ਉਦੋਂ BM ਹੈਡ ਆਲਰੇਡੀ ਲੈਫਟ ਦਾ ਯੂਨੀਵਰਸਿਟੀ। PAU ਤੋਂ ਮੈਂ MSc ਹੋਮ ਸਾਇੰਸ ਕੀਤੀ ਹੈ, ਇਹਨਾਂ ਨੇ BSc ਐਗਰੀਕਲਚਰ ਐਂਡ MBA ਕੀਤੀ ਹੈ, ਤੇ ਇਹ ਆਈ ਥਿੰਕ MBA ਕਰਕੇ ਜਾ ਚੁੱਕੇ ਸੀ ਔਰ ਇਹਨਾਂ ਨੇ ਜੌਬ ਜੁਆਇਨ ਕਰ ਲਈ ਹੋਈ ਸੀਗੀ। 4 ਸਾਲ ਸੀਨੀਅਰ ਸੀ। 4 ਸਾਲ ਸੀਨੀਅਰ ਸੀਗੇ, ਤੇ ਮੈਨੂੰ ਲੱਗਦਾ ਜਿਸ ਤਰ੍ਹਾਂ ਦਾ ਅੱਜ ਬਰਸਾਤ ਵਾਲਾ ਮੌਸਮ ਸੀ, ਇਦਾਂ ਦਾ ਹੀ ਮੌਸਮ ਸੀਗਾ। ਤੇ ਛੋਟੀ ਉਮਰ ਦੇ ਵਿੱਚ ਜਦੋਂ ਬਾਰਿਸ਼ ਹੁੰਦੀ ਹੋਵੇ ਤੇ ਗਰਲਜ਼ ਨੂੰ ਸ਼ੌਕ ਹੁੰਦਾ ਨਾ, ਛਤਰੀਆਂ ਦੀਆਂ ਲੈ ਕੇ ਅਸੀਂ ਵਾਕ ਨੂੰ ਨਿਕਲ ਜਾਂਦੇ ਆ। ਮੈਂ ਔਰ ਮੇਰੀ ਫਰੈਂਡ ਰਜਨੀਤ, ਅਸੀਂ ਦੋਨੋਂ ਵਾਕ ਵਾਸਤੇ ਜਾ ਰਹੇ ਸੀ, ਐਡਮੰਡ ਬਲਾਕ ਕੋਲੋਂ ਨਿਕਲ ਰਹੇ ਸੀਗੇ ਤਾਂ ਇਹ ਮਿਲ ਗਏ। ਕਿਉਂਕਿ ਇਹ ਸਟੇਜ ਤੇ ਬਹੁਤ ਐਕਟਿਵ ਹੁੰਦੇ ਸੀ, ਤਾਂ ਮੈਨੂੰ ਲੱਗਦਾ ਹਾਰਡਲੀ ਕੋਈ ਸਟੂਡੈਂਟ ਹੋਏਗਾ, ਅਸੀਂ ਇਹਨਾਂ ਦੇ ਪ੍ਰੋਗਰਾਮਸ ਦੇਖ ਦੇਖ ਕੇ ਹੀ ਸਟੱਡੀਜ਼ ਕੰਪਲੀਟ ਕੀਤੀਆਂ, ਤੇ ਹਾਰਡਲੀ ਕੋਈ ਸਟੂਡੈਂਟ ਹੋਏਗਾ PAU ਦਾ ਜਿਹੜਾ ਇਹਨਾਂ ਨੂੰ ਨਹੀਂ ਜਾਣਦਾ ਹੋਏਗਾ। ਸੋ ਇਹ ਮੋਬਾਈਕ ਤੇ ਆ ਰਹੇ ਸੀਗੇ ਤਾਂ ਮਿਲੇ, ਸਾਨੂੰ ਵਿਸ਼ ਕੀਤੀ, ਟਾਈਮ ਵਿਸ਼ ਕੀਤੀ, ਤੇ ਰਜਨੀਤ ਇਹਨਾਂ ਨੂੰ ਪੁੱਛਣ ਲੱਗੀ ਵੀ ਹੁਣ ਤਾਂ ਡਿਗਰੀਆਂ ਵੀ ਪੂਰੀਆਂ ਹੋ ਗਈਆਂ, ਜੌਬ ਵੀ ਕਰਨ ਲੱਗ ਗਏ, ਤੇ ਹੁਣ PAU ਅੱਜ ਕੱਲ੍ਹ ਕੀ ਕਰਦੇ ਹੋ? ਜਸਵਿੰਦਰ ਹੋਰੀ ਇਹਨਾਂ ਦੇ ਨਾਲ ਸੀ, ਤੇ ਕਹਿੰਦੇ ਵਿਆਹ ਨਹੀਂ ਕਰਾਉਣਾ। ਤੇ ਆਈ ਥਿੰਕ ਦੈਟ ਪਰਹੈਪਸ ਲੀਡ ਦਾ ਫਾਊਂਡੇਸ਼ਨ। ਯੈਸ। ਭੱਲਾ ਸਾਹਿਬ ਨੇ ਮੈਂ ਸੀਰੀਅਸਲੀ ਕਿਹਾ, ਕਹਿੰਦੇ ਬਾਲ ਵੈਸੇ ਆਪਾਂ ਭਾਵੇਂ ਮਜ਼ਾਕ 'ਚ ਗੱਲ ਕਹੀ ਆ, ਪਰ ਲੜਕੀ ਪੰਡਤਾਂ ਦੀ ਆ, MSc ਆ, ਫਾਈਨਲ ਈਅਰ 'ਚ ਆ, ਤੇ ਜੇ ਆਪਾਂ ਵਿਆਹ ਦੀ ਗੱਲ ਤੋਰ ਵੀ ਲਈਏ ਤੇ ਕੋਈ ਬੁਰੀ ਨਹੀਂ ਗੱਲ। ਅੱਛਾ, ਮਤਲਬ ਕਿ ਹੁਣ ਆਪਾਂ ਕਹਿ ਸਕਦੇ ਕਿ ਵਿਚੋਲੇ ਉਹ ਵੀ ਬਣ ਗਏ। ਇਹ ਲੁੱਤੀ ਉਹਦੇ ਲਈ ਵੀ ਆ। ਪਰ ਇਹ ਲੁੱਤੀ ਤੁਹਾਡੇ ਅੱਗੇ ਜਾ ਕੇ ਫਿਊਚਰ ਲਈ ਬਹੁਤ ਅੱਛੀ ਸਾਬਿਤ ਹੋਈ ਹੈ, ਹੈ ਨਾ? ਸ਼ੱਕ ਨਹੀਂ, ਟੱਚਵੁੱਡ ਪਰਮਾਤਮਾ ਨੇ ਵਧੀਆ ਸਾਨੂੰ ਜੋੜ ਦਿੱਤਾ ਜੀ। ਤੇ ਮੈਂ ਵੈਸੇ ਹੁਣ ਇੱਕ ਹੋਰ ਸਵਾਲ ਤੁਹਾਨੂੰ ਪੁੱਛਣਾ ਚਾਹੂੰਗਾ ਸ਼ਰਮਾ ਜੀ ਨੂੰ, ਹੈ ਨਾ? ਹੁਣ ਤੁਸੀਂ ਪੁੱਛ ਲਿਆ ਤੇ ਮੈਂ ਦੁਬਾਰਾ ਇੱਕ ਬੈਲੈਂਸ ਕਰ ਲਓ। ਹਾਂ ਬਿਲਕੁਲ ਜੀ, ਨਾਲ ਪੈਰਲਲ ਚੱਲਣਾ ਚਾਹੀਦਾ। ਜਿਵੇਂ ਆਪਾਂ, ਤੁਹਾਨੂੰ ਪਤਾ ਨਾ ਅਸੀਂ ਜਿਵੇਂ ਆਪਾਂ ਜਾਣਦੇ ਹਾਂ ਕਿ ਹੈ ਨਾ, ਐਜ਼ ਐਨ ਫਿਲਮ ਐਕਟਰ ਔਰ ਕਮੇਡੀਅਨ ਸਕਸੈਸਫੁਲ ਕਰੀਅਰ ਆ, ਇਸੇ ਤਰੀਕੇ ਨਾਲ ਆਪਾਂ ਜੇ ਹੁਣ ਜੌਬ ਵਾਲੇ ਪਾਸਿਓਂ ਗੱਲ ਕਰ ਲਈਏ ਤਾਂ ਸ਼ਰਮਾ ਜੀ ਦਾ ਉਹਦੇ ਵਿੱਚ ਵੀ ਬਹੁਤ ਮਤਲਬ ਕਿ ਵੱਡਾ ਲੈਵਲ ਅਚੀਵ ਕੀਤਾ ਹੈ ਨਾ, ਜਵਾਬ ਨਹੀਂ ਹੈਗਾ। ਐਜ਼ ਐਨ DM ਇਹਨਾਂ ਨੇ 1988 ਦੇ ਵਿੱਚ ਜੌਬ ਸਟਾਰਟ ਕੀਤੀ ਸੀ ਮਾਰਕਫੈਡ ਦੇ ਵਿੱਚ, ਤੇ 2019 ਦੇ ਵਿੱਚ ਐਜ਼ ਐਨ AMD ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਰਿਟਾਇਰ ਹੋਏ ਜੀ। ਸੋ ਮੈਂ ਪਹਿਲਾਂ ਉਹੀ ਪੁੱਛਣਾ ਚਾਹੂੰਗਾ ਕਿ ਇੰਨਾ ਜਿਹੜਾ ਇਸ ਪ੍ਰੋਫੈਸ਼ਨ ਦੇ ਵਿੱਚ, ਕਿਉਂਕਿ ਫਿਲਮ ਲਾਈਨ ਦੇ ਵਿੱਚ ਟਾਈਮ ਵੀ ਬਹੁਤ ਜ਼ਰੂਰੀ ਹੁੰਦਾ ਹੈ ਨਾ ਦੇਣਾ, ਤਾਂ ਉਹ ਕਿੱਦਾਂ ਕਰਦੇ ਸੀ ਮੈਨੇਜ ਸਾਰਾ ਕੁਝ ਜੀ?
ਸਤੀ ਜੀ, ਟੂ ਬੀ ਵੈਰੀ ਓਨੈਸਟ, ਮੈਂ ਆਪਣੇ ਪ੍ਰੋਫੈਸ਼ਨਲ ਕਰੀਅਰ ਨੂੰ ਕਾਫੀ ਜ਼ਿਆਦਾ ਪ੍ਰਾਇੋਰਟੀ ਤੇ ਰੱਖਿਆ ਸੀ, ਇਹ ਸੋਚ ਕੇ ਕਿ ਮਾਰਕਫੈਟ ਜਿਹੜੀ ਆ ਇੱਕ ਬੜੀ ਵਾਈਬ੍ਰੈਂਟ ਆਰਗੇਨਾਈਜੇਸ਼ਨ ਆ ਤੇ ਵਰਲਡ ਵਾਈਡ ਮਾਰਕਫੈਟ ਦਾ ਨਾਮ ਹੈਗਾ, ਤੇ ਜੋ ਵੀ ਰਿਸਪੌਂਸਿਬਿਲਿਟੀ ਮੈਨੂੰ ਮਿਲਦੀ ਰਹੀਆਂ, 2001 ਵਿੱਚ ਮੈਂ ਡਿਪਟੀ ਚੀਫ ਮੈਨੇਜਰ ਬਣ ਗਿਆ, 2006 ਵਿੱਚ ਮੈਂ ਚੀਫ ਮੈਨੇਜਰ ਬਣ ਗਿਆ, 2011 ਵਿੱਚ ਮੈਂ ਐਗਜ਼ੈਕਟਿਵ ਡਾਇਰੈਕਟਰ ਬਣ ਗਿਆ, ਫਿਰ 17 ਵਿੱਚ ਅਨਪ੍ਰੈਸੀਡੈਂਟਡ ਮਾਰਕਫੈਟ ਵਾਸਤੇ ਪੋਸਟ ਕ੍ਰੀਏਟ ਕੀਤੀ ਗਈ ਐਡੀਸ਼ਨਲ ਐਮਡੀ ਦੀ, ਜਿਹੜੀ 17 ਵਿੱਚ ਮੈਨੂੰ ਮਿਲੀ ਆ। ਸੋ ਮੈਨੂੰ ਲੱਗਦਾ ਸੀ ਵੀ ਮੈਂ ਨਿਸ਼ਠਾ ਦੇ ਨਾਲ ਜਿਹੜਾ ਕੰਮ ਕਰਦਾ, ਮਾਰਕਫੈਟ ਮੈਨੂੰ ਰੀਪੇ ਕਰ ਰਹੀ ਆ। ਇੰਨੀਆਂ ਪ੍ਰਮੋਸ਼ਨ ਗਵਰਨਮੈਂਟ ਮਿਲਣੀਆਂ ਪ੍ਰਿਵਿਲੇਜ ਹੁੰਦੀਆਂ, ਇਸ ਕਰਕੇ ਮੈਨੂੰ ਮਲਾਲ ਇਸ ਗੱਲ ਦਾ ਰਿਹਾ ਕਿ ਮੈਨੂੰ ਬਾਹਰਲੇ ਸਰਕਲ ਤੋਂ, ਕਹਿ ਲਓ ਛਨਕਾਟਾ ਵਾਲੇ ਸਰਕਲ ਤੋਂ, ਫਿਲਮਾਂ ਸਰਕਲ ਤੋਂ ਉਲਾਂਭੇ ਹੁੰਦੇ ਰਹੇ। ਭੱਲਾ ਸਾਹਿਬ ਨੂੰ ਵੀ ਜਦੋਂ ਮੀਡੀਆ ਨੇ ਪੁੱਛਿਆ ਕਰਨਾ ਫੋਰਨ 'ਚ ਕਿ ਸ਼ਰਮਾ ਜੀ ਨੂੰ ਦਿਖਦੇ, ਗੁੱਸੇ ਹੋ ਗਏ ਤੁਸੀਂ ਆਪਸ 'ਚ, ਲੋਕਾਂ ਨੇ ਬੜੇ ਪਰ ਕਲੈਰਿਟੀ ਕਰਦੇ ਰਹੇ ਭੱਲਾ ਸਾਹਿਬ ਵੀ ਉਹ ਪ੍ਰੋਫੈਸ਼ਨਲੀ ਬਹੁਤ ਬਿਜ਼ੀ ਆ। ਤੇ ਮੈਨੂੰ ਓਨੈਸਟਲੀ ਸਪੀਕਿੰਗ ਕੋਈ ਰਿਗਰੈਟ ਵੀ ਨਹੀਂਗਾ ਕਿ ਮੈਂ ਆਪਣੇ ਮਾਰਕਫੈਟ ਨੂੰ ਪਿਆਰ ਕੀਤਾ, ਮੈਨੂੰ ਮਾਰਕਫੈਟ ਤੋਂ ਬਹੁਤ ਕੁਝ ਮਿਲਿਆ, ਪਰ ਮੈਂ ਉਹ 8-10 ਸਾਲ ਫਿਰ ਫਿਲਮ ਇੰਡਸਟਰੀ ਤੋਂ ਜਾਂ ਛਨਕਾਟੇ ਤੋਂ ਸਲੋ ਹੋ ਗਿਆ, ਗੈਪ ਪੈ ਗਿਆ ਗੈਪ ਪੈ ਗਿਆ। ਪਰ ਹੁਣ ਆਪਾਂ ਵਿਹਲੇ ਹਾਂ ਜੀ, ਫਿਰ ਕਰਾਂਗੇ ਆਪਣਾ। ਤੇ ਸਰ, ਆਪਾਂ ਜਿਵੇਂ ਜਾਣਦੇ ਹਾਂ ਕਿ ਤੁਸੀਂ ਹੁਣੇ ਦੱਸਿਆ ਕਿ ਤੁਸੀਂ ਪ੍ਰੋਫੈਸ਼ਨਲ ਲਾਈਫ ਤੇ ਤੁਹਾਡੀ ਫਿਲਮ ਲਾਈਨ ਜੇ ਆਪਾਂ ਕਹੀਏ ਤਾਂ ਹੈ ਨਾ, ਉਹਨੂੰ ਅਜੇ ਆਪਾਂ ਆਈ ਥਿੰਕ ਮੈਂ ਗਲਤ ਨਹੀਂ ਹੋਊਂਗੀ ਜੇ ਮੈਂ ਕਹੂੰਗੀ ਕਿ ਉਹ ਤੁਹਾਡੀ ਪ੍ਰੋਫੈਸ਼ਨਲ ਲਾਈਫ ਸੀ ਤੇ ਇਹ ਤੁਹਾਡੀ ਇੱਕ ਤਰ੍ਹਾਂ ਦੀ ਹੌਬੀ ਜੇ ਆਪਾਂ ਲੈ ਕੇ ਚੱਲੀਏ ਤਾਂ ਹੈ ਨਾ, ਜਿਹੜੀ ਫਿਲਮ ਲਾਈਨ ਸੀ। ਤੇ ਇਹਨਾਂ ਦੋਨਾਂ ਨੂੰ ਜਦ ਜਿਵੇਂ ਆਪਾਂ ਮੈਨੇਜ ਕਰਦੇ ਸੀਗੇ ਤੇ ਬੇਸਿਕਲੀ ਕੀ ਹੁੰਦਾ, ਫੈਮਿਲੀ ਵੱਲੋਂ ਅਪਰੂਵਲ ਬਹੁਤ ਘੱਟ ਮਿਲਦੀ ਹੈ ਇਸ ਫੀਲਡ ਨੂੰ ਲੈ ਕੇ, ਕਿਉਂਕਿ ਐਦਾਂ ਹੁੰਦਾ ਕਿ ਦੇਖਣ ਨੂੰ ਤਾਂ ਆਪਾਂ ਕਹਿੰਦੇ ਕਿ ਬਹੁਤ ਅੱਛਾ ਹੈ ਸਕਰੀਨ ਤੇ ਜਦ ਆਪਾਂ ਦੇਖਦੇ ਹਾਂ, ਬਟ ਫੈਮਿਲੀ ਨੂੰ ਜਦ ਹੁੰਦਾ ਕਿ ਸਾਡੇ ਘਰ 'ਚੋਂ ਕੋਈ ਬੱਚਾ ਜਾ ਰਿਹਾ ਤਾਂ ਉਹਨੂੰ ਲੋਕ ਘੱਟ ਹੀ ਅਪਰੂਵ ਕਰਦੇ ਹੁੰਦੇ ਆ। ਸਪੈਸੀਫਿਕਲੀ ਵਾਈਫਸ ਦੀ ਆਪਾਂ ਗੱਲ ਕਰੀਏ ਤਾਂ ਹੁੰਦਾ ਹੈ ਕਿ ਨਹੀਂ ਨਹੀਂ ਮੇਰਾ ਹਸਬੈਂਡ ਇਸ ਫੀਲਡ 'ਚ, ਇਨਸਿਕਿਉਰਿਟੀ ਰਹਿੰਦੀ ਹੈ ਕਿਤੇ ਨਾ ਕਿਤੇ। ਤੇ ਤੁਹਾਡੇ ਕੇਸ 'ਚ ਵੀ ਇਦਾਂ ਸੀ ਕਿ ਮੈਮ ਨੂੰ ਕੋਈ ਪ੍ਰੋਬਲਮ ਸੀ? ਬਿਲਕੁਲ ਨਹੀਂ, ਕਿਉਂਕਿ ਮੈਂ ਤਾਂ ਬਲਕਿ ਕਹੂੰਗਾ ਕਿ 87 ਦੇ ਵਿੱਚ ਭੱਲਾ ਜੀ ਦੀ ਵੈਡਿੰਗ ਹੋਈ ਆ, 17 ਜਨਵਰੀ 87 ਨੂੰ, ਤੇ 7 ਅਕਤੂਬਰ 99 ਨੂੰ ਸਾਡੀ ਵੈਡਿੰਗ ਹੋਈ ਆ। ਤੇ ਜੇ ਸੱਤੀ ਜੀ ਸਾਡਾ ਤੁਸੀਂ ਗ੍ਰਾਫ ਛਨਕਾਟਿਆਂ ਦੇ ਨਾਲ ਲਿੰਕ ਕਰਕੇ ਦੁਨੀਆ ਵੇਖਦੀ ਆ, ਤੇ ਪਹਿਲਾ ਛਨਕਾਟਾ 88 ਚ ਆਇਆ ਤੇ 2009 ਤੱਕ 27 ਛਨਕਾਟੇ ਆਏ, ਤੇ ਇਹ ਸਾਰਾ ਕੁਝ ਮੈਰਿਜ ਤੋਂ ਬਾਅਦ ਹੀ ਹੋਇਆ। 88 ਦੇ ਵਿੱਚ ਛਨਕਾਟਾ ਪਹਿਲਾਂ ਆ ਗਿਆ ਤੇ 99 ਵਿੱਚ ਮੇਰੀ ਮੈਰਿਜ ਹੋਈ ਆ, ਯਾਨੀ ਕਿ ਸਾਡੀਆਂ ਵਾਈਫਸ ਤੋਂ ਬਾਅਦ ਸਾਡੇ ਗ੍ਰਾਫ ਅੱਪ ਗਿਆ, ਤੇ ਦੈਟ ਮੀਨ ਸਾਨੂੰ ਕੋਈ ਸਪੋਰਟ ਮਿਲੀ ਤਾਂ ਹੀ ਅੱਪ ਗਿਆ। ਵੀ ਵਰ ਲੱਕੀ ਫॉर ਯੂ ਇਨ ਵੇ ਯੈਸ, ਕਿ ਸਾਨੂੰ ਇਹਨਾਂ ਦੀ ਮਤਲਬ ਕਹ ਲਓ ਇਹਨਾਂ ਦਾ ਭਾਗਾਂ ਵਾਲਾ ਪੈਰ ਸੀ ਜੀ ਸਾਡੀ ਲਾਈਫ 'ਚ। ਭਾਗਾ ਵਾਲਾ ਪੈਰ ਤਾਂ ਸੀਗਾ ਮੈਮ, ਚਲੋ ਇਹ ਤਾਂ ਸਰ ਨੇ ਤੁਹਾਨੂੰ ਹੈ ਨਾ ਪ੍ਰੇਜ਼ ਕਰਤਾ ਕਿ ਤੁਸੀਂ ਹਮੇਸ਼ਾ ਉਹਨਾਂ ਨੂੰ ਸਪੋਰਟ ਕੀਤਾ, ਪਰ ਇਦਾਂ ਤਾਂ ਦੇਖੋ ਸਾਰੇ ਕਪਲਸ, ਜਿਵੇਂ ਆਪਾਂ ਕੋਈ ਵੀ ਕਪਲ ਲਾ ਲਈਏ, ਲੜਾਈਆਂ ਤਾਂ ਹਰ ਘਰ 'ਚ ਹੁੰਦੀਆਂ ਹੀ ਹੁੰਦੀਆਂ। ਹੁਣ ਸਰ ਤਾਂ ਬੰਦਾ ਇੱਕ ਪ੍ਰੋਫੈਸ਼ਨ 'ਚ ਔਖਾ ਹੋ ਜਾਂਦਾ, ਕਹਿੰਦੇ ਕਿ ਵਿਆਹ ਤੋਂ ਬਾਅਦ ਪ੍ਰੋਫੈਸ਼ਨ ਤੇ ਫੈਮਿਲੀ ਨੂੰ ਮੈਨੇਜ ਕਰਨਾ, ਤੇ ਸਰ ਤਾਂ ਸੁੱਖ ਨਾਲ 2-2 ਪ੍ਰੋਫੈਸ਼ਨਸ ਹੈਂਡਲ ਕਰ ਰਹੇ ਸੀਗੇ ਤੇ ਫਿਰ ਫੈਮਿਲੀ ਲਾਈਫ ਵੀ ਸੀ। ਤਾਂ ਇਦਾਂ ਵੀ ਕਈ ਵਾਰ ਦੇਖਿਆ ਜਾਂਦਾ ਨਾ ਕਿ ਹੋ ਸਕਦਾ ਸਰ ਨੇ ਜਿਵੇਂ ਘਰੇ ਬੰਦਾ ਕਮਿਟਮੈਂਟ ਕਰ ਲੈਂਦਾ ਕਿ ਚਲੋ ਅੱਜ ਬੱਚਿਆਂ ਦੇ ਨਾਲ ਡਿਨਰ ਤੇ ਚੱਲਾਂਗੇ, ਕਿ ਫੈਮਿਲੀ ਫੰਕਸ਼ਨ ਕਈ ਵਾਰ ਆ ਜਾਂਦੇ ਹੁੰਦੇ ਆ, ਤੇ ਸਰ ਨੇ ਜਿਵੇਂ ਆਫਿਸ ਵੀ ਦੇਖਣਾ, ਫਿਰ ਫਿਲਮ ਲਾਈਨ ਵੀ ਦੇਖਣੀ, ਕਈ ਵਾਰ ਇਦਾਂ ਹੁੰਦਾ ਸੀਗਾ ਕਿ ਬਣਿਆ ਪਲਾਨ ਜਿਹੜਾ ਸੀਗਾ ਉਹ ਕੈਂਸਲ ਹੋ ਜਾਂਦਾ ਸੀਗਾ ਹੈ ਨਾ, ਔਰ ਉਸ ਚੀਜ਼ ਨੂੰ ਲੈ ਕੇ ਫਿਰ ਘਰ 'ਚ ਘਰੇ ਕੋਈ ਮਾੜਾ ਕਲੇਸ਼ ਜਾਂ ਮੋਟਾ ਲੜਾਈ? ਨੋਕ ਝੋਕ ਨੋਟ ਐਗਜ਼ੈਕਟਲੀ, ਔਰ ਇਸ ਤਰ੍ਹਾਂ ਨਹੀਂ ਹੈ ਕਿ ਪ੍ਰੋਗਰਾਮ ਕਦੀ ਕੈਂਸਲ ਨਹੀਂ ਹੋਏ, ਕਦੀ ਕਦੀ ਹੋ ਜਾਂਦੇ ਸੀ, ਪਰ ਸ਼ਾਇਦ ਮੈਂ ਬੇਸਿਕਲੀ ਆਈ ਮੈਂ ਫੈਮਿਲੀ ਬਰਡ, ਮੈਨੂੰ ਬਾਹਰ ਰਹਿਣਾ, ਬਾਹਰ ਬਹੁਤ ਜ਼ਿਆਦਾ ਵਿਚਰਨਾ, ਅਨਲਾਈਕ ਹਿਮ ਬਹੁਤ ਜ਼ਿਆਦਾ ਪਸੰਦ ਨਹੀਂ ਹੈਗੀ। ਮੈਂ ਘਰ ਰਹਿ ਕੇ ਬਹੁਤ ਖੁਸ਼ ਹੁੰਦੀ ਹਾਂ। ਸੋ ਜਦੋਂ ਕਦੀ ਪ੍ਰੋਗਰਾਮ ਕੈਂਸਲ ਹੋ ਜਾਂਦਾ ਸੀਗਾ ਤੇ ਮੈਨੂੰ ਬਹੁਤਾ ਫਰਕ ਨਹੀਂ ਸੀ ਪੈਂਦਾ, ਤੇ ਜਿਨ੍ਹਾਂ ਕੋਲੋਂ ਸੌਰੀ ਫੀਲ ਕਰਨੀ ਹੁੰਦੀ ਸੀ ਉਹ ਇਹੀ ਫੋਨ ਕਰਕੇ ਕਰ ਲੈਂਦੇ ਸੀ। ਜਿੱਥੇ ਵੈਸੇ ਤੁਸੀਂ ਨੈਂਸੀ ਪਹੁੰਚਣਾ ਚਾਹੁੰਦੇ ਨਾ, ਉਹਦਾ ਆਨਸਰ ਮੈਂ ਤੁਹਾਨੂੰ ਬੜਾ ਸਪਸ਼ਟ ਢੰਗ ਨਾਲ ਦਿੰਦਾ ਕਿ ਸੱਤੀ ਜੀ, ਆਪਾਂ ਕਹਿੰਦੇ ਆ ਕਿ ਕਿਸੇ ਵੀ ਰਿਸ਼ਤੇ ਦੀ ਜਿਹੜੀ ਬੁਨਿਆਦ ਹੈਗੀ ਆ ਉਹ ਟਰਸਟ ਹੁੰਦਾ। ਇਹ ਮੈਨੂੰ ਨਾ ਸੱਤੀ ਜੀ ਤੋਂ ਕੋਈ 10-12 ਸਾਲ ਪਹਿਲਾਂ ਦੂਰਦਰਸ਼ਨ ਨਿਰੰਦਰ ਦਾ ਇੱਕ ਸ਼ੋਅ ਸੀਗਾ ਡੀਡੀ ਪੰਜਾਬੀ ਤੋਂ, ਜੋੜੀਆਂ ਜਗ ਥੋੜੀਆਂ, ਉਹ ਕਪਲ ਬੇਸਡ ਇੰਟਰਵਿਊ ਹੁੰਦੇ ਸੀ, ਜਿਵੇਂ ਮੈਂ ਤੇ ਕੰਚਨ। ਪਹਿਲਾਂ ਉਹਨਾਂ ਨੇ ਸਾਡੇ ਵਾਈਸ ਚਾਂਸਲਰ ਡਾਕਟਰ ਔਲਖ ਤੇ ਮਿਸਿਸ ਔਲਖ ਨੂੰ ਬੁਲਾਇਆ, ਨੈਕਸਟ ਵੀਕ ਜਸਵਿੰਦਰ ਭੱਲਾ ਜੀ ਤੇ ਮਿੰਨੀ ਭਾਬੀ ਨੂੰ ਉਹਨਾਂ ਨੇ ਬੁਲਾਇਆ, 3rd ਵੀਕ 'ਚ ਉਹਨਾਂ ਨੇ ਮੈਨੂੰ ਤੇ ਕੰਚਨ ਨੂੰ ਬੁਲਾਇਆ, ਲਾਈਵ ਸੀਗਾ। ਹੁਣ ਲਾਈਵ ਵਿੱਚ ਤੁਹਾਨੂੰ ਪਤਾ ਆਪਾਂ ਰਿਕਾਰਡਿੰਗ ਤਾਂ ਕਿਤੇ ਰੋਕ ਲੈਂਦਾ, ਗਲਤ ਹੋ ਜਾਂਦਾ ਨਾ, ਪਰ ਲਾਈਵ ਤਾਂ ਲਾਈਵ ਹੁੰਦਾ। ਉਹ ਜਿੱਦਾਂ ਨੈਂਸੀ ਨੇ ਕੁਐਸਚਨ ਕੀਤਾ, ਇਸੇ ਤਰ੍ਹਾਂ ਹੀ ਲੜਕੀ ਨੇ ਸਾਨੂੰ ਕੁਐਸਚਨ ਕਰ ਲਿਆ ਕਿ ਤੁਸੀਂ ਹਸਬੈਂਡ ਵਾਈਫ ਹੋ, ਆਪਸ 'ਚ ਤਕਰਾਰ ਹੋ ਗਿਆ ਹੋਵੇ ਜਾਂ ਕਿਤੇ ਮਨ ਮੁਟਾਵ ਹੋਇਆ ਹੋਵੇ, ਭਾਂਡੇ ਖੜਕ ਪੈਂਦੇ ਵਗੈਰਾ ਵਗੈਰਾ। ਤੇ ਮੈਂ ਓਨੈਸਟਲੀ ਉਹਨੂੰ ਐਕਸਟੈਂਪੋਰਟ ਜਵਾਬ ਦਿੱਤਾ ਕਿ ਦੇਖੋ ਜੀ, ਵੈਸੇ ਤਾਂ ਹਰ ਰਿਸ਼ਤੇ ਦਾ, ਖਾਸ ਤੌਰ 'ਤੇ ਹਸਬੈਂਡ ਵਾਈਫ ਦੇ ਰਿਸ਼ਤੇ ਦਾ ਜਿਹੜਾ ਬੁਨਿਆਦ ਆ ਉਹ ਟਰਸਟ ਲੈਵਲ ਆ, ਤੇ ਵੀ ਆਰ ਸੋ ਬਲੈਸਡ ਕਿ ਮੈਂ ਐਗਜ਼ਾਮਪਲ ਦੇਣ ਲੱਗਾ ਦੀ ਕਿ 99 ਵਿੱਚ ਮੈਂ ਡੀਐਮ ਮਾਰਕਫੈਟ ਲੁਧਿਆਣਾ ਸੀ, ਉਦੋਂ ਜੋ ਨੈਂਸੀ ਜੀ ਆਹ ਮੋਬਾਈਲ ਫੋਨ ਆਏ,
ਹਾਂਜੀ ਮੋਬਾਈਲ ਫੋਨ ਲੈ ਲਿਆ ਮੈਂ ਤੇ 2005-6 ਵਿੱਚ ਮਾਰਕਫੈਡ ਨੇ ਕੋਈ ਪੈਕੇਜ ਬਾਏ ਕਰ ਲਿਆ 에ਅਰਟੈਲ ਦਾ, ਜਿਹਦੇ ਕਰਕੇ ਸਾਰਿਆਂ ਨੂੰ ਫੋਨ ਨੰਬਰ ਚੇਂਜ ਕਰਨੇ ਪੈਣੇ ਸੀ, ਫੋਨ ਵੀ ਚੇਂਜ ਕਰਨੇ ਪੈਣੇ ਸੀ, ਤਾਂ ਮਜਬੂਰੀ ਹੋ ਗਈ ਫੋਨ ਚੇਂਜ ਕਰਨ ਦੀ। ਤੋਂ 5-6 ਸਾਲ ਜਿਹੜਾ ਫੋਨ ਵਰਤਿਆ ਸੀਗਾ ਉਹ ਮੈਂ ਫੋਨ ਵਿਦ ਨੰਬਰ ਵਿਦਆਊਟ ਕੋਈ ਡਿਲੀਟ ਮਾਰਿਆ ਕੰਚਨ ਨੂੰ ਦਿੱਤਾ, ਕਿਉਂਕਿ ਮੇਰਾ ਕੋਈ ਮਤਲਬ ਨਾ ਕੋਈ ਗਲਤ ਫੋਨ ਆਵੇ, ਟਰਾਂਸਪੇਰੈਂਟ ਲਾਈਫ ਆ, ਨਾ ਮੈਨੂੰ ਕੋਈ ਡਰ ਸੀਗਾ ਮੇਰੇ ਫੋਨ 'ਚ ਕੋਈ ਪੰਗਾ ਜਿਹਾ ਪੈ ਜਾਊਗਾ, ਤੇ ਮੈਂ ਕੰਚਨ ਨੂੰ ਫੜਾਤਾ ਫੋਨ। ਤੇ ਉਸ ਤੋਂ ਬਾਅਦ ਹਫ਼ਤਾ ਕੁ ਬਾਅਦ ਭੱਲਾ ਸਾਹਿਬ ਮੈਨੂੰ ਸੈਕਟਰ 17 ਨੀਲਮ ਸਿੰਘ ਚੌਂਕ 'ਚ ਮਿਲ ਗਏ ਤੇ ਮੈਨੂੰ ਬਾਂਹ ਮਰੋੜ ਕੇ ਜੋ ਗਾਲਾਂ ਕੱਢੀਆਂ, ਘਸੁੰਨ ਮਾਰੇ ਮੇਰੇ, ਉਹ ਤੂੰ ਐਗਜ਼ਾਮਪਲ ਟੀਵੀ ਤੇ ਕਿਉਂ ਦਿੱਤੀ? ਮੈਂ ਕਿਹਾ ਤੁਹਾਨੂੰ ਕੀ ਪ੍ਰੋਬਲਮ ਹੋ ਗਈ? ਕਹਿੰਦਾ ਪ੍ਰੋਬਲਮ ਮੇਰੇ ਘਰ 'ਚ ਕਲੇਸ਼ ਪੈ ਗਿਆ। ਉਹ ਕਹਿੰਦੀ ਤੁਸੀਂ ਫੋਨ ਨੂੰ ਹੱਥ ਲਾਉਂਦੇ ਹੋ, ਦੇਖੋ ਸ਼ਰਮਾ ਜੀ ਆਪਣੀ ਵਾਈਫ ਨੂੰ ਫੋਨ ਦਿੱਤਾ 5 ਸਾਲ ਵਰਤ ਕੇ। ਮੈਂ ਕਿਹਾ ਮੈਂ ਸੋਚਿਆ ਨਹੀਂ ਸੀ ਇਹਦਾ ਮਤਲਬ ਇਹ ਨਿਕਲ ਸਕਦਾ। ਕੀ ਬਾਤ ਹੈ ਨਾ, ਅੰਦਰਲੀਆਂ ਗੱਲਾਂ ਵੀ ਬਾਹਰ ਆਉਂਦੀਆਂ, ਫੈਮਿਲੀ 'ਚ ਬੈਠ ਕੇ ਨਾ ਗੱਲਬਾਤ ਕਰਨ ਦਾ ਮਜ਼ਾ ਤਾਂ ਹੀ ਆਉਂਦਾ, ਕਿਉਂਕਿ ਬਹੁਤ ਸਾਰੀ ਜਿਹੜੀ ਗੱਲਾਂ ਬੰਦਾ ਬਾਹਰ ਲੁਕੋ ਲੈਂਦਾ ਹੈ ਨਾ, ਇਕੱਲੇ ਜਦੋਂ ਇੰਟਰਵਿਊ ਕਰਦਾ ਹੁੰਦਾ ਤੇ ਫੈਮਿਲੀ ਦੇ ਵਿੱਚੋਂ ਲੁਕਦੀਆਂ ਨੇ ਘਰ 'ਚ ਬੈਠੇ। ਪਲੱਸ ਪੁਆਇੰਟ ਇਹ ਹੈ ਨਾ। ਤੇ ਮੈਂ ਹੁਣ ਇੱਕ ਹੋਰ ਸਵਾਲ ਤੁਹਾਨੂੰ ਪੁੱਛਣਾ ਚਾਹੂੰਗਾ ਸ਼ਰਮਾ ਜੀ, ਜਿਵੇਂ ਤੁਸੀਂ ਹੈ ਨਾ ਐਜ਼ ਅ ਡੀਐਮ ਬਹੁਤ ਮਤਲਬ ਕਿ ਜਦੋਂ ਘੁੰਮਦੇ ਹੁੰਦੇ ਸੀਗੇ ਏਰੀਆਜ਼ ਦੇ ਵਿੱਚ ਹੈ ਨਾ, ਤੇ ਉਸ ਟਾਈਮ ਜਿਵੇਂ ਹੁਣ ਛਨਕਾਟੇ ਵੀ ਬਹੁਤ ਪੀਕ ਤੇ ਰਹਿੰਦੇ ਸੀਗੇ, ਅੱਜ ਕੱਲ੍ਹ ਤਾਂ ਚਲੋ ਸੋਸ਼ਲ ਮੀਡੀਆ ਜ਼ਮਾਨਾ, ਉਸ ਟਾਈਮ ਕੈਸਟਾਂ ਵਗੈਰਾ ਹੁੰਦੀਆਂ ਆਡੀਓ ਸੀਗੀਆਂ, ਸੀ, ਆਡੀਓ CD ਆਈ, ਫਿਰ DVD ਆਈ। ਹਾਂਜੀ, ਤੇ ਟੀਵੀ ਤੇ ਜਦੋਂ ਚੱਲਦੇ ਸੀਗੇ ਤਾਂ ਫੈਨ ਫੋਲੋਇੰਗ ਵੱਖਰੀ ਹੁੰਦੀ ਸੀ। ਤਾਂ ਐਦਾਂ ਕਦੇ ਹੁੰਦਾ ਸੀਗਾ ਕਿ ਕਿਤੇ ਰਾਊਂਡ ਤੇ ਗਏ ਹੋਏ ਜਾਂ ਮਤਲਬ ਕਿ ਬਾਹਰ ਖੜੇ ਹੋ, ਉੱਥੇ ਕਿਸੇ ਨੇ ਛੇੜਤਾ ਭਤੀਜ ਜਾਂ ਬਾਲਾ ਕਹਿ ਕੇ ਐਦਾਂ, ਕਿਉਂਕਿ ਉਸ ਨਾਂ ਨਾਲ ਤੁਹਾਨੂੰ ਜ਼ਿਆਦਾ ਜਾਣਿਆ ਜਾਂਦਾ? ਹਾਂ, ਇਦਾਂ ਦੀਆਂ ਇੰਸਟੈਂਸਸ ਹੈਗੀਆਂ ਨੇ। ਇੱਕ ਤਾਂ ਮੇਰੇ ਯਾਦ ਆ ਸਤੀ ਜੀ, ਮੈਂ DM ਜਲੰਧਰ ਸੀਗਾ ਮਾਰਕਫੈਡ 'ਚ, ਤੇ ਇੱਕ ਰੂਪੇਵਾਲ ਮੰਡੀ ਆ, ਪੈਡੀ ਦਾ ਸੀਜ਼ਨ ਸੀਗਾ, ਅੱਛਾ, ਤੇ ਝੋਨੇ ਦੀ ਕੋਈ ਉੱਥੇ ਕੁਆਲਿਟੀ ਮੀਂਹ ਪੈ ਕੇ ਮਾੜੀ ਹੋ ਗਈ। ਹੁਣ ਕਿਸਾਨ ਨੂੰ ਹੁੰਦਾ ਵੀ ਸਾਡੀ ਜਿਹੜੀ ਜੋ ਵੀ ਆ ਜਿਨਸ ਆੜਤੀ ਹੁੰਦੀ ਚੱਕੀ ਜਾਵੇ, ਇਹ ਮਾੜੀ ਚੰਗੀ, ਸਾਡਾ ਅਸੀਂ ਗਵਰਨਮੈਂਟ ਅਫਸਰ ਸਾਨੂੰ ਹੁੰਦਾ ਵੀ ਮਾਪਦੰਡ ਹੁੰਦੇ ਆ, ਇਹਦੇ ਜਿੰਨਾ ਮੋਇਸਚਰ ਆ ਵਗੈਰਾ ਵਗੈਰਾ, ਉਹ ਸਾਡੇ ਫਿੱਟ ਨਹੀਂ ਸੀ ਬੈਠਦੇ, ਅਸੀਂ ਚੱਕਦੇ ਨਹੀਂ ਪਏ ਸੀਗੇ। ਤੇ DM ਰਿਸਪੌਂਸੀਬਲ ਅਫਸਰ ਹੁੰਦਾ, ਮੈਂ ਮੰਡੀ ਚੈੱਕ ਕਰਨ ਗਿਆ, ਮੇਰਾ ਘਰਾਓ ਹੋ ਗਿਆ। ਰਾਤ ਤੱਕ ਉਹਨਾਂ ਨੇ ਕਿਸਾਨਾਂ ਨੇ ਮੈਨੂੰ ਘੇਰੀ ਰੱਖਿਆ, ਮੈਂ ਸੜਕ ਦੇ ਉੱਪਰ ਹੀ SDM ਆਏ, DC ਆਏ, ਮੈਨੂੰ ਕੱਢ ਕੇ ਲੈ ਗਏ। ਪਰ ਉੱਥੇ ਮੈਨੂੰ ਯਾਦ ਆ ਭੀੜ 'ਚੋਂ ਲੋਕਾਂ ਨੇ ਇਹ ਨੀਲੂ ਨਾਲ ਤੁਸੀਂ ਆਹ ਕਰਦੇ ਹੋ, ਇਹ ਕਰਦੇ, ਮੈਂ ਥੋੜ੍ਹਾ ਐਮਬੈਰਸ ਫੀਲ ਕੀਤਾ ਵੀ, ਪਰ ਮੈਨੂੰ ਇਹ ਲੱਗਾ ਕਿ ਯੈਸ ਲੋਕੀ ਨੂੰ ਪਬਲਿਕਲੀ ਪਛਾਣਦੇ ਆ, ਪਰ ਮੈਂ ਇੱਥੇ ਐਜ਼ DM ਰਿਸਪੌਂਸਿਬਿਲਿਟੀ ਨਿਭਾਉਣਾ ਆ। ਦੂਜੀ ਐਗਜ਼ਾਮਪਲ ਮੈਨੂੰ ਫਲੋਰ ਦੇ ਕੋਲ ਇੱਕ ਨਾ ਲਸਾੜਾ ਸੁਸਾਇਟੀ ਆ, ਇਹ ਪਿੰਡ ਬੜਾ ਮਸ਼ਹੂਰ ਆ, ਉਹ ਜਿਹੜੇ ਅਜੀਤ ਅਖਬਾਰ ਦੇ ਸੰਪਾਦਕ ਹੈਗੇ ਆ ਆਪਣਾ ਸੰਤਨਾਮ ਮਾਨਕ, ਉਹਨਾਂ ਦਾ ਪਿੰਡ ਆ। ਉੱਥੇ ਉਹਨਾਂ ਨੇ ਨਾ ਸੁਸਾਇਟੀ ਨੇ ਕੋਈ ਫੰਕਸ਼ਨ ਕੀਤਾ, ਮੈਨੂੰ ਬਤੌਰ ਮੁੱਖ ਮਹਿਮਾਨ ਨੈਂਸੀ ਉਹਨਾਂ ਬੁਲਾ ਲਿਆ ਜੀ। ਹੁਣ ਮੈਂ DM ਤੌਰ ਤੇ ਸਟੇਜ ਤੇ ਬੈਠਾ ਵਾਂ, ਤੇ ਨੈਚੁਰਲੀ ਤੁਸੀਂ ਉਹ ਐਜ਼ ਭੂਮਿਕਾ ਅਫਸਰ ਗਏ ਨਾ, ਹਾਂਜੀ, ਤਾਂ ਉਹ ਪਿੰਡ ਦੀਆਂ ਕੁਝ ਯੰਗ ਬੱਚੀਆਂ ਗ੍ਰੈਜੂਏਸ਼ਨ ਕਰਦੀਆਂ ਸੀਗੀਆਂ, ਉਹ ਲੰਚ ਟਾਈਮ ਮੈਨੂੰ ਪੁੱਛਣ ਲੱਗੀਆਂ ਵੀ ਸ਼ਰਮਾ ਸਾਹਿਬ ਤੁਸੀਂ ਨਾਲੇ ਤਾਂ DM ਨਾਲੇ ਭੱਲਾ ਜਿਹੜਾ ਕਮੇਡੀ ਕਰਦੇ ਆ, ਤੇ ਤੁਸੀਂ ਕਿੱਦਾਂ ਇਹ ਆਪਸ ਕਿਵੇਂ ਜਸਟੀਫਾਈ ਕਰਦੇ ਆ? ਤੇ ਮੈਂ ਸੱਚੀ ਜੀ ਓਨੈਸਟ ਜਵਾਬ ਇਹ ਦਿੱਤਾ, ਮੈਂ ਕਿਹਾ ਵੈਸੇ ਤਾਂ ਹਰ ਇਨਸਾਨ ਜਿਹੜਾ ਉਹ ਜ਼ਿੰਦਗੀ 'ਚ ਇੱਕੋ ਵੇਲੇ ਕਿੰਨੇ ਰੋਲ ਨਿਭਾਉਂਦਾ। ਕਹਿੰਦੇ ਕਿੱਦਾਂ? ਮੈਂ ਕਿਹਾ ਦੇਖੋ ਮੈਂ ਆਪਣੀ ਮਾਂ ਕੋ ਜਾਣਾ ਤਾਂ ਮੈਂ ਮਾਂ ਦਾ ਪੁੱਤ ਆ, ਮੈਂ ਭੈਣ ਕੋ ਜਾਣਾ ਰੱਖੜੀ ਬਣਾਉਣਾ ਭਰਾ ਵਾਂ, ਮੈਂ ਆਪਦੀ ਵਾਈਫ ਕੋ ਜਾਣਾ ਮੈਂ ਤਾਂ ਹਸਬੈਂਡ ਆ, ਬੰਦਾ ਉਹੀ ਨਾ। ਬਿਲ ਮੈਂ ਜੇ ਕੁਰਸੀ ਤੇ ਬੈਠਾ ਮੈਂ DM ਆ, ਜੇ ਮੈਂ ਸਟੇਜ ਤੇ ਬੈਠਾ ਮੈਂ ਕਲਾਕਾਰ। ਕੀ ਬਾਤ, ਬਹੁਤ ਖੂਬਸੂਰਤ ਗੱਲ। ਤੇ ਮੈਮ ਮੈਂ ਤੁਹਾਨੂੰ ਇੱਥੇ ਇਹ ਚੀਜ਼ ਪੁੱਛਣਾ ਚਾਹੂੰਗੀ ਕਿ ਜਿੰਨਾ ਆਪਾਂ ਹੁਣ ਤੁਹਾਨੂੰ ਦੇਖ ਰਹੇ ਹਾਂ ਹੈ ਨਾ, ਇੱਥੋਂ ਦੇਖ ਕੇ ਪਤਾ ਚੱਲਦਾ ਹੈ ਕਿ ਤੁਸੀਂ ਇੱਕ ਦੂਸਰੇ ਨੂੰ ਬਹੁਤ ਹੀ ਜ਼ਿਆਦਾ ਮਤਲਬ ਤੁਹਾਡੀ ਬੌਂਡਿੰਗ ਬਹੁਤ ਸਟਰੋਂਗ ਹੈ, ਅੰਡਰਸਟੈਂਡਿੰਗ ਬਹੁਤ ਹੈ ਨਾ। ਫਿਰ ਮੈਨੂੰ ਇੱਕ ਗੱਲ ਦੱਸੋ ਕਿ ਅੱਜ ਚਲੋ ਕੈਮਰੇ ਦੇ ਅੱਗੇ ਆ ਵੀ ਰਿਵੀਲ ਹੋ ਜਾਏ, ਇੱਕ ਅੱਛੀ ਚੀਜ਼ ਸਰ ਬਾਰੇ ਔਰ ਇੱਕ ਬੁਰੀ ਚੀਜ਼ ਜਿਹੜੀ ਤੁਹਾਨੂੰ ਲੱਗਦੀ ਜਿੰਦੇ ਕਿ ਤੁਸੀਂ ਇਰੀਟੇਟ ਹੋ ਜਾਂਦੇ ਹੋ, ਅੱਜ ਕਰ ਦੋ ਰਿਵੀਲ ਕੈਮਰੇ ਦੇ ਅੱਗੇ। ਅੱਜ ਖੋਲ ਦੋ ਸਰ ਦੀ ਪੋਲ ਖੋਲ। ਦੇਖੋ ਅੱਛੀ ਚੀਜ਼ ਤਾਂ ਮੈਨੂੰ ਇਹ ਲੱਗਦੀ ਆ ਕਿ ਜਦੋਂ ਵੀ ਮੇਰੇ ਕੋਲ ਬੈਠਦੇ ਆ ਜਾਂ ਜਦੋਂ ਵੀ ਅਸੀਂ ਕਦੀ ਇਕੱਠੇ ਹੁੰਨੇ ਆ, ਇਹਨਾਂ ਨੂੰ ਕਦੀ ਉਦਾਸੀ ਨਹੀਂ ਆਈ। ਇਹ ਮੈਂ ਪਹਿਲਾਂ ਪੁਆਇੰਟ ਸੁਣਿਆ। ਔਰ ਬੁਰੀ ਚੀਜ਼ ਮੈਨੂੰ ਪਊਗੀ ਤਾਂ ਬਾਅਦ ਚ ਡਾਂਟ, ਪਰ ਜੋ ਬਾਅਦ ਚ ਹੋਊਗਾ ਦੇਖੀ ਜਾਊਗਾ। ਬੁਰੀ ਚੀਜ਼ ਇਹ ਹੈ ਜੀ ਤਾਂ ਮੈਂ ਬਹੁਤ ਇਰੀਟੇਟ ਹੁੰਨੀ ਆ that he farts a lot। ਡਾਈਜੈਸ਼ਨ ਲਿੰਕ ਗੱਲ ਕਰ ਗਏ। ਚਲੋ ਕੋਈ ਨਹੀਂ, ਵਾਈਫ ਦੇ ਕੋਲ ਇੰਨੀ ਚੀਜ਼ ਤੇ ਕੋਈ ਜਾਇਜ਼ ਹੈ, ਇੰਨੇ ਸਾਲ ਕੱਟੇ। ਬਿਲਕੁਲ, ਤੇ ਹੁਣ ਸੇਮ ਚੀਜ਼ ਤੁਸੀਂ ਵੀ ਕਰਦੇ ਹੋ, ਕਿਉਂਕਿ ਉਹ ਹੋ ਜਾਏਗਾ ਨਾ ਪੂਰਾ ਬੈਲੈਂਸ ਹੋ ਜਾਏਗਾ। ਇੱਕ ਚੰਗੀ ਚੀਜ਼ ਤੇ ਇੱਕ ਮਾੜੀ ਚੀਜ਼ ਤੁਸੀਂ ਵੀ ਕਰਦੇ ਰਹੋਗੇ। ਇੱਥੇ ਜੱਸੀ ਜੀ ਤੁਸੀਂ ਕੱਟ ਲਾ ਦਈਓ। ਆਪਾਂ ਇੱਕ ਫੈਮਿਲੀ ਵੀ ਆ, ਤੇ ਸਾਨੂੰ ਤਾਂ ਇਸ ਗੱਲ ਦੀ ਸੱਚੀ ਖੁਸ਼ੀ ਆ ਕਿ ਤੁਹਾਡੇ ਪਾਪਾ ਨਾਲ ਸਾਡਾ ਭੱਲਾ ਜੀ ਤੇ ਮੇਰਾ ਸੰਬੰਧ ਮੇਰਾ ਖਿਆਲ ਆ 3 ਦਹਾਕੇ ਪੁਰਾਣਾ, ਕਿਉਂਕਿ ਜੱਸੀ ਜੀ ਬੜੇ ਰਿਸਪੈਕਟਡ ਇਸ ਇੰਡਸਟਰੀ 'ਚ ਹੈਗੇ ਆ,
ਤੇ ਅਸੀਂ ਨਾ ਜਦੋਂ ਸ਼ੂਟਿੰਗ ਮੇਰੇ ਖਿਆਲ ਜੱਸੀ ਜੀ ਨਾਲ 98 99 ਦੀ ਗੱਲ ਹੋਣੀ ਆ, ਸ਼ਮਸ਼ੇਰ ਸੰਧੂ ਜੀ ਨਾ ਫੁਲਕਾਰੀ ਨਾਂ ਦਾ ਇੱਕ ਸ਼ੋਅ ਕਰਦੇ ਸੀ ਤਿਆਰ ਨਵੇਂ ਸਾਲ ਦਾ, ਤੇ ਜੱਸੀ ਜੀ ਉਹਦੇ ਡਾਇਰੈਕਟਰ ਪ੍ਰੋਡਿਊਸਰ ਸੀਗੇ। ਤੇ ਅਸੀਂ ਉਸ ਸ਼ੋਅ ਦੇ ਵਿੱਚ ਨਾ ਜਦੋਂ ਰਿਕਾਰਡਿੰਗ ਮੈਂ ਤੇ ਭੱਲਾ ਜੀ ਤੇ ਨੀਲੂ ਜੀ ਕਰਾ ਰਹੇ ਸੀਗੇ, ਬਿੰਦ ਰਖੀ ਸਾਹਿਬ ਦਾ ਗੀਤ ਜਿਹੜਾ ਦੁਨੀਆ ਦਾ ਆਪਾਂ ਪੰਜਾਬੀ ਐਂਥਮ ਕਹਿੰਦੇ ਆ, ਤੂੰ ਨਹੀਂ ਬੋਲਦੀ ਰਕਾਨੇ, ਉਹ ਜੱਸੀ ਜੀ ਨੇ ਡਾਇਰੈਕਟ ਕੀਤਾ ਤੇ ਮੈਂ ਤੇ ਭੱਲਾ ਜੀ ਨੇ ਐਂਕਰ ਕੀਤਾ ਉਸ ਗੀਤ ਨੂੰ। ਤੇ ਅਸੀਂ ਮਤਲਬ ਉਸ ਗੀਤ ਨੂੰ ਐਂਕਰ ਜਦੋਂ ਰਿਕਾਰਡਿੰਗ ਕਰਾ ਰਹੇ ਸੀ, ਰਾਤ ਦੇ 2 3 4 ਵੱਜ ਗਏ ਤੇ ਦਸੰਬਰ ਦਾ ਮਹੀਨਾ 25 ਦਸੰਬਰ ਸੀ ਮੇਰਾ ਖਿਆਲ, 31 ਨੂੰ ਰਿਲੀਜ਼ ਕਰਨਾ ਸੀ ਜੀ। ਤੇ ਅੱਧੀ ਰਾਤ ਨੂੰ ਤੇ ਆਪਾਂ ਨੂੰ ਜੈਂਟਸ ਨੂੰ ਤਾਂ ਹੁੰਦਾ ਵੀ ਕੋਟ ਕੂਟ ਟਾਈ ਟੂਈ ਪਾ ਲੈਂਦੇ ਆ, ਤੇ ਲੇਡੀਜ਼ ਨੂੰ ਥੋੜਾ ਜਿਹਾ ਹੁੰਦਾ ਵੀ ਉਹ ਕੱਪੜੇ ਸਰਦੀਆਂ ਨੂੰ ਵੀ। ਨੀਲੂ ਸਾਡੇ ਨਾਲ ਕੋਹੋਸਟ ਸੀਗੀ, ਤੇ ਨੀਲੂ ਨੇ ਜਦ ਸਤੀ ਜੀ ਲਹਿੰਗਾ ਪਾਇਆ ਸੀ ਵਿਚਾਰੀ ਨੇ, ਇੱਕ ਤਾਂ ਸਲੀਵਲੈਸ ਸੀ ਸ਼ਾਇਦ, ਤੇ ਉਹ ਠੰਡ ਵੀ ਮੰਨੇ ਤੇ ਉਹਨੇ 2 3 ਵਜੇ ਤੇਰੀ ਐਗਜ਼ੌਸਟ ਹੋ ਗਈ, ਕਹਿੰਦੀ ਪੈਕਅਪ ਕਰੋ ਵੀ ਮੈਂ ਤਾਂ ਬਹੁਤ ਥੱਕ ਗਈ ਹਾਂ। ਤੇ ਭੱਲਾ ਜੀ ਨੂੰ ਗੁੱਸਾ ਆ ਗਿਆ, ਰਿਕਾਰਡਿੰਗ ਕੰਪਲੀਟ, ਜੱਸੀ ਵੀ ਸਾਨੂੰ ਗੁੱਸੇ ਹੋਣ ਵੀ ਆਪਾਂ ਹੁਣ ਖਤਮ ਕਰਕੇ ਅੱਜ ਜਾਣਾ ਵਾ ਸ਼ੋਅ ਇਹ ਹੋਸਟਿੰਗ ਦੀ ਤੁਹਾਡੀ ਐਂਕਰਿੰਗ। ਤੇ ਉਹ ਸਾਨੂੰ ਪਤਾ ਨਹੀਂ ਸੀ ਵੀ ਜਿਹੜਾ ਮਾਈਕ ਲੱਗੇ ਲੈਪਲ ਜੇ ਇਹਦੀ ਰੇਂਜ ਤਾਂ ਹੁਣ ਅਸੀਂ ਆਫ ਨਹੀਂ ਕੀਤੇ ਸੀਗੇ। ਤੇ ਜਦੋਂ ਨੀਲੂ ਜੀ ਡਰੈਸ ਚੇਂਜ ਕਰਨ ਗਏ ਤੇ ਉਹ ਜਿੱਥੇ ਯੂਨਿਟ ਸੀਗਾ, ਤੇ ਮੈਂ ਤੇ ਭੱਲਾ ਜੀ 50 ਮੀਟਰ ਦੂਰ ਸੀਗੇ, ਤੇ ਭੱਲਾ ਜੀ ਨੇ ਗੱਲ ਤਾਂ ਵਿਸਪਰ ਚ ਕੀਤੀ, ਕਹਿੰਦੇ ਵੱਡੀ ਮਾਧੁਰੀ ਦੀਕਸ਼ਿਤ ਬਣੀ ਫਿਰਦੀ ਆ। ਉਹ ਨੀਲੂ ਨੂੰ ਸੁਣ ਪਈ ਗੱਲ, ਉਹ ਮਾਈਕ ਲੱਗੇ ਸੀ ਸੁਣ ਪਈ, ਤੇ ਉਹ ਤਾਂ ਬਿਲਕੁਲ ਗੁੱਸੇ ਹੋ ਗਈ ਵੀ ਸਾਨੂੰ ਪਤਾ ਵੀ ਜੱਸੀ ਜੀ ਨੇ ਸ਼ਮਸ਼ੇਰ ਸੰਧੂ ਜੀ ਨੇ ਮੈਂ ਕਿੱਧਰ ਰਲ ਕੇ ਬਣਾਇਆ ਵੀ ਨੀਲੂ ਜੀ ਸ਼ੂਟਿੰਗ ਖਤਮ ਕਰਨੀ ਆ। ਸੋ ਕਈ ਵਾਰੀ ਇਹ ਪੰਗੇ ਹੋ ਜਾਂਦੇ ਆ, ਪਰ ਮੈਂ ਬੜਾ ਸਮਾਰਟਲੀ ਗੋਲ ਕਰ ਗਿਆ ਨਾ ਜੀ। ਵਾਈਫ ਦਾ। ਮੈਂ ਕਹਿਣ ਲੱਗਿਆ ਸੀ ਅਸੀਂ ਆ ਰਹੇ ਸੀ ਵਾਪਸ ਉੱਥੇ ਹੀ ਕਿ ਅਸਰ ਭੱਜਣ ਨਹੀਂ ਦੇਣਾ। ਮੈਂ ਕਿਹਾ ਪਾਪਾ ਦਾ ਜ਼ਿਕਰ ਹੋ ਰਿਹਾ ਤਾਂ ਰੋਕਣਾ ਨਹੀਂ ਹੈਗਾ। ਦੂਜੀ ਗੱਲ, ਪਰ ਆਪਾਂ ਜਿਹੜਾ ਕੁਐਸਚਨ ਪੁੱਛਿਆ ਸੀ ਉਹ ਛੱਡਣਾ ਨਹੀਂ ਹੈਗਾ। ਦੇਖੋ ਹਰ ਇੱਕ ਬੰਦੇ 'ਚ ਪੋਜ਼ਿਟਿਵ ਨੈਗੇਟਿਵ ਤਾਂ ਹੁੰਦੀ ਹੈ ਜੀ ਬਿਲਕੁਲ, ਪਰ ਕੰਚਨ ਦੀ ਪੋਜ਼ਿਟਿਵ ਇਹ ਆ ਕਿ ਸ਼ੀ ਇਜ਼ ਰੀਲੀ ਮਾਈ ਸਟਰੈਂਥ। ਮੇਰੀ ਮਤਲਬ ਇਹ ਕਹਿ ਲਓ ਕਿ ਜਿੱਦਾਂ ਆਪਾਂ ਸੱਤੀ 'ਚ ਕਹਿੰਦੇ ਨਾ ਵੀ ਕੋਈ ਵੀ ਚੀਜ਼ ਜਿਹੜੀ ਹੈ, ਮੈਂ ਓਵਰ ਆਪਟੀਮਿਸਟਿਕ ਲਾਈਫ 'ਚ, ਤੇ ਮੈਂ ਆਸ਼ਾਵਾਦੀ ਬਹੁਤ ਆ, ਪੋਜ਼ਿਟਿਵਿਟੀ ਨਾਲ ਭਰਿਆ ਪਿਆ ਵਾ, ਪਰ ਜ਼ਿੰਦਗੀ 'ਚ ਕਈ ਵਾਰੀ ਖਤਾ ਵੀ ਖਾ ਜਾਂਦੇ ਆ। ਤੇ ਉਹਨੂੰ ਬੈਲੈਂਸ ਕਰਨ ਵਿੱਚ ਬਿਫੋਰ ਮੈਰਿਜ ਭੱਲਾ ਸਾਹਿਬ ਦਾ ਤੇ ਆਫਟਰ ਮੈਰਿਜ ਕੰਚਨ ਦਾ ਬਹੁਤ ਵੱਡਾ ਰੋਲ ਆ, ਕਿਉਂਕਿ ਬੈਲੈਂਸ ਮੈਨੂੰ ਕਰ ਦਿੰਦੇ ਆ ਤੇ ਬੀਐਮ ਥੋੜਾ ਜਿਹਾ ਆਪਾਂ ਨੂੰ ਗੱਲ ਨੂੰ ਹੋਰ ਵਿਚਾਰ ਲਈਏ, ਹੋਰ ਹਿਸਾਬ ਲਾ ਲਈਏ, ਹੋਰ ਮੀਟਰ ਲਾ ਲਈਏ। ਉਹ ਮੈਨੂੰ ਇੱਕ ਪੱਖ ਜਿਹੜਾ ਇਹਨਾਂ ਦੇ ਸਟਰੈਂਥ ਬਣ ਕੇ ਲਾਈਫ ਮੇਰੇ ਵਿਚਰਿਆ। ਆਈ ਐਕਟ ਐਜ਼ ਹਿਸ ਬ੍ਰੇਕਸ। ਯਾ ਸ਼ੀ ਇਜ਼ ਮਾਈ ਰੈਗੂਲੇਟਰ, ਸ਼ੀ ਇਜ਼ ਮਾਈ ਬ੍ਰੇਕਸ। ਮੈਂ ਬਹੁਤ ਤੇਜ਼ ਚੱਲਦਾ, ਤੱਤਾ ਚੱਲਦਾ, ਕਾਲਾ ਚੱਲਦਾ। ਤੇ ਨੈਗੇਟਿਵ ਤਾਂ ਮੈਨੂੰ ਵੈਸੇ ਇਹ ਨਹੀਂ, ਮੈਂ ਕੋਈ ਕੈਮਰੇ 'ਤੇ ਝੂਠ ਬੋਲ ਰਿਹਾ, ਨੈਗੇਟਿਵ ਮੈਂ ਤਾਂ ਇਹ ਵਿਸ਼ ਕਰਦਾ ਕਿ ਜੇ ਪ੍ਰਮਾਤਮਾ ਅਗਲੇ ਜਨਮ ਵਿੱਚ ਜੀਵਨ ਸਾਥਣ ਦੇਵੇ ਤਾਂ ਮੈਨੂੰ ਕੰਚਨ ਮਿਲੇ। ਟੱਚਵੁੱਡ, ਬਹੁਤ ਅੱਛੀ ਗੱਲ। ਮੈਨੂੰ ਮਤਲਬ ਦਿਲੋਂ ਮੈਂ ਕਹਿੰਦਾ, ਪਰ ਮੈਂ ਇਹ ਕਹਿੰਦਾ ਵੀ ਨੈਗੇਟਿਵ ਤਾਂ ਇਹਨਾਂ ਦੀ ਮੈਂ ਕਿਉਂਕਿ ਮੈਨੂੰ ਸੋਚ ਕੇ ਵੀ ਨਹੀਂ ਸਮਝ ਆ ਰਹੀ ਮੈਂ ਕੀ ਕਹਾਂ ਇਹਨਾਂ ਨੈਗੇਟਿਵ ਬਾਰੇ, ਬਟ ਇੰਨਾ ਕਹਿ ਸਕਦਾ ਕਿ ਕੰਜ਼ਰਵੇਟਿਵ ਕਹਿ ਲਓ, ਪੋਜੈਸਿਵ ਕਹਿ ਲਓ, ਜਾਂ ਜਦੋਂ ਮੈਨੂੰ ਕਿਤੇ ਬਹੁਤ ਜ਼ਿਆਦਾ ਅਗਰੈਸਿਵ ਟੋਕਦੇ ਆ ਉਦੋਂ ਮੈਨੂੰ ਥੋੜਾ ਗੁੱਸਾ ਆਉਂਦਾ। ਕਦੇ ਅਗਰੈਸ਼ਨ 'ਚ ਮੇਰੀ ਮੇਰੇ ਕੋਲ ਆਉਂਦੇ, ਮੈਨੂੰ ਲੱਗਦਾ ਵੀ ਇਹ ਮਤਲਬ ਮੈਨੂੰ ਇੱਦਾਂ ਕਿਉਂ ਟੋਕਦੇ ਆ, ਮੈਨੂੰ ਜ਼ਿਆਦਾ ਅਗਰੈਸ਼ਨ ਦੀ ਲੋੜ ਆ। ਪਰ ਅਦਰਵਾਈਜ਼ ਮੈਂ ਨਹੀਂ ਸਮਝਦਾ ਵੀ ਕੰਚਨ ਇਸ ਚੀਜ਼ ਪਰਫੈਕਟ ਐਜ਼ ਏ ਵਾਈਫ, ਐਜ਼ ਏ ਮਦਰ ਐਂਡ ਐਜ਼ ਏ ਪਾਰਟਨਰ। ਪਰ ਉਸ ਰੋਕ ਟੋਕ 'ਚ ਵੀ ਕਿਤੇ ਨਾ ਕਿਤੇ ਉਹ ਪਰਵਾਹ, ਉਹ ਕੇਅਰ ਝਲਕਦੀ ਹੈ। ਉਹ ਤਾਂ ਹੀ ਰੋਕਦੇ, ਕਿਉਂਕਿ ਬੰਦਾ ਰੋਕ ਟੋਕ ਵੀ ਉੱਥੇ ਹੀ ਕਰਦਾ ਜਿੱਥੇ ਬੰਦਾ ਪਰਵਾਹ ਕਰਦਾ, ਕੇਅਰ ਕਰਦਾ। ਤੇ ਮੈਮ ਹੁਣੀ ਜਿਵੇਂ ਗੱਲ ਆਈ ਕਿ ਜਸਵਿੰਦਰ ਜੀ ਦੀ, ਭੱਲਾ ਜੀ ਦੀ, ਹੈ ਨਾ, ਕਿ ਉਹਨਾਂ ਨੇ ਕਹਿ ਲਓ ਕਿ ਇੱਕ ਤਰ੍ਹਾਂ ਦੇ ਵਿਚੋਲੇ ਦਾ ਕਿਰਦਾਰ ਨਿਭਾਇਆ ਹੈ ਨਾ ਤੁਹਾਨੂੰ ਦੋਨਾਂ ਨੂੰ ਮਿਲਾਉਣ ਲਈ। ਤੇ ਜਿਵੇਂ ਇਹਨਾਂ ਦੀ ਜੋੜੀ ਦੀ ਗੱਲ ਆਉਂਦੀ ਹੈ ਕਿ ਸ਼ਰਮਾ ਜੀ ਔਰ ਭੱਲਾ ਜੀ ਦੀ ਜੋੜੀ ਜਿਹੜੀ ਹੈ ਕਿ ਉਹ ਮੰਨੀ ਜਾਂਦੀ ਹੈ, ਇੱਕ ਦੋਸਤੀ ਦੀ ਮਿਸਾਲ ਦਿੱਤੀ ਜਾਂਦੀ ਹੈ ਇਹਨਾਂ ਦੀ ਜੋੜੀ ਨੂੰ ਲੈ ਕੇ। ਤੇ ਇਹ ਜੋੜੀ ਨੂੰ ਤੁਸੀਂ ਆਫਟਰ ਮੈਰਿਜ ਐਕਸੈਪਟ ਕੀਤਾ ਕਿ ਪਹਿਲਾਂ ਐਕਸੈਪਟ ਕਰ ਲਿਆ ਸੀ? ਯੂਨੀਵਰਸਿਟੀ ਡੇਜ਼ ਤੋਂ ਨੈਂਸੀ ਇਹਨਾਂ ਦੇ ਸਟੇਜ ਤੇ ਇਹਨਾਂ ਦੀ ਕਾਮੇਡੀ ਦੋਨਾਂ ਦੀ ਇਕੱਠਿਆਂ ਦੀ ਤਾਂ ਅਕਸਰ ਦੇਖਦੇ ਸੀਗੇ, ਬਟ ਜਦੋਂ ਸਾਡੀ ਮੈਰਿਜ ਹੋਈ ਆ ਉਦੋਂ ਮੇਰਾ ਪਿੰਡ ਮੇਰਾ ਖੇਤ ਪ੍ਰੋਗਰਾਮ ਆਉਂਦਾ ਸੀ ਦੂਰਦਰਸ਼ਨ ਤੋਂ, ਉਹਦੇ 'ਚ ਇਹ ਦੋਨੋਂ ਭੰਡਾਂ ਦੀਆਂ ਨਕਲਾਂ ਕਰਦੇ ਸੀ। ਤਾਂ ਜੇ ਝੂਠ ਨਾ ਬੋਲਾਂ ਤੇ ਸੱਚੀ ਦੱਸਾਂ ਮੈਨੂੰ ਜਰਾ ਚੰਗੇ ਨਹੀਂ ਸੀ ਲੱਗਦੇ। ਮੈਨੂੰ ਲੱਗਦਾ ਸੀ ਠੀਕ ਹੈ ਮੁੰਡਾ ਡਿਸਟ੍ਰਿਕਟ ਮੈਨੇਜਰ ਲੱਗਿਆ ਹੋਇਆ, ਠੀਕ ਹੈ, ਪਰ ਆ ਕੀ। ਬਟ ਫਿਰ ਜਦੋਂ ਮੈਰਿਜ ਹੋ ਗਈ, ਮੇਰੀ ਲਾਈਫ ਦਾ ਇਹ ਪਾਰਟ ਬਣ ਗਏ, ਤੇ ਜਸਵਿੰਦਰ ਹੋਰੀ ਕਿਉਂਕਿ ਸਾਡੇ ਇੱਕ ਪਰਿਵਾਰ ਦਾ ਹੀ ਹਿੱਸਾ ਸੀਗੇ, ਤੇ ਫਿਰ ਮੈਂ ਇਹਨਾਂ ਦੀਆਂ ਕਾਮੇਡੀ, ਇਹਨਾਂ ਦੀਆਂ ਗੱਲਾਂ ਔਰ ਇਹਨਾਂ ਦੀਆਂ ਨੇਚਰਸ ਨੂੰ, ਦੋਨਾਂ ਨੂੰ, ਇਹਨਾਂ ਨੂੰ ਇੰਟਰੈਕਟ ਕਰਦੇ ਆ। ਇਹਨਾਂ ਨੇ ਗੱਲਾਂ ਕਰੀ ਜਾਣੀਆਂ, ਮੈਂ ਚੁੱਪ ਕਰਕੇ ਸੁਣੀ ਜਾਣੀਆਂ, ਕਿਉਂਕਿ ਇਹਨਾਂ ਨੂੰ ਤਾਂ ਸੁਣਨ ਵਾਲੇ ਸਰੋਤਾ ਚਾਹੀਦੇ ਹੁੰਦੇ ਆ, ਤੇ ਮੈਨੂੰ ਮਾਈਕ ਤੋਂ ਬਹੁਤ ਦੂਰ ਰਹਿੰਦੀ ਸੀਗੀ। ਮੈਂ ਕੋਲ ਬੈਠੀ ਨਾ ਸੁਣੀ ਜਾਇਆ ਕਰਨਾ, ਪਰ ਮੈਨੂੰ ਫਿਰ ਥੋੜ੍ਹੇ ਜਿਹੇ ਤਜਰਬੇ ਤੋਂ ਬਾਅਦ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਦੋਨੋਂ ਰੂਹਾਂ ਜਿਹੜੀਆਂ ਨਾ
ਖੁਸ਼ ਰਹਿਣ ਵਾਲੀਆਂ ਰੂਹਾਂ ਹੈ ਔਰ ਬਹੁਤ ਹੀ ਖੁਸ਼ ਰਹਿਣ ਵਾਲੇ ਜਿੰਨੇ ਵੀ ਖੁਸ਼ ਮਿਜ਼ਾਜ ਲੋਕ ਹੁੰਦੇ ਆ ਨਾ, ਉਹ ਆਪ ਵੀ ਖੁਸ਼ ਰਹਿੰਦੇ ਆ, ਆਪਣੇ ਆਲੇ ਦੁਆਲੇ ਨੂੰ ਵੀ ਖੁਸ਼ ਰੱਖਦੇ ਆ ਔਰ ਸਾਦਗੀ ਦੇ ਨਾਲ ਲਵੇਜ਼ ਹੁੰਦੇ ਆ। ਮਤਲਬ ਬਸ ਔਰ ਮੈਨੂੰ ਫਿਰ ਬਹੁਤ ਚੰਗੇ ਲੱਗਣ ਲੱਗ ਗਏ। ਫਿਰ ਮੈਨੂੰ ਲੱਗਣ ਲੱਗ ਗਿਆ ਕਿ ਇਹਨਾਂ ਦੀ ਕਾਮੇਡੀ ਜਿਹੜੀ ਹੈ ਉਹਦੇ ਵਾਸਤੇ ਵੀ ਇੱਕ ਬਹੁਤ ਅੱਛਾ ਇੰਟੈਲੈਕਟ ਚਾਹੀਦਾ ਹੈ। ਹਰ ਇਹਨਾਂ ਦੇ ਜੋਕ ਦੇ ਵਿੱਚ ਕੋਈ ਮੈਸੇਜ ਆ, ਹਰ ਇਹਨਾਂ ਦਾ ਜੋਕ ਸਾਨੂੰ ਸੁਚੇਤ ਕਰਦਾ ਹੈ ਕਿ ਸਾਡੇ ਸਮਾਜ ਦੇ ਵਿੱਚ ਕੀ ਗਲਤ ਹੋ ਰਿਹਾ ਆ। ਹਰ ਇਹਨਾਂ ਦਾ ਜੋਕ ਸਾਨੂੰ ਸੁਚੇਤ ਕਰਦਾ ਆ ਕਿ ਅਸੀਂ ਆਲੇ ਦੁਆਲੇ ਗਲਤ ਜੋ ਕੁਝ ਹੋ ਰਿਹਾ ਸਮਾਜ ਦੇ ਵਿੱਚ ਉਹਦੇ ਖਿਲਾਫ ਆਵਾਜ਼ ਵੀ ਉਠਾਉਣੀ ਹੈ। ਸੋ ਆਈ ਰੀਲੀ ਫੈਲਟ ਕਿ ਕਾਮੇਡੀ ਜਿਹੜੀ ਹੈ ਇਟ ਇਜ਼ ਫੁੱਲ ਆਫ ਇੰਟੈਲੈਕਟ, ਸਾਨੂੰ ਹਸਾਉਂਦੀ ਵੀ ਹੈ ਔਰ ਸਾਨੂੰ ਨਾਲ ਦੀ ਨਾਲ ਸਿਆਣਪ ਵੀ ਦਿੰਦੀ ਹੈ ਤੇ ਨਾਲ ਦੀ ਨਾਲ ਵਾਈਜ਼ ਵੀ ਕਰਦੀ ਹੈ। ਤੇ ਜੋੜੀ ਤਾਂ ਸੋ ਫਿਰ ਇਹਨਾਂ ਦੀ ਅਸੈਪਟ ਹੋ ਹੀ ਗਈ, ਪਰ ਇਹਨਾਂ ਦੀ ਕਿਉਂਕਿ ਮੈਨੂੰ ਲੱਗਦਾ ਇੰਨੀ ਸਾਡੀ ਦੋਨਾਂ ਦੀ ਐਸੋਸੀਏਸ਼ਨ ਦੀ ਲਾਈਫ ਨਹੀਂ ਹੈਗੀ ਜਿੰਨੀ ਜਸਵਿੰਦਰ ਹੋਰਾਂ ਦੀ ਤੇ ਇਹਨਾਂ ਦੀ ਹੈ। 10 ਸਾਲ ਜ਼ਿਆਦਾ ਹੀ, ਕਿਉਂਕਿ 12 ਸਾਲ। ਮੇਰੀ ਜ਼ਿੰਦਗੀ ਮੇਰੇ ਇਹਨਾਂ ਦੀ ਲਾਈਫ ਚ ਆਉਣ ਤੋਂ ਪਹਿਲਾਂ ਜਸਵਿੰਦਰ ਆ ਗਏ ਸੀਗੇ। ਸੋ ਇਹਨਾਂ ਦੀ ਐਸੋਸੀਏਸ਼ਨ ਲੰਬੀ ਹੈਗੀ ਆ ਔਰ ਪਰਮਾਤਮਾ ਕਰੇ, ਮੈਂ ਸੋਚਦੀ ਹਾਂ ਕਿ ਇਸੇ ਤਰ੍ਹਾਂ ਲੰਬੀ ਬਣੀ ਰਹੇ, ਕਿਉਂਕਿ ਮੈਨੂੰ ਲੱਗਦਾ ਇੱਕ ਅੱਛਾ ਦੋਸਤ ਹੋਣਾ ਇੱਕ ਲਾਈਫ ਦਾ ਬਹੁਤ ਵੱਡਾ ਗਿਫਟ ਹੁੰਦਾ ਐਂਡ ਹੀ ਇਜ਼ ਲੱਕੀ ਟੂ ਹੈਵ ਦੈਟ। ਸਤੀ ਜੀ ਵੈਸੇ ਆਪਣੀ ਇੰਟਰਵਿਊ ਜਿਹੜੀ ਹੈ ਇੱਕ ਵੱਖਰਾ ਰੰਗ ਲੈ ਗਈ, ਕਿਉਂਕਿ ਕੰਟਰਾਸਟ ਹੈ ਕਮੇਡੀਅਨ ਦੀ ਇੰਟਰਵਿਊ ਤੇ ਇੰਨੀ ਸੰਜੀਦਾ ਢੰਗ ਨਾਲ। ਤਾਂ ਮੈਂ ਲਾਈਟਰ ਵੇਂਚ ਥੋੜਾ ਜਿਹਾ ਗੱਲ ਨੂੰ ਮਾਹੌਲ ਨੂੰ ਹੌਲਾ ਕਰਦਾ। ਜਿਹੜਾ ਕੰਚਨ ਜੀ ਨੇ ਗੱਲ ਕੀਤੀ ਨਾ ਵੀ ਜਦੋਂ ਇਹ ਭੰਡਾਰੀ ਨਕਲਾਂ ਕਰਦੇ ਸੀ ਸੱਚੇ ਪੁੱਛੋ, ਇਹ ਵਾਕਈ ਭੱਲਾ ਸਾਹਿਬ ਜਦੋਂ ਪ੍ਰੋਫੈਸਰ ਲੱਗੇ ਯੂਨੀਵਰਸਿਟੀ ਪੜ੍ਹਾਉਣ ਲੱਗ ਗਏ ਤੇ ਉਹਨਾਂ ਨੇ ਵੀ ਇਹ ਮੀਡੀਆ ਤੇ ਸਟੇਜ ਤੇ ਗੱਲ ਸ਼ੇਅਰ ਕੀਤੀ ਕਈ ਵਾਰੀ। ਕਹਿੰਦੇ ਇੱਕ ਦੇਹਰਾਦੂਨ ਤੋਂ ਮੇਰੀ ਸਟੂਡੈਂਟ ਸੀ MSc ਦੀ ਕੋਈ, ਤੇ ਉਹਨੇ ਆਪਦੇ ਦੇਹਰਾਦੂਨ ਗਈ ਸੀਗੀ ਤੇ DD ਨੈਸ਼ਨਲ ਸਾਡਾ ਪ੍ਰੋਗਰਾਮ ਆ ਰਿਹਾ ਭੰਡਾਰੀ ਨਕਲਾਂ। ਉਹ ਖੁਸ਼ ਹੋ ਗਈ ਮੇਰੇ ਪ੍ਰੋਫੈਸਰ ਆਏ ਤੇ ਕਹਿੰਦੀ ਡੈਡੀ ਨੂੰ ਭੱਜ ਕੇ ਆਈ, ਡੈਡੀ ਆਹ ਦੇਖੋ ਮੇਰੇ ਪ੍ਰੋਫੈਸਰ ਸਾਹਿਬ ਨੂੰ ਦਿਖਾਵਾਂ। ਤੇ ਕਹਿੰਦਾ ਭੰਡਾ ਦਾ ਪ੍ਰੋਗਰਾਮ ਚੱਲਦਾ ਪਿਆ ਸੀਗਾ। ਕਹਿੰਦੇ ਮੈਂ ਬੱਚੇ ਨੂੰ ਪੁੱਛਿਆ ਫਿਰ ਬੱਚੀ ਉਸ ਤੋਂ ਬਾਅਦ ਕੀ ਹੋਇਆ? ਕਹਿੰਦਾ ਡੈਡੀ ਕਹਿੰਦੇ ਜੇ ਇਹੋ ਜਿਹੇ ਪ੍ਰੋਫੈਸਰ ਆ ਨਾ ਰਹਿਣ ਪੜ੍ਹਨ ਨੂੰ ਜਾ ਕੇ ਪੜ੍ਹਨ ਦੀ ਲੋੜ ਨਹੀਂ ਪਈ, ਆਹ ਪ੍ਰੋਫੈਸਰ ਤੁਹਾਡਾ। ਨਕਲਾਂ ਭੰਡਣ ਦੇ ਕਰਨ ਤੇ ਗੁਰਭਜਨ ਗਿੱਲ ਜੀ ਨੇ ਲਿਖਿਆ ਅਖਬਾਰ ਦੇ ਵਿੱਚ ਖੁਰਦੇ ਸੱਭਿਆਚਾਰ ਦੇ ਰਾਖੇ ਜੀ, ਵੀ ਇਹਨਾਂ ਨੇ ਕਲਚਰ ਸਾਂਭ ਕੇ ਰੱਖਿਆ। ਤੇ ਸਾਨੂੰ ਜਿਹੜਾ ਵੰਨਗੀਆਂ ਇਹੋ ਜਿਹੇ ਕਮੈਂਟ ਮਿਲਦੇ ਸੀਗੇ। ਬਿਲਕੁਲ, ਬਹੁਤ ਖੂਬ। ਵੈਸੇ ਮੈਮ ਤੁਸੀਂ ਬਹੁਤ ਅੱਛੀ ਗੱਲ ਕਹੀ ਸੀ ਤੇ ਨੈਂਸੀ ਨੇ ਵੀ ਕਿਹਾ ਸੀ ਕਿ ਸ਼ਰਮਾ ਜੀ ਜਸਵਿੰਦਰ ਭੱਲਾ ਜੀ ਦੀ ਜੋੜੀ ਜਿਹੜੀ ਹੈਗੀ ਯਾਰੀ ਇੱਕ ਮਿਸਾਲ ਪੈਦਾ ਕਰਦੀ ਹੈ, ਸਾਰਿਆਂ ਵਾਸਤੇ ਮਿਸਾਲ ਵੀ ਹੈਗੀ ਉਹ ਬੇਸਿਕਲੀ, ਕਿਉਂਕਿ ਅਸੀਂ ਵੀ ਖੁਦ ਬਹੁਤ ਨੇੜਿਓਂ ਵਿਚਰੇ ਹਾਂ ਨਾ ਜਦੋਂ ਸਟੂਡੀਓ ਦੇ ਵਿੱਚ ਆਉਂਦੇ ਆ ਭੱਲਾ ਅੰਕਲ ਵੀ ਤੇ ਸ਼ਰਮਾ ਅੰਕਲ ਵੀ, ਤੇ ਬਹੁਤ ਦੇਖਦੇ ਆ ਕਿ ਦੋਵਾਂ ਦੀ ਜਿਹੜੀ ਕੋਆਰਡੀਨੇਸ਼ਨ ਹੈ, ਗੱਲਾਂ ਛੋਟੀਆਂ ਹੁੰਦੀਆਂ ਹਾਸੇ ਲੰਬੇ ਹੁੰਦੇ ਆ, ਬਹੁਤ ਵਧੀਆ ਲੱਗਦਾ। ਤੇ ਹੁਣ ਇੱਥੇ ਆਪਾਂ ਜਿਵੇਂ ਹੁਣ ਭੱਲਾ ਜੀ ਦੀ ਗੱਲ ਚੱਲਦੀ ਹੈ ਨਾ, ਸੋ ਆਪਾਂ ਤੁਹਾਡਾ ਔਰ ਉਹਨਾਂ ਦਾ ਵੀ ਥੋੜਾ ਜਿਹਾ ਜ਼ਿਕਰ ਕਰਨਾ ਚਾਹੁੰਦੇ ਕਿ ਕਿੱਦਾਂ ਪਹਿਲਾਂ ਤੁਹਾਡਾ ਜਿਵੇਂ ਮੇਲ ਹੋਇਆ ਸੀਗਾ ਹੈ ਨਾ, ਦੋਸਤੀ ਕਿਵੇਂ? ਹਾਂ ਸਤੀ ਜੀ, ਬੇਸਿਕਲੀ ਭੱਲਾ ਜੀ ਤੇ ਮੈਂ ਜਦੋਂ ਮੈਟ੍ਰਿਕ ਕਰਨ ਤੋਂ ਬਾਅਦ PAU ਵਿੱਚ BSc ਐਗਰੀਕਲਚਰ 'ਚ ਐਡਮਿਸ਼ਨ ਲਿਆ, ਉੱਥੇ ਨੈਂਸੀ ਜਿੱਦਾਂ ਫਸਟ ਈਅਰ 'ਚ ਸਾਡੇ ਜਿਹੜੇ ਡਾਂਸ ਡਰਾਮਾ ਮਿਊਜ਼ਿਕ ਕਲੱਬ ਦੇ ਇੰਚਾਰਜ ਸਾਡੇ ਗੁਰੂ ਸੀਗੇ ਪ੍ਰੋਫੈਸਰ ਕੇਸ਼ਵਰਾਮ ਸ਼ਰਮਾ, ਉਹਨਾਂ ਨੇ ਪੁੱਛਿਆ ਕਲਾਸ 'ਚ ਵੀ ਮੈਂ ਕਲਚਰਲ ਕਲੱਬ ਦਾ ਇੰਚਾਰਜ ਹਾਂ, ਵੀ ਕੌਣ ਬੱਚੇ ਇਸ ਐਕਟੀਵਿਟੀ 'ਚ ਭਾਗ ਲਿਆ ਕਰਨਗੇ। ਤਾਂ ਮੇਰਾ ਵੀ ਹੱਥ ਖੜਾ, ਭੱਲਾ ਜੀ ਦਾ ਹੱਥ ਖੜਾ, ਤੇ ਸ਼ਰਮਾ ਜੀ ਨੇ ਪੁੱਛਿਆ ਵੀ ਤੁਸੀਂ ਕਿਹੜਾ ਮਤਲਬ ਫੀਲਡ ਚੋਣ ਕਰਦੇ ਹੋ? ਮੈਂ ਕਿਹਾ ਥੀਏਟਰ, ਮੈਂ ਥੀਏਟਰ ਦਾ ਬੰਦਾ, ਥੀਏਟਰ ਕਰੂੰਗਾ। ਤੇ ਭੱਲਾ ਜੀ ਨੇ ਕਿਹਾ ਸਿੰਗਿੰਗ। ਔਰ ਇਹ ਘੱਟ ਲੋਕਾਂ ਨੂੰ ਪਤਾ, ਔਰ ਭੱਲਾ ਜੀ ਬਹੁਤ ਹੀ ਵਰਸਟਾਈਲ ਸਿੰਗਰ ਨੇ ਔਰ ਪਹਿਲਾਂ ਸਿੰਗਰ ਤੌਰ 'ਤੇ ਵਧੀ ਜਾਂਦੇ ਸੀਗੇ। ਕਾਮੇਡੀ ਤਾਂ ਇਹਨਾਂ ਨੇ 81 82 ਜਾ ਕੇ ਟਰਨ ਲਈ ਆ, ਜਿਹੜੀ ਭੱਲਾ ਜੀ ਸਿੰਗਰ ਤੌਰ 'ਤੇ ਬਹੁਤ ਅੱਛਾ PAU 'ਚ ਇਹਨਾਂ ਨੇ ਆਪ ਲਿਖਣਾ, ਕੰਚਨ ਨੂੰ ਯਾਦ ਹੋਣਾ, ਪਰੋਡੀ ਲਿਖਣੀ ਆ, ਗੁਰਦਾਸ ਮਾਨ ਜੀ ਦਾ ਗੀਤ ਸੀਗਾ ਕੀ ਬਣੂ ਦੁਨੀਆ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ, ਇਹਨਾਂ ਨੇ ਲਿਖਿਆ ਕੀ ਬਣੂ PAU ਦਾ, ਇਹ ਡੀਨ ਡਾਇਰੈਕਟਰ ਜਾਣੇ, ਮਾਮਲਾ ਗੜਬੜ ਹੈ, ਜਦ ਹੋਮ ਸਾਇੰਸ ਦੀ ਕੁੜੀ ਬਾਗ ਵਿੱਚ ਆਉਣ ਲੱਗੇ, ਆਪਣੇ ਵੈਟਰਨਰੀ ਵਾਲੇ ਨਾਲ ਪਿਆਰ ਦੀਆਂ ਪਿੰਗਾਂ ਪਾਉਣ ਲੱਗੇ, ਉਹਨਾਂ ਨੇ ਉਸ ਮਾਹੌਲ 'ਚ ਗਾਣਾ ਪਰੋਡੀ ਕਰਕੇ ਭੱਲਾ ਜੀ ਨੇ ਗਾਇਆ ਕਰਨਾ, ਇੰਨੀ ਜ਼ਿਆਦਾ ਫੈਨ ਫੋਲੋਇੰਗ ਬਣ ਗਈ। ਸੋ ਅਸੀਂ ਦੋਨੋਂ ਇਹ ਆਪਸ ਜਦੋਂ ਸਾਡੀ ਕੈਮਿਸਟਰੀ ਬੈਠ ਗਈ ਤੇ 81 'ਚ ਅਸੀਂ ਫਸਟ ਟਾਈਮ ਦੋਨੇ ਰਲ ਕੇ ਨਾ ਇੱਕ ਫੇਅਰਵੈਲ ਪਾਰਟੀ ਹੁੰਦੀ ਫਾਈਨਲ ਈਅਰ ਨੂੰ, ਉਹ ਅਸੀਂ ਕਰ ਰਹੇ ਸੀ। ਤੇ ਭੱਲਾ ਜੀ ਤੇ ਮੈਂ ਸੋਚਿਆ ਵੀ ਕੋਈ ਨਵੀਂ ਵੱਖਰੀ ਚੀਜ਼ ਕਰੀਏ। ਉਦੋਂ ਫਿਰ ਮੈਂ ਲੋਹੀਆਂ ਤੋਂ ਭੱਲਾ ਤੋਂ ਦਰਾਹੇ ਤੋਂ ਕੁਛ ਵੰਨਗੀਆਂ ਇਕੱਠੀਆਂ ਕਰਕੇ ਲੈ ਕੇ ਭੰਡਾ ਦੀਆਂ ਉਹ ਸਟੇਜ ਤੇ ਪਰਫਾਰਮ ਕੀਤੀਆਂ ਤੇ ਇੰਨੀਆਂ ਪਸੰਦ ਕੀਤੀਆਂ ਲੋਕਾਂ ਨੇ। ਇੰਨਾ ਸਾਨੂੰ ਫਿਰ ਡਾਇਰੈਕਟਰ ਸਾਡੇ ਸੀਗੇ ਪ੍ਰਿਥਵੀਪਾਲ ਸਿੰਘ ਹਾਕੀ ਵਾਲੇ ਕੈਪਟਨ ਇੰਡੀਆ ਦੇ, ਉਹ ਸਾਡੇ ਡਾਇਰੈਕਟਰ ਸੀ, ਉਹਨਾਂ ਨੇ ਬੜਾ ਲਾਈਕ ਕੀਤਾ। ਖੇਮ ਸਿੰਘ ਗਿੱਲ ਬਾਅਦ 'ਚ VC ਰਿਟਾਇਰ ਹੋਏ ਐਜ਼ ਡੀਨ ਸੀਗੇ, ਉਹਨਾਂ ਨੇ ਸਾਨੂੰ ਕੈਸ਼ ਪ੍ਰਾਈਜ਼ ਦਿੱਤਾ, ਸਾਨੂੰ ਉਤਸ਼ਾਹ ਮਿਲ ਗਿਆ। ਫਿਰ ਪੰਜਾਬੀ ਭਵਨ 'ਚ ਸਟੇਜਾਂ 'ਤੇ ਕਰਦੇ ਉਹ ਮੇਲਿਆਂ ਦਾ ਸ਼ਿੰਗਾਰ ਬਣ ਗਏ ਆਈਟਮ, ਤੇ ਉੱਥੋਂ ਅਸੀਂ ਕਮੇਡੀ ਦਾ ਇੱਕ ਸਫ਼ਰ ਸ਼ੁਰੂ ਕੀਤਾ। ਤੇ ਜੱਸੋਵਾਲ ਸਾਹਿਬ, ਗੁਰਭਜਨ ਗਿੱਲ ਤੇ ਸ਼ਰਮਾ ਜੀ ਨੇ ਰਲ ਕੇ ਸਾਨੂੰ ਛਨਕਾਟਾ ਵਾਲੀ ਉਤਸ਼ਾਹ ਕੀਤਾ, ਕੇਸ਼ਵਰਾਮ ਜੀ ਨੇ ਛਨਕਾਟਾ ਬਣ ਗਿਆ, ਫਿਰ ਦੁਨੀਆ ਜਾਣਨ ਲੱਗ ਗਈ। ਕੀ ਬਾਤ ਹੈ ਜੀ, ਬਹੁਤ ਵਧੀਆ। ਤੇ ਨੈਂਸੀ ਗੱਲਾਂ ਦਾ ਸਿਲਸਿਲਾ ਚੱਲਦਾ ਰਹਿਣਾ, ਤੇ ਆਪਾਂ ਮੈਂ ਚਾਹੁੰਦਾ ਕਿ ਹੁਣ ਜਿਹੜਾ ਇੱਕ ਹੋਰ ਪਾਰਟ ਹੈਗਾ ਉਹ ਵੀ ਨਾਲ ਵਿੱਚ ਐਂਟਰ ਕਰੀਏ, ਕਿਉਂਕਿ ਫੈਮਿਲੀ
ਆਪਾਂ ਘਰ ਦੇ ਵਿੱਚ ਆਏ ਆ, ਸੋ ਫੈਮਿਲੀ ਪੂਰੀ ਨਾ ਦਿਖੇ ਤਾਂ ਮਤਲਬ ਕਿ ਮਜ਼ਾ ਨਹੀਂ ਹੈਗਾ ਹੈ ਨਾ ਇੰਟਰਵਿਊ ਦਾ। ਸੋ ਮੈਂ ਚਾਹੁੰਦਾ ਕਿ ਆਪਾਂ ਇੰਟਰਵਿਊ ਦੇ ਵਿੱਚ ਸ਼ਰਮਾ ਜੀ ਦੇ ਬੱਚਿਆਂ ਨੂੰ ਵੀ ਇਨਵੋਲਵ ਕਰ ਲਈਏ ਹੈ ਨਾ, ਇਹਨਾਂ ਦੀ ਬੇਟੀ ਇਬਨਾ ਜੀ ਤੇ ਨਾਲ ਹਿਮਾਂਕ ਸਾਡੇ ਭਰਾ, ਉਹਨਾਂ ਨੂੰ ਵੀ ਆਪਾਂ ਸੱਦ ਲਈਏ ਆਪਾਂ। ਜੀ ਜੀ ਜ਼ਰੂਰ ਜੀ ਸਾਨੂੰ ਤਾਂ ਖੁਸ਼ੀ ਹੈ ਜੀ, ਕਿਉਂਕਿ ਸਤੀ ਜੀ ਹਿਮਾਂਕ ਤੇ ਇਬਨਾ ਮੇਰੇ ਖਿਆਲ ਆ ਵੀ ਅੱਜ ਤੋਂ ਬਾਅਦ ਹੁਣ ਆਪਸ 'ਚ ਵੀ ਅਮਰੀਕਾ ਜਾ ਕੇ ਮਿਲਣਗੇ, ਕਿਉਂਕਿ ਹਿਮਾਂਕ ਕੱਲ੍ਹ ਨੂੰ ਇੱਕ ਵੀਕ ਲਈ ਗੋਆ ਜਾ ਰਿਹਾ ਤੇ ਇਬਨਾ ਜਿਹੜੀ ਆ ਦੀ ਸ਼ਨੀਵਾਰ ਦੀ 24 ਜੁਲਾਈ ਦੀ ਫਲਾਈਟ ਹੈਗੀ ਅਮਰੀਕਾ ਦੀ, ਤੇ ਹਿਮਾਂਕ 27 ਨੂੰ ਗੋਆ ਤੋਂ ਮੁੜੂਗਾ, ਉਹਦੀ 2 ਅਗਸਤ ਦੀ ਫਲਾਈਟ ਹੈਗੀ ਆ। ਸੋ ਇਸ ਕਰਕੇ ਅੱਜ ਹੀ ਇਹ ਲਾਸਟ ਹੈਗਾ ਵੀ ਆਪਸ ਇਕੱਠੇ ਹੈਗੇ, ਮੁੜ ਕੇ ਅਮਰੀਕਾ ਮਿਲਣਾ ਤੇ ਅੱਛੀ ਗੱਲ ਆ, ਆਪਾਂ ਬੁਲਾ ਬਿਲਕੁਲ ਜੀ ਬਿਲਕੁਲ। ਲੋ ਜੀ, ਜਿੱਦਾਂ ਆਪਾਂ ਕਿਹਾ ਸੀਗਾ ਕਿ ਤੁਹਾਨੂੰ ਹੁਣ ਪੂਰੀ ਫੈਮਿਲੀ ਦਿਖਾਵਾਂਗੇ ਤੇ ਪੂਰੀ ਫੈਮਿਲੀ ਨਾਲ ਮਿਲਾਵਾਂਗੇ। ਸੋ ਸਵਾਗਤ ਕਰਦੇ ਹਾਂ ਪਹਿਲਾਂ ਹਿਮਾਂਕ ਵੀਰ ਦਾ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਤੇ ਨਾਲ ਸਾਡੇ ਇੱਧਰ ਇਬਨਾ ਸ਼ਰਮਾ ਜੀ। ਹੈਲੋ। ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ। ਕਿਵੇਂ ਨਿਕਲ ਰਹੀ ਹੈ ਲਾਈਫ? ਲਾਈਫ ਚੱਲਦੀ ਪਈ ਵਧੀਆ, ਇਟਸ ਗੋਇੰਗ ਗੁੱਡ। ਹੁਣ ਇੱਕ ਨਵਾਂ ਚੈਪਟਰ ਸ਼ੁਰੂ ਹੋਣ ਲੱਗਾ ਲਾਈਫ ਵਿੱਚ। ਸਿੰਸ ਮੈਂ ਤੇ ਇਬਨਾ ਵੀ ਆਰ ਗੋਇੰਗ ਟੂ ਲੀਵ ਇੰਡੀਆ, ਇੱਥੇ ਆਲਮੋਸਟ 25-30 ਸਾਲ ਲਾ ਕੇ ਵੀ ਆਰ ਗੋਇੰਗ ਫॉर ਆਵਰ ਮਾਸਟਰਸ ਇਨ ਦ US, ਤੇ ਬਸ ਦੈਟਸ ਵਾਟ ਇਜ਼ ਔਨ ਰਾਈਟ ਨਾਓ। ਤੇ ਤੁਸੀਂ US ਜਾਣਾ ਹੀ ਕਿ ਚੂਜ਼ ਕੀਤਾ? ਮਤਲਬ ਅਗਰ ਆਪਾਂ ਐਜੂਕੇਸ਼ਨ ਦੀ ਗੱਲ ਕਰੀਏ ਜਾਂ ਹੈ ਨਾ ਆਪਣੇ ਕੈਰੀਅਰ ਦੀ ਫਿਊਚਰ ਦੀ ਗੱਲ ਕਰੀਏ ਤਾਂ ਆਪਣੇ ਇੰਡੀਆ 'ਚ ਵੀ ਕਾਫੀ ਸਾਰੇ ਆਪਸ਼ਨਸ ਨੇ ਜਿਹੜੇ ਤੁਸੀਂ ਇੱਥੇ ਰਹਿ ਕੇ ਵੀ ਕਰ ਸਕਦੇ ਸੀਗੇ, ਤੇ ਅਬਰੋਡ ਜਾਣਾ ਹੀ ਕਿਉਂ ਮਤਲਬ ਤੁਸੀਂ ਚੂਜ਼ ਕੀਤਾ? ਜੀ ਆਈ ਥਿੰਕ ਇੱਕ ਤਾਂ ਮੈਂ ਇੰਡੀਆ ਵਿੱਚ 2 ਆਪਣੀ ਐਜੂਕੇਸ਼ਨਸ ਕੰਪਲੀਟ ਕਰ ਚੁੱਕਾ ਹਾਂ। ਇੱਕ ਮੈਂ ਬੈਚਲਰਸ ਕੀਤੀ ਸੀਗੀ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ 'ਚ ਜੀ, ਇੰਜੀਨੀਅਰਿੰਗ ਕੀਤੀ। ਫਿਰ ਉਸ ਤੋਂ ਬਾਅਦ ਮੈਂ 2015-16 ਵਿੱਚ ਮਾਸਟਰਸ ਕੀਤੀ ਲਿਬਰਲ ਆਰਟਸ ਵਿੱਚ ਅਸ਼ੋਕਾ ਵਿੱਚ, ਤੇ ਮੈਨੂੰ ਲੱਗਿਆ ਕਿ ਮੇਰਾ ਇੰਡੀਅਨ ਐਜੂਕੇਸ਼ਨ ਸਿਸਟਮ ਦਾ ਐਕਸਪੋਜ਼ਰ ਵਧੀਆ ਹੋ ਗਿਆ, ਤੇ ਮੈਨੂੰ ਲੱਗਦਾ ਐਜੂਕੇਸ਼ਨ ਇਜ਼ ਮਚ ਮੋਰ ਦੈਨ ਜਸਟ ਵਾਟ ਯੂ ਸਟੱਡੀ, ਇਟ ਇਜ਼ ਆਲਸੋ ਅਬਾਊਟ ਦ ਪੀਪਲ ਯੂ ਮੀਟ, ਇਟ ਇਜ਼ ਆਲਸੋ ਅਬਾਊਟ ਦ ਪਲੇਸਿਸ ਦੈਟ ਯੂ ਵਿਜ਼ਿਟ। ਤੇ ਮੈਨੂੰ ਲੱਗਿਆ ਉਸ ਪਰਸਪੈਕਟਿਵ ਤੋਂ ਬਾਹਰ ਜਾ ਕੇ ਐਜੂਕੇਸ਼ਨ ਲੈਣੀ ਵੁੱਡ ਬੀ ਸਮਥਿੰਗ ਜਿਹੜੇ ਮੈਨੂੰ ਐਜ਼ ਅ ਹਿਊਮਨ ਬੀਇੰਗ ਮੈਨੂੰ ਫਲਰਿਸ਼ ਕਰਨ ਦਾ ਮੌਕਾ ਜ਼ਿਆਦਾ ਮਿਲੂਗਾ, ਨਵੇਂ ਐਕਸਪੀਰੀਅੰਸਿਸ ਗੈਦਰ ਕਰਨ ਦਾ ਮੌਕਾ ਜ਼ਿਆਦਾ ਮਿਲੂਗਾ। ਤੇ ਆਈ ਥਿੰਕ ਮੇਰੇ ਇਹ 2 ਫੈਕਟਰਸ ਬਹੁਤ ਗਏ ਸੀਗੇ ਮੇਰੇ। ਤੇ ਤੁਸੀਂ ਜਿਵੇਂ ਹੁਣ ਬਾਹਰ ਜਾਣ ਦਾ ਚੂਜ਼ ਕੀਤਾ, ਕੋਈ ਸਪੈਸੀਫਿਕ ਕੋਰਸ ਤੁਸੀਂ ਜਿਹੜਾ ਪ੍ਰੈਫਰ ਕੀਤਾ, ਕਿਹੜਾ? ਹਾਂਜੀ, ਮੈਂ ਜਾ ਰਿਹਾ ਜੀ ਕੈਲੀਫੋਰਨੀਆ ਵਿੱਚ। ਆਈ ਐਮ ਗੋਇੰਗ ਟੂ ਪਰਸਿਊ MBA ਇਨ ਯੂਨੀਵਰਸਿਟੀ ਆਫ ਕੈਲੀਫੋਰਨੀਆ ਐਟ ਬਰਕਲੇ। ਕਾਫੀ ਅੱਛੀ ਯੂਨੀਵਰਸਿਟੀ ਹੈ, ਵਨ ਆਫ ਦ ਟੌਪ ਪ੍ਰੋਗਰਾਮਸ ਫॉर MBA ਇਨ ਦ ਵਰਲਡ। ਤੇ ਮੇਰੇ ਜਿਹੜੇ ਕੁਝ ਲਾਈਫ ਪ੍ਰਿੰਸੀਪਲਸ ਨੇ ਉਹਨਾਂ ਨਾਲ ਵੀ ਅਲਾਈਨ ਕਰਦੀ ਆ। ਸੋਸ਼ਲ ਇੰਪੈਕਟ ਤੇ ਸੋਸ਼ਲ ਸੈਕਟਰ ਵਿੱਚ ਬਹੁਤ ਸਾਰੇ ਉੱਥੋਂ ਦੇ ਐਲੂਮਨਾਈਜ਼ ਗਏ ਨੇ, ਤੇ ਮੈਨੂੰ ਇਸ ਕੈਰੀਅਰ ਫੀਲਡ ਵਿੱਚ ਬਹੁਤ ਇੰਟਰਸਟ ਆ। ਤੇ ਇਹੋ ਜਿਹੇ ਕੁਝ ਫੈਕਟਰਸ, ਤੇ ਉੱਥੇ ਮੌਸਮ ਵੈਦਰ ਬਹੁਤ ਅੱਛਾ ਵਾ, ਇਟਸ ਔਨ ਦ ਕੋਸਟ, ਸਿਲੀਕਨ ਵੈਲੀ, ਤੇ ਆਈ ਥਿੰਕ ਉਹ ਸਾਰੇ ਫੈਕਟਰਸ ਮੇਰੇ ਗਏ ਸੀਗੇ ਸਕੂਲ ਚੂਜ਼ ਕਰਨ ਵਿੱਚ। ਜੀ ਚਲੋ, ਹੁਣ ਆਪਾਂ ਨਾ ਤੁਹਾਨੂੰ ਇੱਕ ਗੱਲ ਸ਼ੇਅਰ ਕਰਦਾ ਮੈਂ ਨੈਂਸੀ, ਕਿ ਜਿਵੇਂ ਹੁਣ ਇਬਨਾ ਹੈ ਨਾ, ਕਿੰਨਾ ਯੂਨੀਕ ਜਿਹਾ ਨਾਮ ਹੈਗਾ ਹੈ ਨਾ। ਤੁਹਾਨੂੰ ਪਤਾ ਹੈ ਇਸ ਯੂਨੀਕ ਨਾਮ ਦੇ ਪਿੱਛੇ ਇੱਕ ਯੂਨੀਕ ਸਟੋਰੀ ਵੀ ਹੈ। ਰੀਅਲੀ? ਬਿਲਕੁਲ। ਤੇ ਮੈਂ ਚਾਹੁੰਦਾ ਕਿ ਆਪਾਂ ਸ਼ਰਮਾ ਜੀ ਤੋਂ ਜਾਣੀਏ ਉਹ ਸਟੋਰੀ ਕੀ ਹੈ, ਕਿ ਕਿਉਂ ਰੱਖਿਆ ਗਿਆ ਇਹ ਨਾਮ, ਤੇ ਮਤਲਬ ਕੀ ਹੈ ਵੈਸੇ, ਜਿਹੜੀ ਸਾਡੀ ਆਡੀਅנס ਹੈ ਉਹਨਾਂ ਨੂੰ ਵੀ ਪਤਾ ਲੱਗ ਜਾਏਗਾ। ਬੇਸਿਕਲੀ ਸੱਤੀ ਜੀ, ਜਦੋਂ ਸਾਡੇ ਇਬਨਾ ਬਿਟਿਆ ਹੋਈ, ਜਲੰਧਰ ਸੀ ਅਸੀਂ ਪੋਸਟਡ, ਤੇ ਗੁੜੀਆ ਹੀ ਕਹਿੰਦੇ ਹੁੰਦੇ ਸੀਗੇ। ਮੇਰੇ ਖਿਆਲ ਮਹੀਨਾ 1.25 ਮਹੀਨੇ ਹੋ ਗਏ ਸੀ, ਮੈਂ ਤੇ ਕੰਚਨ ਵਿਚਾਰ ਕਰਦੇ ਸੀਗੇ ਵੀ ਇਹਦਾ ਨਾਮ ਕੀ ਰੱਖਿਆ ਜਾਵੇ। ਤੇ ਉਸ ਤੋਂ ਬਾਅਦ ਗੁਰਭਜਨ ਗਿੱਲ ਜੀ ਸਾਡੇ ਸਾਰੇ ਰਿਸਪੈਕਟਡ ਹੈਗੇ ਆ, ਪੰਜਾਬੀ ਸਾਹਿਤ ਅਕੈਡਮੀ ਦੇ ਸਾਬਕਾ ਪ੍ਰਧਾਨ ਨੇ, ਔਰ ਰਾਈਟਰ ਪੰਜਾਬੀ ਇੰਟਰਨੈਸ਼ਨਲ ਫੇਮ ਦੇ ਹੈਗੇ ਆ। ਉਹ ਘਰ ਆਏ ਤੇ ਕਹਿੰਦੇ, ਬਾਲ ਕੰਚਨ ਸਾਨੂੰ ਬਹੁਤ ਪਿਆਰ ਕਰਦੇ ਹੋ, ਕਹਿੰਦੇ ਤੁਸੀਂ ਬਿਟੀਆ ਦਾ ਨਾਮ ਰੱਖ ਲਿਆ? ਇਸ ਕੇ ਅੰਕਲ ਸੋਚਦੇ ਪਏ ਆ, ਇਹ ਨਾਮ ਰੱਖਿਆ ਨਹੀਂ। ਉਹ ਕਹਿੰਦੇ ਫਿਰ ਆਪਾਂ ਇਹਦਾ ਨਾਮ ਰੱਖੀਏ ਇਬਨਾ, ਤੇ ਨਾਲ ਹੀ ਉਹਨਾਂ ਨੇ 2 ਲਾਈਨਾਂ ਲਿਖਤੀਆਂ, ਇਬਨਾ ਸਾਡੀ ਧੀ, ਗੁੜ ਮੰਗੇ ਗੁੜ ਦਈਏ, ਕੀ ਮੰਗੇ ਕੀ। ਯਾਨੀ ਜਦੋਂ ਲਿਖਿਆ ਤੇ ਫਿਰ ਸਾਨੂੰ ਲੱਗਾ ਕਿ ਅੰਕਲ ਦਾ ਨਾਮ ਦਾ ਮੀਨਿੰਗ ਦੱਸ ਦਿਓ। ਉਹ ਕਹਿੰਦੇ ਵੀ ਇਹ ਪਰਸ਼ੀਅਨ ਵਰਡ ਹੈ, ਇਹ ਪਾਰਸੀ ਲਫ਼ਜ਼ ਹੈ ਇਬਨਾ। ਇਬਨਾ ਦਾ ਮਤਲਬ ਆ ਡਾਟਰ, ਧੀ, ਤੇ ਵੱਧ ਐਕਸਪਲੇਨ ਹੁਣ ਇਬਨਾ ਆਪ ਕਰੂਗੀ। ਤੇ ਜੀ ਮੈਮ, ਅੱਗੇ ਜਿੱਦਾਂ ਹੀ ਹੁਣੀ ਸਰ ਨੇ ਦੱਸਿਆ ਇਬਨਾ ਜੀ ਕਿ ਤੁਸੀਂ ਅੱਗੇ ਐਕਸਪਲੇਨ ਕਰੋਗੇ, ਤੇ ਕਾਈਂਡਲੀ ਐਕਸਪਲੇਨ ਇਟ ਪਲੀਜ਼। ਨਹੀਂ, ਮੈਂ ਤਾਂ ਜਿਵੇਂ ਸਾਰੇ ਕਹਿੰਦੇ ਕਿ ਮੈਂ ਜਦੋਂ ਆਈ ਮੈਂ ਫੈਮਿਲੀ ਕੰਪਲੀਟ ਕਰ ਦਿੱਤੀ, ਤੇ ਮਮਾ ਪਾਪਾ ਹਮੇਸ਼ਾ ਕਹਿੰਦੇ ਇਬਨਾ, ਨਾਓ ਆਰ ਫੈਮਿਲੀ ਇਜ਼ ਕੰਪਲੀਟ। ਤੇ ਆਈ ਥਿੰਕ ਉਹ ਮੇਰੇ ਨਾਮ ਦਾ, ਪਲੱਸ ਮੇਰੇ ਜਿਵੇਂ ਕੋਲੀਗਸ, ਫਰੈਂਡਸ, ਮੇਰਾ ਨਾਮ ਕਿਉਂਕਿ ਥੋੜਾ ਯੂਨੀਕ ਹੈ, ਸਾਰਿਆਂ ਨੂੰ ਯਾਦ ਰਹਿੰਦਾ। ਤੇ
ਤੇ ਆਈ ਐਮ ਹੈਪੀ ਵਿਦ ਮਾਈ ਨੇਮ। ਨਹੀਂ ਵੈਸੇ ਤੁਹਾਡੇ ਨਾਮ ਦੀ ਤਰ੍ਹਾਂ ਤੁਸੀਂ ਵੀ ਬਹੁਤ ਹੀ ਪਿਆਰੇ ਬਹੁਤ ਕਿਊਟ ਜਿਹੇ ਹੈਗੇ ਹੋ। ਤੇ ਇਬਨਾ ਜਿੱਦਾਂ ਮੈਂ ਹੁਣੀ ਹਿਮਾਂਗ ਜੀ ਨੂੰ ਵੀ ਪੁੱਛਿਆ, ਮੈਂ ਤੁਹਾਨੂੰ ਵੀ ਇਹੀ ਸਵਾਲ ਪੁੱਛਣਾ ਚਾਹੂੰਗੀ ਕਿ ਤੁਸੀਂ ਵੀ ਜਿਵੇਂ ਸ਼ਰਮਾ ਜੀ ਨੇ ਵੀ ਪਹਿਲਾਂ ਦੱਸਿਆ ਸੀਗਾ ਕਿ ਤੁਸੀਂ ਵੀ US ਅੱਗੇ ਜਾਣਾ ਹੈਗਾ ਹੈ ਨਾ, ਤੁਹਾਡੀ 27 ਤਰੀਕ ਦੀ ਫਲਾਈਟ ਹੈ, ਵਾਈ US ਓਨਲੀ? ਤਾਂ ਰੀਜ਼ਨਸ ਬਹੁਤ ਸਿਮਿਲਰ ਨੇ ਹਿਮਾਂਗ ਭਈਆ ਦੇ ਵੀ ਤੇ ਮੇਰੇ ਵੀ, ਕਿ ਇੰਡੀਆ ਵਿੱਚ ਅਸੀਂ 25-30 ਸਾਲ ਸਪੈਂਡ ਕਰ ਲਏ ਤੇ ਜਸਟ ਬਿਕੋਜ਼ ਅਸੀਂ ਐਜੂਕੇਸ਼ਨ ਲੈਣ ਬਾਹਰ ਜਾ ਰਹੇ ਹਾਂ ਉਹਦਾ ਮਤਲਬ ਇਹ ਨਹੀਂ ਕਿ ਅਸੀਂ ਲਾਈਫ ਉੱਥੇ ਸੈਟਲ ਕਰਨੀ ਹੈ। ਆਈ ਥਿੰਕ ਸਾਡੇ ਦੋਵਾਂ ਦੇ ਪਲਾਨਸ ਆ ਲੌਂਗ ਟਰਮ ਵਾਪਸ ਇੰਡੀਆ ਆਉਣ ਦੇ, ਕਿਉਂਕਿ ਅਸੀਂ ਬਹੁਤ ਕਨੈਕਟਡ ਆਪਣੇ ਰੂਟਸ ਨਾਲ। ਪਰ ਬਹੁਤ ਜ਼ਰੂਰੀ ਹੁੰਦਾ ਹੈ ਕਿਸੇ ਟਾਈਮ ਤੇ ਆਪਣੇ ਘੋਂਸਲੇ ਤੋਂ ਨਿਕਲ ਕੇ ਬਾਹਰ ਦਾ ਐਕਸਪੋਜ਼ਰ ਐਕਸਪੀਰੀਅੰਸ ਲੈ ਕੇ ਵਾਪਸ ਆਣਾ। ਆਈ ਥਿੰਕ ਸਾਡੇ ਦੋਵਾਂ ਦਾ ਹਲੇ ਏਮ ਉਸੇ ਤਰ੍ਹਾਂ ਦਾ ਹੈ। ਸੋ ਜੇ ਅਸੀਂ ਜਾ ਰਹੇ ਹਾਂ ਤਾਂ ਮਤਲਬ ਇਹ ਨਹੀਂ that we'll be gone for good, we will be also be back and we will bring back our experiences with us. ਗੁੱਡ ਫॉर ਅਸ। ਤੇ ਯਾਰ ਜਿੱਦਾਂ ਤੁਸੀਂ ਹੁਣੀ ਕਿਹਾ ਕਿ ਤੁਸੀਂ ਵਾਪਸ ਵੀ ਆਓਗੇ, ਤੇ ਜੇ ਆਪਾਂ ਗੱਲ ਕਰੀਏ ਕਿ ਤੁਹਾਡੇ ਫਰਦਰ ਫਿਊਚਰ ਪਲਾਨਸ ਅੱਗੇ ਕੀ ਹੈ, ਤੁਹਾਡਾ ਗੋਲ ਕੀ ਹੈ ਅੱਗੇ ਮੇਨ, ਜਿੱਥੇ ਜਾ ਕੇ ਤੁਸੀਂ ਕਹੋ ਕਿ ਬਸ ਇਹ ਮੇਰਾ ਗੋਲ ਸੀਗਾ ਐਂਡ ਨਾਓ ਆਈ ਹੈਵ ਅਚੀਵਡ ਇਟ? ਤਾਂ ਮੇਰੀ ਕਰੀਅਰ ਲਾਈਨ ਇਜ਼ ਸਟ੍ਰੈਟੇਜਿਕ ਕੰਸਲਟਿੰਗ ਤੇ ਆਈ ਹੈਵ ਸੋ ਫਾਰ ਡਨ ਵੈਲ ਇਨ ਵਟਐਵਰ ਕਰੀਅਰ ਆਮ ਐਕਸਪਲੋਰਿੰਗ। ਤੇ ਇਹਦੇ ਵਿੱਚ ਹੀ ਮੇਰੇ ਕੁਝ ਸਪੈਸੀਫਿਕ ਐਂਬਿਸ਼ਨਸ ਆ that I want to be able to reach a level within strategic consulting where I feel satisfied with myself। ਤੇ ਉਸ ਤੋਂ ਇਲਾਵਾ ਐਂਬਿਸ਼ਨ ਸਿਰਫ ਕਰੀਅਰ ਤੋਂ ਰਿਲੇਟਡ ਨਹੀਂ ਹੁੰਦੇ, ਲਾਈਫ ਤੋਂ ਰਿਲੇਟਡ ਵੀ ਹੁੰਦੇ ਆ। ਜਿਵੇਂ ਮੈਂ ਆਪਣੇ ਪੇਰੈਂਟਸ ਨੂੰ ਦੇਖਿਆ ਸੈਟਿੰਗ ਅਪ ਅ ਗੁੱਡ ਲਾਈਫ, ਮੇਰੇ ਉੱਦਾਂ ਦੇ ਵੀ ਐਂਬਿਸ਼ਨਸ ਹੈਗੇ ਆ ਲਾਈਫ ਵਿੱਚ, ਤਾਂ ਗੋਲਸ ਸੈੱਟ ਕੀਤੇ ਹੋਏ ਆ। ਬਟ ਆਈ ਥਿੰਕ ਇਟਸ ਆਲਸੋ ਇੰਪੋਰਟੈਂਟ ਕਿ ਫਲੈਕਸੀਬਲ ਹੋਣਾ ਚਾਹੀਦਾ ਲਾਈਫ ਵਿੱਚ ਜਿੱਥੇ ਲੈ ਜਾਵੇ, ਕਿਉਂਕਿ ਮੈਂ ਕਦੀ ਸੋਚਿਆ ਨਹੀਂ ਸੀ ਜਿੱਥੇ ਮੈਂ ਅੱਜ ਹੈਗੀ ਹਾਂ, ਮੈਂ ਪਲਾਨ ਨਹੀਂ ਕੀਤਾ ਕਦੀ ਟੂ ਬੀ ਓਨੈਸਟ ਵਿਦ ਯੂ। ਜਿੱਥੇ ਲਾਈਫ ਲੈ ਗਈ ਗਿਵ ਇਟ ਯੋਰ 100% ਐਂਡ ਜਸਟ ਐਕਸੈਪਟ ਵਾਟ ਕਮਸ ਯੋਰ ਵੇ। ਤੇ ਹੁਣ ਇੱਕ ਸਵਾਲ ਮੈਂ ਇੱਥੇ ਪੁੱਛਣਾ ਚਾਹੂੰਗਾ, ਜਿਵੇਂ ਹੁਣ ਸਾਰੀ ਫੈਮਿਲੀ ਬੈਠੀ ਹੋਈ ਹੈ ਨਾ, ਤੇ ਹੁਣ ਸਾਰੀ ਫੈਮਿਲੀ ਦੀ ਹਾਜ਼ਰੀ 'ਚ ਪੁੱਛਣਾ ਬਣਦਾ ਸੀ ਵੈਸੇ ਵੀ ਕਿ ਸ਼ਰਮਾ ਜੀ ਜਿਵੇਂ ਬਾਹਰ ਨੇ, ਜਿਵੇਂ ਹੁਣ ਸਾਰਿਆਂ ਨੂੰ ਹਸਾਉਂਦੇ ਨੇ, ਘਰ ਦੇ ਵਿੱਚ ਵੀ ਸੇਮ ਮਾਹੌਲ ਹੈ ਜਾਂ ਮਤਲਬ ਕਿ ਅਲੱਗ ਹੈ ਬਿਲਕੁਲ? ਨਹੀਂ, ਪਾਪਾ ਘਰੇ ਵੀ ਮਤਲਬ ਲਾਈਟ ਹਾਰਟਡ ਰਹਿੰਦੇ ਆ। ਤੇ ਮੈਨੂੰ ਨਾ ਇਸ ਗੱਲ ਤੇ ਪੁਖਰਾਜ ਦੀ ਇੱਕ ਗੱਲ ਯਾਦ ਆ ਗਈ। ਤੇ ਪੁਖਰਾਜ ਨੂੰ ਪਲਾਂਕਰ ਦਾ ਬੇਟਾ ਰਾਈਟ, ਪੁਖਰਾਜ ਨੂੰ ਕਿਸੇ ਨੇ ਸੇਮ ਚੀਜ਼ ਪੁੱਛੀ, ਅਸੀਂ ਸਾਰੇ ਇਕੱਠੇ ਬੈਠੇ ਸੀ ਕਿ ਪਲਾਂਕਰ ਤੇ ਪਾਪਾ ਕਿਵੇਂ ਘਰੇ ਵੀ ਹਸਾਉਂਦੇ ਰਹਿੰਦੇ। ਉਹ ਕਹਿੰਦਾ ਸੀ ਵੈਸੇ ਤਾਂ ਸਭ ਠੀਕ ਆ, ਤੁਸੀਂ ਬੈੱਡ ਤੇ ਦੁੱਧ ਡਗਾ ਕੇ ਦੇਖਿਓ ਫੇਰ ਪਤਾ ਚੱਲੂਗਾ। ਤਾਂ ਮੈਂ ਉਹਦਾ ਆਨਸਰ ਬੋਰੋ ਕਰਾਂਗੀ, ਪਰ ਕੁਝ ਚੀਜ਼ਾਂ ਹੈਗੀਆਂ ਜਿੱਤੇ ਗੁੱਸਾ ਬਹੁਤ ਚੜਦਾ, ਬਟ ਮੋਸਟਲੀ ਆਈ ਥਿੰਕ ਹੀ ਟੇਕਸ ਲਾਈਫ ਇਨ ਅ ਲਾਈਟ ਐਂਡ ਫਨ ਮੈਨਰ। ਜ਼ਿਆਦਾ ਗੁੱਸਾ ਕੌਣ ਕਰਦਾ ਦੋਵਾਂ 'ਚੋਂ, ਔਰ ਕਿਹਦੇ ਉੱਤੇ ਕੌਣ ਕਰਦਾ? ਇਹ ਬਹੁਤ ਅੱਛਾ ਕੁਐਸਚਨ ਹੈ। ਮੈਨੂੰ ਲੱਗਦਾ ਕਿ ਜ਼ਿਆਦਾ ਗੁੱਸਾ ਜਿਹੜਾ ਹੁੰਦਾ ਐਕਸਪ੍ਰੈਸ ਕਰਨ ਦਾ ਹਰ ਬੰਦੇ ਦਾ ਆਪਣਾ ਢੰਗ ਹੁੰਦਾ ਜੀ। ਆਈ ਥਿੰਕ ਮੰਮਾ ਦਾ ਢੰਗ ਆ ਕਿ ਜਦੋਂ ਗੁੱਸਾ ਆਉਂਦਾ ਉਹ ਕੁਝ ਬੋਲਦੇ ਨਹੀਂ, ਤੇ ਪਾਪਾ ਦਾ ਢੰਗ ਹੈ ਜਦੋਂ ਗੁੱਸਾ ਆਉਂਦਾ ਬੋਲ ਦਿੰਦੇ ਨੇ। ਤੇ ਪਾਪਾ ਦਾ ਗੁੱਸਾ ਸਾਨੂੰ ਪਤਾ ਲੱਗ ਜਾਂਦਾ ਕਿ ਅੱਛਾ ਇੱਥੇ ਗੁੱਸਾ ਹੈ, ਲੇਕਿਨ ਜੇ ਮੰਮਾ ਦਾ ਗੁੱਸਾ ਹੋਵੇ ਉਹ ਤੋਂ ਸਾਰੇ ਥੋੜੇ ਡਰਦੇ ਸਨ। ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਹੁਣ ਕੀ ਹੋਣ ਵਾਲਾ, ਕਿਸੇ ਕੁਝ ਬੋਲਦੇ ਨਹੀਂ ਪਏ, ਤੇ ਤਰੀਕਾ ਅਲੱਗ-ਅਲੱਗ ਆ। that is how I think things go at ਉਹ ਕਹਿੰਦੇ ਨੇ ਚੁੱਪ ਮਾਰਦੀ ਹੈ। ਮੇਰਾ ਲਾਊਡ ਹੈ ਸਾਇਲੈਂਸ। ਸਭ ਤੋਂ ਵੱਡੀ ਜਿਹੜੀ ਚੀਜ਼ ਹੁੰਦੀ ਹੈ ਜਦੋਂ ਚੁੱਪ ਹੋ ਜਾਏ ਨਾ ਇਨਸਾਨ, ਉਦੋਂ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ। ਹਾਂ, ਪਰ ਫਾਇਦਾ ਹੈ ਨਾ ਮੇਰਾ ਚੁੱਪ ਰਹਿਣ ਦਾ। ਨੋਬਡੀ ਕੈਨ ਕੋਟ ਕੇ ਮੰਮਾ ਨੇ ਇਹ ਕਿਹਾ। ਸਹੀ ਗੱਲ ਹੈ। ਇਹਨਾਂ ਦੇ ਮਾਈਂਡ 'ਚ ਕੁਐਸਚਨ ਮਾਰਕ ਹੁੰਦਾ ਆਲਵੇਜ਼ ਕਿ ਸਾਡੇ ਕੋਲੋਂ ਕਿਹੜੀ ਗਲਤੀ ਹੋ ਗਈ, ਵਾਈ ਮਮਾ ਇਜ਼ ਸੋ ਕੁਆਇਟ। ਇਸ ਚੱਕਰ 'ਚ 10 ਗਲਤੀਆਂ ਹੋਰ ਨਿਕਲ ਜਾਂਦੀਆਂ, ਇਹ ਕੀਤਾ ਹੋਣਾ ਉਹ ਕੀਤਾ ਹੋਣਾ। ਤੇ ਜਿੱਦਾਂ ਤੁਸੀਂ ਹੁਣੀ ਪੁਖਰਾਜ ਦੀ ਗੱਲ ਕੀਤੀ ਸੀਗੀ, ਜੇ ਤੁਸੀਂ ਹੁਣ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਮੈਮ ਨੇ ਵੀ ਦੱਸਿਆ, ਸਰ ਨੇ ਵੀ ਦੱਸਿਆ ਕਿ ਭੱਲਾ ਜੀ ਔਰ ਸ਼ਰਮਾ ਜੀ ਦੀ ਜਿਹੜੀ ਯਾਰੀ ਹੈ ਇੱਕ ਫੈਮਿਲੀ ਕਹਿ ਲਓ ਰਿਲੇਸ਼ਨਸ਼ਿਪ ਦੇ ਵਿੱਚ ਹੈ ਨਾ ਤਬਦੀਲ ਹੋ ਚੁੱਕੀ ਆ। ਤੇ ਓਬਵੀਅਸਲੀ ਫਿਰ ਤੁਹਾਡਾ ਬਚਪਨ ਵੀ ਪੁਖਰਾਜ ਦੇ ਨਾਲ ਹੀ ਨਿਕਲਿਆ ਹੋਊਗਾ। ਕੁਝ ਐਦਾਂ ਦੇ ਕਿੱਸੇ ਜਿਹੜੇ ਤੁਸੀਂ ਸ਼ੇਅਰ ਕਰਨੇ ਹੋਣ ਕਿ ਬਚਪਨ ਤੋਂ ਲੈ ਕੇ ਹੁਣ ਤੱਕ, ਜਿਨ੍ਹਾਂ ਨੂੰ ਤੁਸੀਂ ਯਾਦ ਕਰਕੇ ਅੱਜੇ ਵੀ ਮਤਲਬ ਤੁਹਾਡੇ ਨਾ ਇੱਕ ਸਮਾਈਲ ਫੇਸ ਤੇ ਆ ਜਾਂਦੀ ਹੈ, ਕੁਝ ਐਦਾਂ ਦਾ? ਆਈ ਥਿੰਕ ਮੈਨੂੰ ਤਾਂ ਹਿਮਾਂਗ ਵੀ ਆਪਣਾ ਦੱਸਣਗੇ, ਪਰ ਮੈਨੂੰ ਤਾਂ ਪੁਖਰਾਜ ਦਾ ਯਾਦ ਆ। ਮੈਂ ਬਹੁਤ ਡਰਦੀ ਹੁੰਦੀ ਸੀ। ਉਹ ਨਾ ਪੁਖਰਾਜ ਆ ਕੇ ਦੌੜਿਆ ਫਿਰਦਾ ਰਹਿੰਦਾ ਸੀ ਇੱਧਰ ਉੱਧਰ, ਤੇ ਵਿੱਚ ਵੱਜਦਾ ਸੀ, ਸਿਰ ਜਾ ਕੇ ਵਿੱਚ ਮਾਰਦਾ ਸੀ ਬੰਦਿਆਂ ਵਿੱਚ। ਤੇ ਜਦੋਂ ਪੁਖਰਾਜ ਆਉਣ ਵਾਲਾ ਹੁੰਦਾ ਸੀ ਮੈਂ ਹਮੇਸ਼ਾ ਮੰਮਾ ਮੈਨੂੰ ਬਚਾ ਲਓ, ਪੁਖਰਾਜ ਆ ਰਿਹਾ, ਪੁਖਰਾਜ ਆ ਰਿਹਾ। ਉਹ ਜੂਲੀਅਸ ਸਮਿਥ ਥਾ ਵਜਦਾ ਪਹਿਲਾਂ ਸਰਦਾਰ ਸੀ, ਉਹਨਾਂ ਨੇ ਪਹਿਲਾਂ ਵਾਲ ਰੱਖੇ ਹੋਏ ਸੀ। ਕੱਟ ਸਾਈਡ ਹੁਣ ਹੋਇਆ, ਪਹਿਲਾਂ ਹੀ ਯੂਜ਼ਡ ਟੂ ਕੀਪ ਫੁੱਲ ਹੇਅਰ।
ਛਨਕਾਟਿਆਂ 'ਚ ਦੇਖਿਆ ਜਾ ਸਕਦਾ ਈਵਨ ਛਨਕਾਟੇ ਦੇ ਵਿੱਚ ਇਬਨਾ ਜੀ ਤੇ ਸਾਰੇ ਦਿਖਾਈ ਦਿੰਦੇ ਨੇ। ਇਕੱਠੇ ਪਰਫਾਰਮ ਕਰਦੇ ਸੀਗੇ। ਹਾਂਜੀ ਜੀ ਤੇ ਹਿਮਾਂਗ ਤੁਹਾਡਾ ਐਕਸਪੀਰੀਅੰਸ ਪੁਖਰਾਜ ਨਾਲ ਇਦਾਂ ਦਾ ਕੋਈ? ਨਹੀਂ, ਮੈਨੂੰ ਲੱਗਿਆ ਕਿ ਪੁਖਰਾਜ ਵਿੱਚ ਕਾਫੀ ਹੁਣ ਗਰੋਥ ਆਈ ਹੈ, ਕਾਫੀ ਇਵੋਲਵ ਕੀਤਾ ਵਾ ਪੁਖਰਾਜ। ਆਈ ਥਿੰਕ ਹੁਣ ਜਿੰਨਾ ਕਾਮ ਆ, ਜਿੰਨਾ ਮੈਚੋਰ ਆ, ਜਿੰਨਾ ਰਿਸਪੌਂਸਿਬਲ ਆ, ਆਈ ਥਿੰਕ ਬਚਪਨ ਵਿੱਚ ਹੀ ਵਾਸ ਟੋਟਲੀ ਆਪੋਜ਼ਿਟ ਆਫ ਦੈਟ। ਮੈਨੂੰ ਯਾਦ ਹੈ ਇੱਕ ਵਾਰੀ ਅਸੀਂ ਕਾਫੀ, ਜਦੋਂ ਪਾਪਾ ਤੇ ਭੱਲਾ ਅੰਕਲ ਦੇ ਸ਼ੋਜ਼ ਹੁੰਦੇ ਸੀ, ਅਸੀਂ ਇਕੱਠੇ ਫਲਾਈਟ ਲੈਂਦੇ ਸੀਗੇ, ਇਕੱਠੇ ਜਾਂਦੇ ਸੀਗੇ। ਇੱਕ ਵਾਰੀ ਯਾਦ ਆ ਉਹ ਜਿਹੜੀ ਕਨਵੇਅਰ ਬੈਲਟ ਹੁੰਦੀ ਹੈ ਜਿੱਥੇ ਟੈਕਸੀ ਜਿੱਥੇ ਤੁਹਾਡੇ ਸਾਰੇ ਸੂਟਕੇਸਿਸ ਲੱਗੇ ਜਾਂਦਾ ਵਾ, ਉੱਥੇ ਇੱਕ ਵਾਰੀ ਚੜ੍ਹ ਗਿਆ ਸੀਗਾ। ਇੱਕ ਵਾਰੀ ਕਾਕਪਿਟ ਵਿੱਚ ਚਲ ਗਿਆ ਸੀਗਾ ਪਾਇਲਟ ਦੀ। ਤੇ all of those incidents we very fondly remember and remember him as a very very naughty boy, but I think now, like over a period of time, we are all very proud of him, looking at his growth, like not just his professional growth to sanu pata hai, but also his personal growth, which not a lot of people know about. I think ਉਹ ਕਹਿਣ ਦਾ ਮਤਲਬ ਹੈ ਕਿ ਤੁਹਾਡੇ ਤਿੰਨਾਂ ਚੋਂ ਪੁਖਰਾਜ ਜਿਹੜੇ ਸੀਗੇ ਉਹ ਸਭ ਤੋਂ ਜ਼ਿਆਦਾ ਸ਼ਰਾਰਤੀ ਸੀ। ਹਾਂ ਜੀ, ਬਿਲਕੁਲ। ਤੇ ਇੱਕ ਐਦਾਂ ਦਾ ਹੀ ਕਿੱਸਾ ਸੱਤੀ, ਜਦ ਆਪਾਂ ਇੰਟਰਵਿਊ ਸ਼ੁਰੂ ਕਰਨੀ ਸੀ, ਸਟਾਰਟ ਕਰਨੀ ਸੀਗੀ, ਤੇ ਮੇਰੀ ਮੈਮ ਨਾਲ ਗੱਲ ਹੋ ਰਹੀ ਸੀ, ਮੈਮ ਨੇ ਸ਼ੇਅਰ ਕੀਤਾ ਉਹ ਕਿੱਸਾ। ਮੈਂ ਜ਼ਰੂਰ ਚਾਹੂੰਗੀ ਕਿ ਮੈਮ ਔਨ ਕੈਮਰਾ ਸ਼ੇਅਰ ਕਰਨ। ਮੈਮ ਪਲੀਜ਼, ਇਟਸ ਅ ਰਿਕੁਐਸਟ। ਮੈਂ ਥੋੜੇ ਹੈਜ਼ਿਟੇਟਿੰਗਲੀ ਸ਼ੇਅਰ ਕਰ ਰਹੀ ਹਾਂ ਕਿਉਂਕਿ ਹੁਣ ਤਾਂ ਅਸੀਂ ਪੁਖਰਾਜ ਦਾ ਵਿਆਹ ਵੀ ਰੱਖ ਲਿਆ ਤੇ ਮੈਂ ਸੋਚਦੀ ਹਾਂ ਕਿ ਉਹਦੀ ਵੁੱਡ ਬੀ ਪਾਰਟਨਰ ਦਿਸ਼ੂ ਨੂੰ ਕਿੱਦਾਂ ਦਾ ਲੱਗੂਗਾ ਇਹ ਸੁਣ ਕੇ। ਪੁਖਰਾਜ ਨੈਂਸੀ ਬਹੁਤ ਹੀ ਨਿੱਘਾ ਤੇ ਬਹੁਤ ਹੀ ਪਿਆਰਾ ਬੱਚਾ ਸ਼ੁਰੂ ਤੋਂ ਹੀ, ਤੇ ਮੈਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਸੀਗਾ। ਅਸੀਂ ਉਦੋਂ ਜਲੰਧਰ ਰਹਿੰਦੇ ਹੁੰਦੇ ਸੀਗਾ, ਵੀ ਹੋਣਾ ਹਾਰਡਲੀ 5-6 ਇਅਰਸ ਦਾ, 5-6 ਸਾਲ ਦਾ ਹੋਣਾ। ਤੇ ਅਸੀਂ ਜਲੰਧਰ ਤੋਂ ਲੁਧਿਆਣੇ ਇਹਨਾਂ ਨੂੰ ਮਿਲਣ ਜਾਇਆ ਕਰਨਾ। ਤੇ ਇੱਕ ਵਾਰ ਇਸ ਤਰ੍ਹਾਂ ਹੋਇਆ ਕਿ ਇਹਦਾ ਮਨ ਨਹੀਂ ਕਰਦਾ ਸੀਗਾ ਕਿ ਜਾਣ ਨਾ ਆਏ ਵਾਪਸ। ਤਾਂ ਕੰਚਨ ਚਾਚੀ ਪਲੀਜ਼ ਤੁਸੀਂ ਜਲੰਧਰ ਨਾ ਜਾਓ, ਵਾਪਸ ਨਾ ਜਾਓ, ਅੱਜ ਇੱਥੇ ਹੀ ਰਹਿ ਜਾਓ। ਮੈਂ ਕਿਹਾ ਠੀਕ ਹੈ ਭੁੱਖੀ, ਮੈਂ ਜਲੰਧਰ ਨਹੀਂ ਜਾਊਂਗੀ, ਮੈਂ ਤੁਹਾਡੇ ਕੋਲ ਹੀ ਰਹਿ ਜਾਊਂਗੀ, ਪਰ ਤੁਸੀਂ ਕੰਚਨ ਚਾਚੀ ਦਾ ਇੱਕ ਕਹਿਣਾ ਮੰਨੋਗੇ? ਕਹਿੰਦਾ ਹਾਂਜੀ। ਮੈਂ ਕਿਹਾ ਪੱਕੀ ਗੱਲ ਹੈ? ਕਹਿੰਦਾ ਹਾਂਜੀ। ਮੈਂ ਕਿਹਾ ਪੁਖਰਾਜ, ਕੰਚਨ ਚਾਚੀ ਨੂੰ ਬਹੁਤ ਜ਼ੋਰ ਦੀ ਸੁਸੂ ਆਇਆ, ਤੁਸੀਂ ਕਰਕੇ ਆਓਗੇ? ਇਹਨੇ ਬਿਲਕੁਲ ਕੁਛ ਨਹੀਂ ਸੋਚਿਆ, ਸ਼ੂਟ ਵੱਟੀ ਔਰ ਫਟਾਫਟ ਬਾਥਰੂਮ 'ਚ ਗਿਆ। 2 ਮਿੰਟ ਬਾਅਦ ਵਾਪਸ ਆ ਗਿਆ। ਕੰਚਨ ਚਾਚੀ ਮੈਂ ਚੀਕ ਕਰ ਆਇਆ, ਹੁਣ ਤੁਸੀਂ ਜਾਓਗੇ ਤਾਂ ਨਹੀਂ? ਕਿਊਟ ਨਾ, ਬਹੁਤ ਕਿਊਟ ਹੈ। ਸੱਚ, ਲਵਲੀ ਚਾਈਲਡ। ਜਦ ਮੈਨੂੰ ਮੈਮ ਨੇ ਕਿੱਸਾ ਦੱਸਿਆ ਨਾ, ਮੈਂ ਕਿਹਾ ਮੈਮ ਪਲੀਜ਼ ਆ ਤਾਂ ਔਨ ਕੈਮਰਾ ਆਣਾ ਚਾਹੀਦਾ। ਤੇ ਮੈਂ ਐਸੇ ਇੱਕ ਹੋਰ ਕੋਈ ਫੈਮਿਲੀ ਦਾ, ਜਿਵੇਂ ਇਕੱਠੇ ਗੈਟ ਟੂਗੇਦਰ ਸਾਰੇ ਅਬਰੋਡ ਕਿਤੇ ਸ਼ੋਜ਼ ਵਾਸਤੇ ਗਏ ਹੋਵੋ, ਹੈ ਨਾ, ਉੱਥੇ ਦਾ ਹੋਵੇ ਦੋਵਾਂ ਫੈਮਿਲੀਜ਼ ਦਾ, ਉਧਰ ਜਸਵਿੰਦਰ ਭੱਲਾ ਅੰਕਲ ਦੀ ਫੈਮਿਲੀ ਦਾ ਤੇ ਤੁਹਾਡੀ ਫੈਮਿਲੀ ਦਾ। ਸਤੀ ਜੀ, ਮੈਨੂੰ ਇਦਾਂ ਇੱਕ ਯਾਦ ਆ ਗਿਆ ਕਿ ਅਸੀਂ ਨਾ ਕੋਈ 2 ਮਹੀਨੇ ਟੂਰ ਸੀਗਾ ਅਮਰੀਕਾ ਕੈਨੇਡਾ ਦਾ, ਤੇ ਭੱਲਾ ਜੀ ਦੀ ਵਾਈਫ ਦਾ ਪਾਸਪੋਰਟ ਐਕਸਪਾਇਰ ਹੋਇਆ ਸੀ, ਸ਼ੀ ਕੁਡਨਟ ਕੰਪਨੀ ਨਾ। ਸੋ ਕੰਚਨ, ਮੈਂ ਤੇ ਭੱਲਾ ਜੀ ਅਸੀਂ ਸਾਰੇ ਸ਼ੋਅ ਕੰਪਲੀਟ ਕਰਨ ਤੋਂ ਬਾਅਦ ਵਾਪਸੀ ਇੰਡੀਆ ਫਲਾਈਟ ਲੈਣੀ ਸੀ। ਸ਼ਿਕਾਗੋ 에ਅਰਪੋਰਟ ਦੀ ਗੱਲ ਹੈਗੀ ਆ, ਔਰ ਰੀਅਲ ਹੈਪਨਿੰਗ ਆ ਕਿ ਜਿੱਦਾਂ ਫਲਾਈਟ ਸਾਡੀ 12 ਵਜੇ ਸੀ, ਉਹ ਲੇਟ ਈਵਨਿੰਗ ਕੈਂਸਲ ਹੋ ਗਈ, ਸ਼ਾਮ ਨੂੰ 8 ਵਜੇ ਜਾਣੀ ਸੀ। ਸਾਨੂੰ 5-6 ਘੰਟੇ 에ਅਰਪੋਰਟ 'ਤੇ ਸਪੈਂਡ ਕਰਨੇ ਪੈਣੇ ਸੀ ਬਾਈ ਡਿਫਾਲਟ। ਤੇ ਅਸੀਂ ਉੱਥੇ ਲੇਟੇ ਹੋਏ, ਥੱਕੇ ਵੀ ਹੋਏ ਸੀਗੇ, ਇੰਡੀਆ ਆਉਣ ਦੀ ਤਿਆਰੀ ਸੀਗੀ। ਤੇ ਅਸੀਂ ਨਾ ਗੱਲਾਂ ਕਰਦੇ ਕਰਦੇ ਭੱਲਾ ਸਾਹਿਬ ਨੇ ਨਾ, ਵੈਸੇ ਜਿੱਦਾਂ ਕਿਉਂਕਿ PAU ਪੜ੍ਹੇ ਆ, ਭੱਲਾ ਸਾਹਿਬ ਵੀ PAU, ਕੰਚਨ ਵੀ, ਮੈਂ ਵੀ ਲੁਧਿਆਣੇ, ਤਾਂ ਭੱਲਾ ਸਾਹਿਬ ਕੰਚਨ ਨੂੰ ਕਹਿੰਦੇ ਕੰਚਨ ਜੀ ਤੁਸੀਂ ਤਾਂ PAU ਪੜ੍ਹਦੇ ਰਹੇ ਆ। ਤੇ ਕੰਚਨ ਨੇ ਵੀ ਆਪ ਗੱਲ ਕਰਤੀ ਭੱਲਾ ਸਾਹਿਬ ਨਾਲ ਵੀ ਮੈਂ ਨਾ ਜਸਵਿੰਦਰ ਬਹੁਤ ਫਰਾਖ ਦਿਲ ਔਰਤ ਆ, ਮੈਂ ਨਹੀਂ ਮਾਈਂਡ ਕਰਦੀ ਵੀ ਜੇ ਨਾ ਮਤਲਬ ਭੱਲਾ ਸਾਹਿਬ ਵੀ ਸੁਣ ਰਹੇ ਸੀਗੇ, ਕਹਿੰਦੇ ਜੇ ਨਾ ਕੋਈ BM ਦੀ ਪਹਿਲਾਂ ਵੀ ਗਰਲਫ੍ਰੈਂਡ ਕੋਈ ਰਹੀ ਹੋਵੇ ਨਾ ਲਾਈਫ 'ਚ, ਤਾਂ ਹੀ ਕੈਨ ਈਜ਼ੀਲੀ ਸ਼ੇਅਰ ਵਿਦ ਮੀ। ਤੇ ਜਸਵਿੰਦਰ ਮੈਨੂੰ ਕਹਿੰਦਾ ਬਾਲ ਜਨਾਨੀ ਦੀਆਂ ਗੱਲਾਂ 'ਚ ਨਹੀਂ ਆਈਦਾ, ਉਧਰ ਨਾ ਪਈ ਦੱਸ ਨਹੀਂ। ਮੈਂ ਕਿਹਾ ਮੈਂ ਕਮਲਾ, ਇਹ 에ਅਰਪੋਰਟ ਦੀ ਗੱਲ ਅਜੇ ਤੱਕ ਭੁੱਲਦੀ ਨਹੀਂ ਸਾਨੂੰ ਜੀ। ਗੱਲ ਹੋਈ ਸੀ ਕਿ ਸੋ ਲਾਈਫ ਚੱਲ ਰਿਹਾ ਤਾਂ ਬੜਾ ਵੱਡਾ। ਬਿਲਕੁਲ, ਚਲੋ ਬਹੁਤ ਚੰਗਾ ਲੱਗ ਰਿਹਾ, ਸੱਚੀ ਗੱਲ ਕਹਿ ਰਹੇ ਕਿ ਦਿਲ ਖੁਸ਼ ਹੋ ਗਿਆ ਕਿ ਐਦਾਂ ਦੀ ਇੰਟਰਵਿਊ ਮੈਨੂੰ ਨਹੀਂ ਲੱਗਦਾ ਕਦੇ ਕਰਨ ਦਾ ਮੌਕਾ ਮਿਲਿਆ। ਤੇ ਬਹੁਤ ਚੰਗਾ ਲੱਗਿਆ ਇੱਕ ਫੈਮਿਲੀ ਮਾਹੌਲ, ਤੇ ਇਸੇ ਕਰਕੇ ਅਸੀਂ ਗੱਲਾਂ ਚੋਂ ਗੱਲ ਜਿਹੜਾ ਇਹ ਨਾ ਕਪਲ ਬੇਸ ਸ਼ੋਅ ਕੀਤਾ ਕਿ ਸਾਰੀ ਫੈਮਿਲੀ ਨੂੰ ਇਨਵੋਲਵ ਕੀਤਾ ਜਾਵੇ। ਸਤਰੰਗ ਸੈਲੀਬ੍ਰਿਟੀ ਨੂੰ ਸਾਰੇ ਬਹੁਤ ਪਿਆਰ ਦਿੰਦੇ ਸੀ ਕਿਉਂਕਿ ਉੱਥੇ 1 to 1 ਹੁੰਦਾ ਸੀਗਾ, ਤੇ ਹੁਣ ਫੈਮਿਲੀ ਦੇ ਵਿੱਚ ਬਹੁਤ ਵਧੀਆ ਲੱਗਦਾ। ਤੇ ਹੁਣ ਸ਼ਰਮਾ ਜੀ, ਜਿਵੇਂ ਹੁਣ ਜਿਹੜੇ ਤੁਹਾਡੇ ਕਿਸਾਨਾਂ ਦੇ ਲਈ ਵੀ ਸ਼ੋਅ ਚੱਲਦੇ ਹੈ ਨਾ, ਪੰਜਾਬ ਐਗਰੋ ਦਾ ਇੱਕ ਚੱਲਦਾ, ਮਾਰਕਫੈਡ ਤੋਂ ਬਾਅਦ ਤੁਸੀਂ ਜਿਹੜਾ ਅੱਗੇ ਸ਼ੁਰੂ ਕੀਤਾ ਫਿਰ ਇੱਕ ਵਾਟਰ ਸਪਲਾਈ ਡਿਪਾਰਟਮੈਂਟ ਦਾ ਨਾਮ, ਮੈਂ ਚਾਹੁੰਦਾ ਕਿ ਸਾਡੀ ਆਡੀਅנס ਦੇ ਨਾਲ ਉਹ ਵੀ ਥੋੜ੍ਹਾ ਸ਼ੇਅਰ ਕਰ ਲਓ, ਹੈ ਨਾ। ਸਤੀ ਜੀ, ਬੇਸਿਕਲੀ ਭਾਵੇਂ ਮੈਂ ਆਪਣੇ 58 ਸਾਲ ਦੀ ਉਮਰ ਪੂਰੀ ਕਰਕੇ ਮਾਰਕਫੈਡ 'ਚੋਂ ਸੈਪਟੈਂਬਰ 19 ਵਿੱਚ ਐਜ਼ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਰਿਟਾਇਰ ਹੋਇਆ, ਬਟ ਮੈਨੂੰ ਖੁਸ਼ੀ ਹੈ ਕਿ ਪੰਜਾਬ ਸਰਕਾਰ ਨੇ ਹਜੇ ਵੀ ਮੇਰੀਆਂ ਸੇਵਾਵਾਂ ਜਿਹੜੀਆਂ
ਉਹ ਮੈਨੂੰ ਜਾਰੀ ਰੱਖਣ ਦਾ ਮੌਕਾ ਦਿੱਤਾ ਹੋਇਆ। ਜਲ ਸਪਲਾਈ ਜਿਹੜਾ ਵਿਭਾਗ ਆ ਉਹਨਾਂ ਦੇ ਮੈਂ ਬਤੌਰ ਉਹਨਾਂ ਦੀ ਟੈਕਨੀਕਲ ਭਾਸ਼ਾ ਤਾਂ IEC ਕੰਸਲਟੈਂਟ ਆ, ਮੈਂ ਉਹਨਾਂ ਦਾ ਸਲਾਹਕਾਰ ਤੌਰ ਤੇ ਕੰਮ ਕਰ ਰਿਹਾ, ਮੀਡੀਆ ਨੂੰ ਦੇਖ ਰਿਹਾ। ਤੇ ਉਹਦੇ ਵਿੱਚ ਹਰ ਐਤਵਾਰ ਨੂੰ 5:30 ਵਜੇ ਜਲੰਧਰ ਦੂਰਦਰਸ਼ਨ ਤੋਂ ਜਲ ਹੈ ਤਾਂ ਕੱਲ ਹੈ ਉਹ ਪ੍ਰੋਗਰਾਮ ਡਿਜ਼ਾਈਨ ਕੀਤਾ ਮੈਂ, ਉਹਨੂੰ ਮੈਂ ਹੋਸਟ ਕਰਦਾ। ਤੇ ਉਹ ਹਰ ਇੱਕ ਹਫਤੇ ਜਾਣਕਾਰੀਆਂ ਪਾਣੀ ਸੰਬੰਧਿਤ ਲੈ ਕੇ ਅਸੀਂ ਮਹਿਕਮੇ ਦੱਸਦੇ ਹਾਂ। ਤੇ ਐਗਰੀਕਲਚਰ ਮੇਰਾ ਪੈਸ਼ਨ ਹੈ, ਮੇਰਾ ਪ੍ਰੋਫੈਸ਼ਨ ਆ। ਤੇ ਮੈਂ ਪੰਜਾਬ ਐਗਰੋ ਦੇ MD ਮਨਜੀਤ ਸਿੰਘ ਬਰਾੜ ਜੀ ਨੇ ਮੇਰੇ ਨਾਲ ਗੱਲ ਕੀਤੀ ਕਿ ਸ਼ਰਮਾ ਜੀ ਸਾਡਾ 5 ਰਿਵਰ ਬ੍ਰਾਂਡ ਆ, ਆਪਾਂ ਇਹਨੂੰ ਪ੍ਰਮੋਸ਼ਨ ਕਰਨ ਵਾਸਤੇ ਇਹਨੂੰ ਸ਼ੋਅ ਲਾਂਚ ਕਰੀਏ। ਤੇ ਉਹਦੇ 'ਚ ਮੇਰਾ ਜਿਹੜਾ ਹਮੇਸ਼ਾ ਅਕੀਦਾ ਇਹ ਰਹਿੰਦਾ ਕਿ ਮੈਂ ਪੰਜਾਬ ਦੇ ਕਿਸਾਨ ਦੀ ਉਪਜ ਨੂੰ ਵੈਲਿਊ ਐਡੀਸ਼ਨ ਤੋਂ ਬਾਅਦ ਇਹ ਦੇਖਦਾ ਕਿ ਆਪਾਂ ਬਾਹਰਲੇ ਮੁਲਕਾਂ 'ਚ ਕਿਵੇਂ ਪਹੁੰਚਾ ਸਕਦੇ ਹਾਂ, ਕਿੰਨਾ ਵੱਧ ਇਹਨਾਂ ਨੂੰ ਕੀਮਤ ਮਿਲੇ ਆਪਣੇ ਜਿਨਸ ਦੀ। ਉਸ ਐਂਗਲ ਤੋਂ ਮੈਂ ਉਹ ਸ਼ੋਅ ਸ਼ੁਰੂ ਕਰ ਲਿਆ। ਤੇ ਲਗਭਗ ਨਵੰਬਰ ਤੋਂ ਲੈ ਕੇ ਹੁਣ ਤੱਕ ਅਸੀਂ 30-31 ਕਿਸ਼ਤਾਂ ਦੇ ਟੈਲੀਕਾਸਟ ਕਰ ਚੁੱਕੇ ਹੈਗੇ ਆ। ਉਹ ਸ਼ਨੀਵਾਰ 5:30 DD ਪੰਜਾਬੀ ਤੋਂ ਹੁੰਦਾ। ਸੋ ਸੰਡੇ 5:30 ਵਜੇ ਮੈਂ ਉਹਨਾਂ ਵਾਂ ਜਲ ਹੈ ਤਾਂ ਕੱਲ੍ਹ ਹੈ ਲੈ ਕੇ 7 ਵਜੇ ਸ਼ਾਮ ਨੂੰ ਸ਼ੋਅ ਰੇਡੀਓ 'ਤੇ ਹੁੰਦਾ ਵਾ, ਆਲ ਇੰਡੀਆ ਰੇਡੀਓ ਜਲੰਧਰ ਤੋਂ। ਤੇ ਸ਼ਨੀਵਾਰ 5:30 ਵਜੇ 5 ਰਿਵਰ ਲੈ ਕੇ ਮੈਂ ਪੇਸ਼ ਹੁੰਦਾ। ਉਮੀਦ ਹੈ ਕਿ ਇਹ ਜਿਹੜੀਆਂ ਸੇਵਾਵਾਂ ਜਿਹੜੀਆਂ ਮੇਰੀ ਜਾਰੀ ਰਹਿਣਗੀਆਂ। ਜੀ ਬਿਲਕੁਲ, ਬਹੁਤ ਚੰਗੀ ਤਰ੍ਹਾਂ ਤੁਸੀਂ ਐਕਸਪਲੇਨ ਕੀਤਾ। ਤੇ ਮੈਂ ਇਹੀ ਚਾਹੁੰਦਾ ਕਿ ਚੈਨਲ ਸਤਰੰਗ ਦੀ ਆਡੀਅנס ਵੀ ਜਿੰਨੀ ਵੀ ਦੇਖ ਰਹੀ ਹੈ, ਇਹ ਦੋਵੇਂ ਸ਼ੋਜ਼ ਜਿਹੜੇ ਹੈਗੇ YouTube ਦੇ ਉੱਤੇ ਵੀ ਅਵੇਲੇਬਲ ਹੁੰਦੇ ਨੇ। ਇੱਕ ਪੰਜਾਬ ਐਗਰੋਜ਼ 5 ਰਿਵਰ YouTube ਚੈਨਲ ਦੇ ਉੱਤੇ ਜਿਹੜਾ ਪੰਜਾਬ ਐਗਰੋ ਦਾ ਸ਼ੋਅ, ਤੇ ਹਰ ਘਰ ਨਾਲ ਹਰ ਘਰ ਜਲ ਜੋ ਹੈ ਉਹ ਜਲ ਹੈ ਤਾਂ ਕੱਲ੍ਹ ਹੈ ਜਿਹੜਾ ਸ਼ੋਅ ਹੁੰਦਾ ਹੈਗਾ ਉਹ ਉਸ ਚੈਨਲ ਦੇ ਉੱਤੇ। ਸੋ ਸਾਰੇ ਜਣੇ ਉੱਥੇ ਵੀ ਜਾ ਕੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ। ਸਾਰੇ ਕਿਸਾਨ ਵੀਰਾਂ ਨੂੰ ਬਹੁਤ ਸਾਰੀਆਂ ਜਾਣਕਾਰੀਆਂ ਮਿਲਣਗੀਆਂ। ਤੇ ਸੱਤੀ ਜੀ ਚਲੋ ਇਹ ਤਾਂ ਹੋ ਗਈਆਂ ਹੁਣ ਪ੍ਰੋਫੈਸ਼ਨਲ ਗੱਲਾਂ, ਠੀਕ ਹੈ, ਮਤਲਬ ਡਿਪਾਰਟਮੈਂਟ ਦੀ ਗੱਲਾਂ ਹੋ ਗਈਆਂ। ਤੇ ਹੁਣ ਆਪਾਂ ਦੁਬਾਰਾ ਆਪਣੇ ਹੱਸੀ ਵਾਲੇ ਮਾਹੌਲ ਨੂੰ ਲੈ ਕੇ ਆਉਂਦੇ ਹਾਂ ਤੇ ਗੱਲ ਕਰਦੇ ਹਾਂ ਛਨਕਾਟੇ ਦੀ। ਤੇ ਇਹ ਤਾਂ ਸਾਰੇ ਜਾਣਦੇ ਹੈ ਕਿ ਜਦ ਤੱਕ ਆਪਾਂ ਛਨਕਾਟੇ ਦੀ ਕੋਈ ਗੱਲ ਨਾ ਕਰੀਏ ਜਾਂ ਕੋਈ ਕਿੱਸਾ ਨਾ ਸੁਣੀਏ ਸ਼ਰਮਾ ਜੀ ਤੋਂ, ਭੱਲਾ ਜੀ ਨਾਲ ਰਿਲੇਟਡ ਜਾਂ ਛਨਕਾਟੇ ਨਾਲ ਰਿਲੇਟਡ, ਉਦੋਂ ਤੱਕ ਕੋਈ ਵੀ ਇੰਟਰਵਿਊ ਇਹਨਾਂ ਦੀ ਪੂਰੀ ਮੰਨੀ ਹੀ ਨਹੀਂ ਜਾ ਸਕਦੀ। ਤੇ ਮੈਨੂੰ ਨਹੀਂ ਲੱਗਦਾ ਆਪਾਂ ਇਸ ਪੂਰੇ ਐਪੀਸੋਡ 'ਚ ਹਾਲੇ ਤੱਕ ਕੋਈ ਗੱਲ ਕੀਤੀ ਹੈ। ਤੇ ਸ਼ਰਮਾ ਜੀ ਅਸੀਂ ਚਾਹਾਂਗੇ ਕਿ ਤੁਸੀਂ ਕੋਈ ਇੱਕ ਕਿੱਸਾ ਪਲੀਜ਼ ਇੱਦਾਂ ਦਾ ਜ਼ਰੂਰ ਸ਼ੇਅਰ ਕਰੋ ਸਾਡੀ ਆਡੀਅנס ਦੇ ਨਾਲ। ਗੱਲ ਤਾਂ ਤੁਹਾਡੀ ਸੱਤੀ ਜੀ ਨੈਂਸੀ ਜੀ ਸਹੀ ਆ ਕਿ ਛਨਕਾਟਾ ਜਿਹੜਾ ਉਹ ਸਾਡੀ ਇੱਕ ਰੂਹ ਦੀ ਖੁਰਾਕ ਵਾ, ਸਾਡਾ ਮਦਰ ਪ੍ਰੋਡਕਟ ਆ। ਤੇ ਦੁਨੀਆ ਭਰ ਦੇ ਵਿੱਚ ਜੇ ਸਾਨੂੰ ਥੋੜ੍ਹੀ ਬਹੁਤੀ ਪਹਿਚਾਣ ਮਿਲੀ ਆ ਭੱਲਾ ਜੀ ਤੇ ਮੈਨੂੰ, ਤਾਂ ਛਨਕਾਟਾ ਦਾ ਇੱਕ ਮੁੱਖ ਰੋਲ ਰਿਹਾ ਵਾ। ਤੇ ਛਨਕਾਟਾ ਕਰਕੇ ਸੱਤੀ ਜੀ ਸਾਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਜਾਣ ਦਾ ਮੌਕਾ ਮਿਲਦਾ ਰਿਹਾ। ਤੇ ਨੈਂਸੀ ਨੇ ਜਾਣਨਾ ਚਾਹਿਆ ਵੀ ਕੋਈ ਯਾਦ ਤਾਜ਼ੀ ਕਰੋ, ਤਾਂ ਮੇਰੇ ਯਾਦ ਆ ਸ਼ਾਇਦ 95 97 ਦੇ ਵਿੱਚ ਐਡਮਿੰਟਨ ਦੇ ਵਿੱਚ ਸੱਤੀ ਜੀ ਇੱਕ ਲਾਈਵ ਸ਼ੋਅ ਸੀਗਾ। ਉਹਦੇ ਵਿੱਚ ਇਸ ਤਰ੍ਹਾਂ ਸੀਗਾ ਕਿ 1.5 ਘੰਟਾ ਪਾਕਿਸਤਾਨ ਦੇ ਜਿਹੜੇ ਕਮੇਡੀਅਨ ਸਿੰਗਰ ਤੇ 1.5 ਘੰਟਾ ਸਾਡੇ ਇੰਡੀਆ ਦੇ। ਤੇ ਉਸ ਸ਼ੋਅ 'ਚ ਨੈਂਸੀ ਜੀ ਇੱਧਰੋਂ ਹੰਸਰਾਜ ਹੰਸ ਜੀ, ਸਰਦੂਲ ਸਿਕੰਦਰ ਜੀ, ਦਵਿੰਦਰ ਖੰਨੇਵਾਲਾ, ਹਰਦੀਪ ਬਾਈ ਜੀ, ਭੱਲਾ ਜੀ, ਮੈਂ। ਉੱਧਰੋਂ ਪਾਕਿਸਤਾਨ ਤੋਂ ਅਤਾਉੱਲਾ ਖਾਨ ਸਾਹਿਬ ਤੇ ਅਕਰਮ ਰਾਹੀ, ਸ਼ੌਕੀ ਖਾਨ। ਤੇ ਉਹ ਮੈਨੂੰ ਗੱਲ ਭੁੱਲਦੀ ਨਹੀਂ ਕਿਉਂਕਿ ਉਸ ਸਟੇਜ ਦੇ ਉੱਪਰ ਜਦੋਂ ਅਸੀਂ ਕਾਮੇਡੀ ਉਹਨਾਂ ਦੀ ਦੇਖੀ, ਸਾਨੂੰ ਲੱਗਾ ਕਿ ਸਾਡੇ ਸਿੰਗਰ ਸ਼ਾਇਦ ਉਨਾ ਜਜ਼ਬਾ ਨਹੀਂ ਰੱਖਦੇ ਜਿੰਨਾ ਉਹ ਸਿੰਗਰ ਆਪਣੇ ਕਮੇਡੀਅਨ ਤੋਂ ਵਿਅੰਗ ਕਰਵਾ ਲੈਂਦੇ ਆ। ਤੇ ਉਹ ਅਤਾਉੱਲਾ ਖਾਨ ਸਾਹਿਬ ਸਟੇਜ 'ਤੇ ਸੀਗੇ ਤੇ ਜਦੋਂ ਸ਼ੌਕੀ ਖਾਨ ਨੇ ਉਹਨਾਂ ਦੀ ਹਾਜ਼ਰੀ ਗੱਲ ਸੁਣਾਈ, ਕਹਿੰਦਾ ਅਤਾਉੱਲਾ ਜੀ ਤੁਸੀਂ ਗਾਉਂਦੇ ਬਹੁਤ ਆਲਾ, ਪਰ ਤੁਹਾਡਾ ਜਿਹੜਾ ਅੰਦਾਜ਼ ਆ ਆਪਾਂ ਜੇ ਯਾਦ ਕਰੀਏ ਅਤਾਉੱਲਾ ਖਾਨ ਸਾਹਿਬ ਇਸ ਤਰ੍ਹਾਂ ਗਾਉਂਦੇ ਆ ਆਪਣਾ ਇਸ ਤਰ੍ਹਾਂ, ਤੇ ਕਹਿੰਦੇ ਵੀ ਤੁਸੀਂ ਗਾਉਂਦੇ ਬਹੁਤ ਸੋਹਣਾ ਪਰ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ ਹੋਇਆ। ਸ਼ੌਕੀ ਖਾਨ ਕਹਿੰਦਾ ਕਿਉਂਕਿ ਆਵਾਜ਼ ਇਹਨਾਂ ਦੀ ਆਪਣੀ ਆ, ਵਾਜਾ ਚੋਰੀ ਦਾ। ਯਾਨੀ ਇੰਨਾ ਉਹਨਾਂ ਨੇ ਵਿਅੰਗ ਕਰਨਾ, ਇੰਨਾ ਉਹਨਾਂ ਨੇ ਮੂੰਹ 'ਤੇ ਵਿਅੰਗ ਕਰਨਾ। ਤੇ ਫਿਰ ਅਸੀਂ ਇਹ ਤਾਂ ਆਫ ਦੀ ਕੈਮਰਾ ਵੈਸੇ ਗੱਲ ਸੀਗੀ ਪਰ ਮੈਂ ਸ਼ੇਅਰ ਕਰ ਰਿਹਾ ਕਿ ਅਸੀਂ ਜਾ ਰਹੇ ਸੀ ਪੈਟਿੰਗਟਨ ਕੇ ਪ੍ਰਿੰਸ ਜਾਰਜ ਬਾਈ ਰੋਡ, ਤੇ ਉਹਨਾਂ ਨੇ ਸਾਨੂੰ ਇੱਕ ਵੱਡਾ ਕੋਚ ਕਰ ਕੀਤਾ ਸੀਗਾ ਪ੍ਰਮੋਟਰਾਂ ਨੇ, ਦੋਨੋਂ ਕੰਟਰੀਜ਼ ਦੇ ਆਰਟਿਸਟ ਇਕੱਠੇ, ਤੇ ਲੰਬੀ ਟਰੈਵਲਿੰਗ ਸੀਗੀ। ਅਕਰਮ ਰਾਹੀ ਨੂੰ ਪੁੱਛਣ ਲੱਗ ਗਏ ਸੀ ਵੀ ਅਕਰਮ ਤੂੰ ਇੰਨਾ ਵਧੀਆ ਗਾਉਣਾ ਵਾ, ਤੇਰੇ ਗੀਤ ਲੁੱਕ ਲੁੱਕ ਦੁਨੀਆ 'ਚੋਂ ਅਸੀਂ ਰੋਂਦੇ ਰਹੇ, ਤੇਰੀਆਂ ਜੁਦਾਈਆਂ ਵਾਲੇ ਦਾਗ ਧੋਂਦੇ ਰਹੇ, ਬੜਾ ਹਿੱਟ ਸਿੰਗਰ ਸੀਗਾ, ਵੀ ਤੁਸੀਂ ਇੰਨਾ ਸੋਹਣਾ ਲਿਖਿਆ ਗਾਇਆ, ਇਹਦਾ ਬੈਕਗਰਾਊਂਡ ਕੀ ਆ। ਤੇ ਅਕਰਮ ਨਾ ਸੱਤੀ ਜੀ ਸਾਨੂੰ ਗੱਲ ਸੁਣਾਉਂਦੇ ਸੁਣਾਉਂਦੇ ਇਮੋਸ਼ਨਲ ਹੋ ਗਿਆ, ਉਹ ਮਤਲਬ ਭਾਵੁਕ ਹੋ ਗਿਆ। ਕਹਿੰਦਾ ਜੀ ਮੇਰਾ ਇੱਕ ਇਸ਼ਕ ਸੀਗਾ ਲੜਕੀ ਨਾਲ, ਲੜਕੀ ਦੇ ਪੇਰੈਂਟਸ ਬਹੁਤ ਅਮੀਰ ਸੀਗੇ, ਉਹਨਾਂ ਨੇ ਕੁੜੀ ਇੰਗਲੈਂਡ ਭੇਜਤੀ, ਮੈਂ ਬੱਸ ਕੰਡਕਟਰ ਸੀਗਾ ਤੇ ਕੁੜੀ ਮੈਨੂੰ ਚਾਹੁੰਦੀ ਸੀ, ਮੈਂ ਉਹਨੂੰ ਚਾਹੁੰਦਾ, ਵਿਆਹ ਸਾਡਾ ਹੋ ਨਹੀਂ ਸਕਿਆ। ਤੇ ਮੁੜ ਕੇ ਜਦੋਂ ਇੰਗਲੈਂਡ 'ਚ ਮੈਂ ਨਹੀਂ ਉਹਨੂੰ ਮਿਲ ਸਕਿਆ ਤੇ ਮੈਂ ਫਿਰ ਗੀਤ ਲਿਖੇ ਗਾਏ, ਤੇ ਇਹ ਗੀਤ ਜਿਹੜੇ ਹਿੱਟ ਹੋਏ, ਤੇ ਪਰ ਮੈਂ ਫਿਰ ਰੋਣ ਲੱਗ ਗਿਆ। ਤੇ ਸ਼ੌਕੀ ਖਾਨ ਦੇਖੋ ਇੰਨੀ ਗੱਲ ਸੀਰੀਅਸ ਟਰਨ ਲੈ ਗਈ। ਸ਼ੌਕੀ ਖਾਨ ਇੱਕਦਮ ਕਿਹਾ, ਉਹ ਅਕਰਮ ਚੁੱਪ ਕਰ, ਰੋਣਾ ਬੰਦ ਕਰ, ਜੇ ਤੇਰਾ ਇਸ਼ਕ ਫੇਲ ਨਾ ਹੁੰਦਾ ਤੈਨੂੰ ਦੁਨੀਆ ਜਾਣਨਾ ਹੀ ਨਹੀਂ ਸੀ।
ਦੁਨੀਆ ਜਾਣਨ ਤਾਂ ਹੀ ਲੱਗੀ ਇਸ਼ਕ ਫੇਲ ਹੋ ਗਿਆ। ਇਹ ਗੱਲਾਂ ਸਾਡੇ ਮਤਲਬ ਉਸ ਕੋਚ ਵਿੱਚ ਹੋਈਆਂ ਤੇ ਮੈਨੂੰ ਲੱਗਾ ਕਿ ਅਸੀਂ ਭਾਗਾਂ ਵਾਲੇ ਹਾਂ, ਮੈਂ ਤੇ ਭੱਲਾ ਜੀ ਵੀ, ਅਸੀਂ ਏਡੇ ਏਡੇ ਮਹਾਨ ਕਲਾਕਾਰਾਂ ਨਾਲ ਪਰਫਾਰਮ ਕਰਨ ਦਾ ਨਸੀਬ ਪ੍ਰਾਪਤ ਕੀਤਾ। ਤੇ ਹੁਣ ਛਨਕਾਟੇ ਵੈਸੇ ਆ ਰਹੇ ਅੱਗੇ ਕੁਝ ਲੈ ਕੇ ਛਨਕਾਟਾ ਸਤਿ ਜੀ, ਬਿਲਕੁਲ ਤੁਹਾਡੀ ਗੱਲ ਵਾਜਬ ਹੈ। ਸਾਨੂੰ ਇਹ ਰਿਪੀਟਡਲੀ ਮੀਡੀਆ ਤੋਂ ਇਹ ਕੁਐਸਚਨ ਆਉਂਦਾ ਵਾ, ਔਰ ਭੱਲਾ ਜੀ ਤੇ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਸੀ ਮੈਂ ਕਿ ਮੈਨੂੰ ਮਾਰਕਫੈਟ ਦੀਆਂ ਜਿਹੜੀਆਂ ਪ੍ਰਾਇੋਰਟੀਜ਼ ਕਰਕੇ ਸਮਾਂ ਨਹੀਂ ਨਾ ਮਿਲਿਆ ਤੇ ਭੱਲਾ ਜੀ ਫਿਲਮਾਂ ਵਿੱਚ ਬਹੁਤ ਜ਼ਿਆਦਾ ਵਿਅਸਤ ਹੋ ਗਏ ਸੀਗੇ। ਤੇ ਹੁਣ ਕਿਉਂਕਿ ਮੈਂ ਮਾਰਕਫੈਟ ਤੋਂ ਹੁਣ ਰਿਟਾਇਰ ਹੋ ਗਿਆ ਤੇ ਭੱਲਾ ਜੀ ਨਾਲ ਮੇਰੀਆਂ ਮੀਟਿੰਗਾਂ ਜਾਰੀ ਆ। ਜਦ ਦੀ ਕੋਵਿਡ ਕਰਕੇ ਸ਼ੂਟਿੰਗਾਂ ਬੰਦ ਆ, ਅਸੀਂ ਦੋਨਾਂ ਨੇ ਸੋਚਿਆ ਹੋਇਆ ਕਿ ਅਸੀਂ ਜਦ ਵੀ ਇਹ ਸ਼ੂਟਿੰਗ ਦੁਆਰਾ ਸ਼ੁਰੂ ਹੁੰਦੀ ਆ, ਕੋਵਿਡ ਖਤਮ ਹੁੰਦਾ ਵਾ, ਤੇ ਅਸੀਂ ਆਪਣਾ ਛਨਕਾਟੇ ਨੂੰ ਬਿਗ ਵੇ 'ਚ ਕਿਸੇ ਵੀ ਫਾਰਮ 'ਚ, ਚਾਹੇ ਵੈਬ ਸੀਰੀਜ਼ ਦੇ ਫਾਰਮ 'ਚ, ਚਾਹੇ ਸਟੇਜ ਸ਼ੋਅ ਦੇ ਫਾਰਮ 'ਚ, ਅਸੀਂ ਲੈ ਕੇ ਨੀਲੂ ਜੀ, ਭੱਲਾ ਜੀ, ਮੈਂ ਦਰਸ਼ਕਾਂ ਰੂਬਰੂ ਹੋਈਏ। ਲੋਕੀ ਵੇਟ ਵੀ ਕਰ ਰਹੇ ਆ, ਅਸੀਂ ਤਿਆਰ ਆ ਜੀ। ਜੀ, ਕੀ ਬਾਤ ਹੈ। ਤੇ ਸ਼ਰਮਾ ਜੀ, ਜਿਵੇਂ ਆਪਾਂ ਹੁਣ ਇੱਕ ਕਿੱਸਾ ਸ਼ੇਅਰ ਕੀਤਾ ਤੁਸੀਂ ਸਾਡੇ ਨਾਲ, ਤੇ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਸਾਨੂੰ ਇੱਕ ਜਦ ਤੱਕ ਕੋਈ ਕਿੱਸਾ ਉਹਨਾਂ ਦਾ ਪ੍ਰੋਪਰ ਨਾ ਆਪਾਂ ਸੁਣ ਲਈਏ, ਇਹ ਤਾਂ ਕਿੱਸਾ ਜਿਹੜਾ ਤੁਸੀਂ ਹਾਂਜੀ ਸਕਿਟ ਟਾਈਪ ਬੇਸਿਕਲੀ, ਕਿਉਂਕਿ ਜਿਹੜਾ ਤੁਸੀਂ ਕਿੱਸਾ ਸੁਣਾਇਆ ਉਹ ਬੇਸਿਕਲੀ ਤੁਹਾਡਾ ਤੇ ਭੱਲਾ ਜੀ ਦਾ ਨਹੀਂ ਸੀਗਾ। ਅਸੀਂ ਤੁਹਾਡਾ ਸੁਣਨਾ ਚਾਹੁੰਦੇ ਹਾਂ ਛਨਕਾਟੇ ਦੇ ਨਾਲ ਰਿਲੇਟਡ, ਤੇ ਕੋਈ ਸਕਿਟ ਜਾਂ ਕੋਈ ਇਦਾਂ ਦੀ ਚੀਜ਼ ਜੋ ਤੁਸੀਂ ਸਾਨੂੰ ਸੁਣਾ ਸਕੋ, ਸਾਡੀ ਆਡੀਅנס ਦੇ ਰੂਬਰੂ ਕਰਾ ਸਕੋ। ਦੇਖੋ ਨੈਂਸੀ ਜੀ, ਭੱਲਾ ਜੀ ਬਲੈਸਡ ਹੈਗੇ ਆ ਕਿ ਕ੍ਰੀਏਟਿਵਿਟੀ ਜਿਹੜੀ ਆ ਉਹਨਾਂ 'ਚ ਕੁੱਟ ਭਰੀ ਹੋਈ ਆ। ਗੱਲ ਉਹਨਾਂ ਨੂੰ ਹਮੇਸ਼ਾ ਮੌਕੇ 'ਤੇ ਔੜਦੀ ਆ, ਟਾਈਮਿੰਗ ਬੜੀ ਪਿਆਰੀ ਹੁੰਦੀ ਆ। ਤੇ ਮੈਂ ਸੱਚੀ ਗੱਲ ਸੁਣਾਉਣ ਲੱਗਾ, ਹੈ ਕਾਮੇਡੀ ਵੀ ਉਹਦਾ ਪਾਰਟ ਬਣੂਗੀ, ਕਿਉਂਕਿ ਅਸੀਂ 99 'ਚ ਨਾ ਭੱਲਾ ਜੀ ਤੇ ਮੈਂ ਜਦੋਂ ਸਟੇਜ ਸ਼ੋਅ ਬਹੁਤ ਐਕਟਿਵਲੀ ਕਰਦੇ ਸੀਗੇ, ਤੇ ਸਾਡੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਜੀ, ਇਹਨਾਂ ਦਾ ਸੁਨੇਹਾ ਸਾਨੂੰ ਆਇਆ ਕਿ ਜਿਹੜਾ ਇੱਕ ਹਰਿਆਣਾ ਪੰਜਾਬ ਦੇ ਬਾਰਡਰ 'ਤੇ ਪਿੰਡ ਆ ਕਿੱਲਿਆਂ ਵਾਲੀ, ਡੱਬ ਵਾਲੀ ਦੇ ਕੋਲ, ਵੀ ਉੱਥੇ ਇੱਕ 25 ਸਤੰਬਰ 99 ਦੀ ਗੱਲ ਆ, ਮੈਨੂੰ ਇਹ ਵੀ ਡੇਟ ਵੀ ਯਾਦ ਆ। ਤੇ ਜਿਹੜੇ ਦੇਵੀ ਲਾਲ ਜੀ ਉਪ ਪ੍ਰਧਾਨ ਮੰਤਰੀ ਜਿਹੜੇ ਸਾਡੇ ਕੰਟਰੀ ਦੇ, ਉਹਨਾਂ ਦੀ ਕੋਈ ਬਰਸੀ ਮਨਾਉਣੀ ਸੀ, ਚਰਾਲਾ ਸਾਹਿਬ CM ਸੀਗੇ, ਤੇ ਉਸ ਫੰਕਸ਼ਨ 'ਚ 2 ਲੱਖ ਬੰਦੇ ਦਾ ਇਕੱਠ ਕੀਤਾ। ਤੇ ਐਡਾ ਵੱਡਾ ਸੱਤੀ ਜੀ ਉਹ ਇੱਕ ਮੰਚ ਸੀਗਾ ਜਿੱਥੇ ਇੱਕ ਪ੍ਰਧਾਨ ਮੰਤਰੀ ਵਾਜਪੇਈ ਸਾਹਿਬ, ਉਪ ਪ੍ਰਧਾਨ ਮੰਤਰੀ ਸੀਗੇ ਅਡਵਾਨੀ ਜੀ, ਤੇ 5 ਮੁੱਖ ਮੰਤਰੀ ਸਟੇਜ 'ਤੇ ਹਾਜ਼ਰ ਸੀਗੇ, ਜਿਨ੍ਹਾਂ 'ਚੋਂ ਚੰਦਰਬਾਬੂ ਨਾਇਡੂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਫਾਰੂਕ ਅਬਦੁੱਲਾ ਜੀ J&K ਦੇ, ਧੂਮਲ ਸਾਹਿਬ ਹਿਮਾਚਲ ਦੇ ਮੁੱਖ ਮੰਤਰੀ, ਤੇ ਬਾਦਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ, ਚਟਾਲਾ ਸਾਹਿਬ ਹਰਿਆਣਾ ਮੁੱਖ ਮੰਤਰੀ, ਇਹ ਸਾਰੇ ਸਟੇਜ 'ਤੇ ਬੈਠੇ। ਤੇ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਮੰਚ ਸੰਭਾਲਣਾ ਵਾ ਤੇ ਥੋੜ੍ਹਾ ਜਿਹਾ ਕਾਮੇਡੀ ਕਰਨੀ ਆ। ਤੇ ਉੱਥੇ ਜਿਹੜੀ ਗੱਲ ਉੱਥੇ ਬਣੀ ਤੇ ਜਿਹੜੀ ਪੇਸ਼ ਹੋਈ, ਉਹ ਇਤਿਹਾਸਕ ਗੱਲ ਬਣ ਗਈ ਆਪਣੇ ਆਪ 'ਚ, ਕਿਉਂਕਿ ਮੈਂ ਭੱਲਾ ਜੀ ਨੂੰ ਸਟੇਜ 'ਤੇ ਕਿਹਾ, ਮੈਂ ਕਿਹਾ ਭੱਲਾ ਜੀ, ਲੋਕਾਂ ਦਾ ਸਮੁੰਦਰ, 2 ਲੱਖ ਬੰਦਾ ਬੈਠਾ, ਜਿੱਥੇ ਤੱਕ ਨਿਗਾਹ ਜਾਂਦੀ ਲੋਕ ਹੀ ਲੋਕ ਬੈਠੇ ਆ, ਤੇ ਐਡੀ ਆਡੀਅנס ਕਦੀ ਆਪਾਂ ਦੇਖੀ ਨਹੀਂ, ਲਾਈਵ ਆਡੀਅנס। ਤੇ ਭੱਲਾ ਜੀ ਕਹਿੰਦੇ ਧਿਆਨ ਨਾਲ ਵੇਖ, ਇਹ 'ਚ ਅੱਧਿਓਂ ਜ਼ਿਆਦਾ ਬੰਦੇ ਪੁਲਿਸ ਦੇ ਆ, ਸਫੇਦ ਵਰਦੀ 'ਚ ਹਾਜ਼ਰ ਆ। ਮੈਂ ਕਿਹਾ ਉਹ ਕਿੱਦਾਂ? ਕਹਿੰਦੇ ਦੋਨੋਂ CMs ਨੇ ਆਰਡਰ ਕਰਤੇ ਸੀਗੇ ਵੀ ਕੱਲ੍ਹ ਨੂੰ ਜਿਹੜਾ ਸਮਾਗਮ ਆ, ਉੱਥੇ ਤੁਸੀਂ ਹਰ ਥਾਣੇ 'ਚ ਇੱਕ ਬੰਦਾ ਪਿੱਛੇ ਛੱਡ ਕੇ ਬਾਕੀ ਸਾਰੇ ਬੰਦੇ ਸਿਵਲ ਵਰਦੀ 'ਚ ਇੱਥੇ ਹਾਜ਼ਰ ਹੋਣੇ ਚਾਹੀਦੇ ਆ। 60 ਦਾ ਬੰਦਾ ਪੁਲਿਸ ਦਾ ਇੱਥੇ, ਤੇ ਤਾਂ ਆਡੀਅנס ਵਧਾਈ ਇਹਨਾਂ ਨੇ। ਮੈਂ ਕਿਹਾ ਭੱਲਾ ਜੀ ਚਲੋ ਇਹ ਤਾਂ ਗੱਲ ਤੁਹਾਡੀ ਮੰਨ ਲਈ, ਪਰ ਦੋਨੇ CM ਸਾਹਿਬਾਨ ਨੇ ਇਹ ਗਲਤ ਆਰਡਰ ਨਹੀਂ ਕਰਤੇ ਵੀ ਇੱਕ ਬੰਦਾ ਥਾਣੇ ਛੱਡ ਕੇ ਸਾਰੀ ਇੱਥੇ ਪੁਲਿਸ ਬੁਲਾ ਲਈ। ਜੇ ਪਿੱਛੇ ਕੋਈ ਵਾਰਦਾਤ ਹੋ ਜਾਵੇ, ਲੁੱਟ ਹੋ ਜਾਵੇ, ਖੋਹ ਹੋ ਜਾਵੇ, ਤਾਂ ਲਾ ਐਂਡ ਆਰਡਰ ਇਸ਼ੂ ਨਹੀਂ ਬਣ ਜੂਗਾ। ਕਹਿੰਦਾ ਭਤੀਜ, ਕੱਲ੍ਹ ਦੀਆਂ ਅਖਬਾਰਾਂ ਪੜ੍ਹ ਲਈ, ਦੋਨਾਂ ਸਟੇਟਾਂ 'ਚ, ਪੰਜਾਬ ਹਰਿਆਣੇ 'ਚ ਬਿਲਕੁਲ ਸ਼ਾਂਤੀ ਰਹੂਗੀ। ਮੈਂ ਕਿਹਾ ਕਿਉਂ? ਕਹਿੰਦਾ ਲੁੱਟਣ ਵਾਲੇ ਸਾਰੇ ਇੱਥੇ ਬੈਠੇ ਆ। ਇਹਨੇ ਸਟੇਜ 'ਤੇ ਕਹਿਣਾ ਇਹ ਮੁੱਖ ਮੰਤਰੀਆਂ ਦੇ ਪਰ ਇਹ ਵਿਅੰਗ ਵਾ, ਔਰ ਬੜਾ ਮੀਨਿੰਗਫੁਲ ਵਿਅੰਗ ਆ। ਸੋ ਇੱਦਾਂ ਚੱਲਦਾ ਰਹਿੰਦਾ ਸੀ ਲਾਈਫ ਸਾਡਾ ਜੀ। ਤੇ ਸ਼ਰਮਾ ਜੀ, ਇੱਥੇ ਮੈਂ ਤੁਹਾਨੂੰ ਵੀ ਇੱਕ ਸਵਾਲ ਪੁੱਛਣਾ ਚਾਹੂੰਗੀ, ਤੇ ਵੈਸੇ ਇਹ ਸਵਾਲ ਪੁੱਛਣਾ ਬਣਦਾ ਮੇਰਾ ਇਬਨਾ ਜੀ ਔਰ ਹੈਮਾਂਗ ਤੋਂ, ਕਿ ਜਿੱਦਾਂ ਤੁਸੀਂ ਹੁਣੇ ਦੱਸਿਆ ਸੀਗਾ ਕਿ ਇਹਨਾਂ ਨੇ, ਜਿਵੇਂ ਇਬਨਾ ਦੀ 27 ਤਰੀਕ ਦੀ ਫਲਾਈਟ ਹੈ ਨਾ, ਤੇ ਉਸ ਤੋਂ ਹਫਤੇ ਬਾਅਦ ਹੀ ਹੈਮਾਂਗ ਜੀ ਨੇ ਵੀ ਚਲੇ ਜਾਣਾ ਹੈ, ਤੇ ਜਦ ਦੋਨੋਂ ਬੱਚੇ ਚਲੇ ਜਾਣਗੇ ਤੇ ਘਰ ਖਾਲੀ ਹੈ ਨਾ, ਤੇ ਦੋਨੋਂ ਇੱਕੋ ਦਮ ਜਾਣਗੇ, ਤੇ ਤੁਹਾਨੂੰ ਉਹ ਚੀਜ਼ ਫੀਲ ਹੋਊਗੀ, ਕਿੱਦਾਂ ਮੈਨੇਜ ਕਰੋਗੇ? ਕੰਚਨ ਜਵਾਬ ਦਊਗੇ ਇਹਦਾ। ਨਹੀਂ, ਉਹਦਾ ਅਰੇਂਜਮੈਂਟ ਅਸੀਂ ਕਰਕੇ ਜਾ ਰਹੇ ਹਾਂ। ਤੁਸੀਂ ਮੰਮਾ ਦੀ ਗੋਦੀ ਵਿੱਚ ਦੇਖ ਸਕਦੇ ਹੋ, ਇਹ ਛੋਟਾ ਸਾ, ਇਹਦਾ ਨਾਮ ਬਗੀਰਾ ਜੀ, ਸਾਡੀ ਫੈਮਿਲੀ ਦਾ 5th ਮੈਂਬਰ ਆ। ਅੱਛਾ, ਮਤਲਬ ਇਹ ਰਿਪਲੇਸਮੈਂਟ ਹੈ, ਸਾਡੀ ਰਿਪਲੇਸਮੈਂਟ, ਤਾਂ ਕਿ ਮੰਮੀ ਪਾਪਾ ਦਾ ਦਿਲ ਲੱਗਿਆ ਰਹੇ। ਹਾਂਜੀ ਬਿਲਕੁਲ। ਤੇ ਇਹ ਗਿਫਟ ਕਿੱਥੋਂ ਆਇਆ, ਕਿਹਨੇ ਦਿੱਤਾ ਸੀ? ਇਹ ਇਹਦੀ ਸਟੋਰੀ ਮੈਂ ਦੱਸਦਾ। ਇਹ ਮੈਂ ਦਿੱਲੀ ਰਹਿ ਰਿਹਾ ਸੀਗਾ ਆਪਣੇ ਫਲੈਟਮੇਟਸ ਨਾਲ, ਆਪਣੇ ਫਰੈਂਡਸ ਨਾਲ ਜੀ, ਤੇ ਉੱਥੇ ਅਸੀਂ ਪਲਾਨ ਕੀਤਾ ਸੀਗਾ ਕਿ ਹੁਣ ਸਾਡਾ 1 ਮਹੀਨਾ ਰਹਿ ਗਿਆ ਘਰ 'ਚ ਅਸੀਂ ਕੋਈ 2 ਹਫ਼ਤੇ ਲਈ ਜਾਂ 3 ਹਫ਼ਤੇ ਲਈ ਇੱਕ ਛੋਟਾ ਕਿਟਨ ਨੂੰ ਕੋਈ ਫੋਸਟਰ ਕਰ ਲੈਂਦੇ ਆ, ਸਾਡੇ ਲਈ ਵਧੀਆ ਯਾਦਗਾਰ ਹੋ ਜਾਊਗਾ। ਤੇ ਅਸੀਂ ਕਿਸੇ ਨੇ ਗੱਲ ਕੀਤੀ, ਜਿਹੜਾ ਕਿਟਨ ਸੀਗਾ ਇੰਜਰਡ ਸੀਗਾ, ਤੇ ਸਾਡਾ ਪੂਰਾ ਪਲਾਨ ਹੋ ਗਿਆ, ਬਟ ਉਹਦੀ ਸਪਾਈਨਲ ਕਾਰਡ 'ਤੇ ਨਾ ਇੰਜਰੀ ਹੋਈ ਸੀਗੀ, ਤੇ ਕਾਫੀ ਚੈਲੰਜਿੰਗ ਕੇਸ ਸੀਗਾ, ਤੇ ਅਸੀਂ ਸੋਚਿਆ ਚਲੋ ਦੇਖਦੇ ਹਾਂ। ਬਟ ਇੱਕ ਦਿਨ ਸਾਡੇ ਤੋਂ ਆਉਣ ਤੋਂ ਪਹਿਲਾਂ ਦ ਕਿਟਨ ਪਾਸਡ ਹੋਏ,
ਤੇ ਸਾਨੂੰ ਬਹੁਤ ਬੁਰਾ ਲੱਗਿਆ ਕਿ ਸਾਡਾ ਪਲਾਨ ਸੀਗਾ ਪਰ ਹੋਇਆ ਨਹੀਂ। ਤੇ ਮੇਰੇ ਫਲੈਟਮੇਟਸ ਜਿਹੜੇ ਸੀਗੇ ਫਰੈਂਡਸ ਸੀ ਉਹ ਵੀ ਥੋੜੇ ਇਮੋਸ਼ਨਲ ਹੋ ਗਏ। ਤੇ ਉਹ ਘਟਨਾ ਹੋਣ ਤੋਂ ਬਾਅਦ 10 ਮਿੰਟ ਬਾਅਦ ਮੈਨੂੰ ਇਬਨਾ ਦਾ ਮੈਨੂੰ ਮੈਸੇਜ ਆਇਆ ਫੋਨ ਤੇ ਉਹਨੇ ਮੈਨੂੰ ਫੋਟੋਜ਼ ਭੇਜੀਆਂ ਇਹਦੀ ਬਗੀਰਾ ਦੀਆਂ। ਕਹਿੰਦੀ ਮੈਨੂੰ ਪਤਾ ਲੱਗਾ ਕਿ ਕਿਤੋਂ ਕਿ ਇੱਕ ਕਿਟਨ ਆ ਜਿਹੜਾ ਥੋੜਾ ਬਿਮਾਰ ਆ, ਉਹਨੂੰ ਫੋਸਟਰ ਕਰਨਾ ਚਾਹੁੰਦੇ ਅਸੀਂ, ਕਰ ਲਈਏ। ਤੇ ਮੈਂ ਇਹਨੂੰ ਇਮੀਡੀਏਟਲੀ ਕਿਹਾ ਕਿ ਹਾਂ ਕਰ ਲੈ, ਬਿਕੋਜ਼ ਇਹਦੀ ਸ਼ਕਲ ਬਿਲਕੁਲ ਉਹੋ ਜਿਹੀ ਸੀਗੀ ਜਿਹੜੀ ਅਸੀਂ ਕੈਟ ਨੂੰ ਫੋਸਟਰ ਕਰਨ ਦਾ ਪਲਾਨ ਕਰਦੇ ਪਏ ਸੀਗੇ। ਤੇ ਸਾਨੂੰ ਲੱਗਿਆ ਕਿ ਦਿਸ ਇਜ਼ ਲਾਈਕ ਯੂਨੀਵਰਸ ਦਾ ਇਸ਼ਾਰਾ, ਇੱਕ ਪ੍ਰਕਿਰਤੀ ਨੇਚਰ ਦਾ ਇਸ਼ਾਰਾ ਵਾ। ਤੇ ਆਈ ਥਿੰਕ ਦੈਟ ਇਜ਼ ਹਾਊ ਅਸੀਂ ਪਲਾਨ ਨਹੀਂ ਕੀਤਾ ਸੀਗਾ, ਬਟ ਦੈਟ ਇਜ਼ ਹਾਊ ਬਗੀਰਾ ਕੇਮ ਇਨਟੂ। ਤੇ ਜਦੋਂ ਇਹ ਆਇਆ ਸੀ ਇਹ ਤੋਂ ਚੱਲਿਆ ਨਹੀਂ ਜਾਂਦਾ ਸੀ, ਬਹੁਤ ਇੰਜਰਡ ਸੀਗਾ। ਤੇ ਫਿਰ ਅਸੀਂ ਇਹ ਤਾਂ ਮਤਲਬ ਇਹਦਾ ਸੈਕਿੰਡ ਬਰਥ ਹੋਇਆ। ਇੱਕ ਵੈਟਨਰੀ ਡਾਕਟਰ ਪਾਪਾ ਦੇ ਫਰੈਂਡ ਵੀ ਨਿਕਲੇ, ਪਲਟਾ ਨੇ ਜੀਰਕਪੁਰ, ਡਾਕਟਰ ਪਲਟਾ। ਆਈ ਥਿੰਕ ਇਹਨੂੰ ਇਸ ਹਾਲਤ ਵਿੱਚ ਕਰਨ ਦਾ ਫੁੱਲ ਕ੍ਰੈਡਿਟ ਉਹਨਾਂ ਨੂੰ ਜਾਂਦਾ। ਗਲੂਕੋਜ਼ ਲਾਇਆ ਉਹਨਾਂ ਨੇ, ਇਹਦੀ ਬੜੀ ਕੇਅਰ ਕੀਤੀ। ਤੇ ਨਾ ਉਹ ਬਹੁਤ ਅੱਛੀ ਗੱਲ ਕਹੀ ਸਰ ਤੁਸੀਂ ਇੱਥੇ, ਕਿਉਂਕਿ ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਆਪਾਂ ਇਨਸਾਨਾਂ ਦੀ ਗੱਲ ਕਰ ਲਈਏ ਉਹ ਤਾਂ ਫਿਰ ਵੀ ਆਪਣੀ ਤਕਲੀਫ ਨੂੰ ਬੋਲ ਕੇ ਸਾਡੇ ਤੱਕ ਪਹੁੰਚਾ ਸਕਦੇ ਆ, ਹੈ ਨਾ, ਆਪਣੇ ਪੇਨ ਨੂੰ ਜ਼ਾਹਿਰ ਕਰ ਸਕਦੇ ਆ। ਪਰ ਇਹ ਜਿਹੜੇ ਬੇਜ਼ੁਬਾਨ ਹੈ ਨਾ ਹੁੰਦੇ ਆ, ਜੀਵ ਹੁੰਦੇ ਆ, ਇਹ ਕਿਸੇ ਨੂੰ ਆਪਣੀ ਤਕਲੀਫ ਦੱਸ ਵੀ ਨਹੀਂ ਸਕਦੇ। ਔਰ ਆਪਾਂ ਇਦਾਂ ਦੇ ਆ ਕਿ ਆਪਾਂ ਪੈਸੇ ਲਗਾ ਕੇ ਜਾ ਕੇ ਆਪਾਂ ਸ਼ਾਪਸ ਤੇ ਆਪਾਂ ਪੈਟਸ ਨੂੰ ਬਾਏ ਕਰਦੇ ਆ, ਤਾਂ ਮੈਨੂੰ ਲੱਗਦਾ ਕਿ ਉਹਨਾਂ ਤੇ ਪੈਸੇ ਕਰਨ ਤੋਂ ਬੈਟਰ ਹੈ ਕਿ ਜਿਹੜੇ ਸਟਰੀਟ ਪੈਟਸ ਹੈਗੇ ਆ, ਹੈ ਨਾ, ਜਿਹੜੇ ਵਿਚਾਰੇ ਇੰਜਰਡ ਨੇ, ਜਿਨ੍ਹਾਂ ਨੂੰ ਜ਼ਰੂਰਤ ਹੈ ਕਿ ਉਹਨਾਂ ਨੂੰ ਕੋਈ ਸੰਭਾਲ ਸਕੇ, ਉਹਨਾਂ ਦੀ ਕੇਅਰ ਕਰ ਸਕੇ, ਸਾਨੂੰ ਉਹਨਾਂ ਨੂੰ ਅਡਾਪਟ ਕਰਨਾ ਚਾਹੀਦਾ ਤਾਂ ਕਿ ਉਹਨਾਂ ਦਾ ਵੀ ਬੇਜ਼ੁਬਾਨਾਂ ਦਾ ਭਲਾ ਹੋ ਸਕੇ, ਉਹਨਾਂ ਨੂੰ ਵੀ ਕਿਤੋਂ ਪਿਆਰ ਮਿਲ ਸਕੇ। ਕੀ ਬਾਤ ਹੈ। ਅੱਜ ਬਹੁਤ ਸੋਹਣਾ ਮਾਹੌਲ ਬਣ ਗਿਆ ਸੀ ਇੰਟਰਵਿਊ ਦਾ, ਮੈਸੇਜ ਵੀ ਮਿਲ ਗਿਆ, ਕਾਮੇਡੀ ਵੀ ਹੋ ਗਈ ਤੇ ਫੈਮਿਲੀ ਦਾ ਬਹੁਤ ਕੁਝ ਪਤਾ ਲੱਗਿਆ। ਅੱਜ ਬਹੁਤ ਸਾਰੀਆਂ ਗੱਲਾਂ ਜਿਹੜੀ ਸ਼ਰਮਾ ਜੀ ਦੇ ਪਿੱਛੇ ਲੁਕੀਆਂ ਹੋਈਆਂ ਸੀਗੀਆਂ ਉਹ ਵੀ ਪਤਾ ਲੱਗ ਗਈਆਂ। ਪਰਦੇ ਕੱਜੇ ਚੰਗੇ ਹੁੰਦੇ ਵੈਸੇ। ਚਲੋ ਥੈਂਕ ਯੂ ਸੋ ਮਚ ਜੀ ਸਾਰਿਆਂ ਨੂੰ। ਪੈ ਸਕਦੀ ਹੈ ਨਹੀਂ, ਅਸੀਂ ਇੱਥੇ ਸਿਕਿਉਰਿਟੀ ਛੱਡ ਕੇ ਜਾਵਾਂਗੇ ਜੀ। ਸੋ ਥੈਂਕ ਯੂ ਸੋ ਮਚ ਸਾਰਿਆਂ ਦਾ ਕਿ ਤੁਸੀਂ ਆਪਣਾ ਟਾਈਮ ਦਿੱਤਾ ਤੇ ਗੱਲਾਂ ਅੱਜ ਸਾਡੇ ਨਾਲ ਸਾਂਝੀਆਂ ਕੀਤੀਆਂ ਜੀ। ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਸਾਰਿਆਂ ਨਾਲ। ਤੁਹਾਡਾ, ਨੈਂਸੀ ਜੀ ਦਾ ਤੇ ਸਭ ਤੋਂ ਵੱਧ ਤੁਹਾਡੇ ਪਾਪਾ ਜਸਵਿੰਦਰ ਜੱਸੀ ਜੀ ਦਾ ਮੈਂ ਧੰਨਵਾਦ ਕਰੂੰਗਾ, ਜਿਨ੍ਹਾਂ ਨੇ ਅੱਜ ਸਾਡੇ ਘਰ ਪਧਾਰ ਕੇ ਸਾਨੂੰ ਨਵਾਜਿਆ ਤੇ ਸਾਨੂੰ ਇਹ ਮੌਕਾ ਦਿੱਤਾ। ਤੁਹਾਡੇ ਚੈਨਲ ਦੀ ਬਹੁਤ ਵੱਡੀ ਫੋਲੋਇੰਗ ਹੈ ਸੱਤ ਰੰਗ ਦੀ, 6.5 ਲੱਖ 7 ਲੱਖ ਤੁਹਾਡੇ ਸਬਸਕ੍ਰਾਈਬਰ ਆ ਤੇ ਲੱਖਾਂ ਲੋਕ ਤੁਹਾਨੂੰ ਵਿਊ ਕਰਦੇ ਆ ਤੇ ਤੁਹਾਨੂੰ ਆਲ ਦਾ ਬੈਸਟ ਵੀ ਕਹਿੰਦੇ ਆ। ਜਦ ਦਾ ਤੁਸੀਂ ਤੇ ਨੈਂਸੀ ਨੇ ਨਵੇਂ ਸੈਗਮੈਂਟ ਜੋੜੇ ਆ, ਆਪਣੇ ਗੱਲਾਂ 'ਚ ਗੱਲ, ਤੁਹਾਡਾ ਪਹਿਲਾਂ ਸ਼ੋਅ ਚੱਲਦਾ ਸੀਗਾ ਜਿਹੜਾ ਹੁਣ ਤੁਸੀਂ ਸੈਲੀਬ੍ਰਿਟੀ ਸ਼ੋਅ ਚਲਾਉਂਦੇ ਆ, ਇਹ ਸਾਰੇ ਪ੍ਰੋਗਰਾਮ ਲੋਕੀ ਬਹੁਤ ਦੇਖਦੇ ਆ ਤੇ ਅਸੀਂ ਚਾਹਾਂਗੇ ਆਪਣੇ ਸ਼ਰਮਾ ਪਰਿਵਾਰ ਵੱਲੋਂ ਤੁਹਾਨੂੰ ਬੈਸਟ ਵਿਸ਼ੇਸ ਕਹੀਏ। ਆਉਣ ਵਾਲੇ ਸਮੇਂ 'ਚ ਤੁਸੀਂ ਵੀ ਦੁਨੀਆ ਦੇ ਵਿੱਚ ਇੱਕ ਜੁੜੀ ਹਿੱਟ ਬਣ ਕੇ ਉੱਭਰੋ ਤੇ ਤੁਹਾਡੇ ਸ਼ੋਅ ਨੂੰ ਜਿਹੜਾ ਵੱਧ ਤੋਂ ਵੱਧ ਵਿਊਅਰਸ਼ਿਪ ਮਿਲੇ। ਥੈਂਕ ਯੂ ਵੈਰੀ ਮਚ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਸੋ ਇਸੇ ਤਰ੍ਹਾਂ ਚੈਨਲ ਸੱਤ ਰੰਗ ਨੂੰ ਪਿਆਰ ਦਿੰਦੇ ਰਹੋ। ਜਿਨ੍ਹਾਂ ਨੇ ਚੈਨਲ ਸੱਤ ਰੰਗ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ। ਮਿਲਾਂਗੇ ਜੀ ਗੱਲਾਂ ਚੋਂ ਗੱਲ ਦੇ ਅਗਲੇ ਐਪੀਸੋਡ ਦੇ ਵਿੱਚ ਤੇ ਕਰਾਂਗੇ ਕਿਸੇ ਹੋਰ ਨਾਲ ਮੁਲਾਕਾਤ। ਦਿਓ ਆਗਿਆ, ਧੰਨਵਾਦ।